ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹ ਸਿਮਰਨ ਹੋਏ ਮੁਕਤ ਦੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਪਹੁੰਚੇ ਹਾਂ। ਮਨ ਬੇਤੀਆਂ ਇਕਾਗਰ ਕਰੋ। ਜੋ ਲੜੀਵਾਰ ਕਥਾ ਸਤਿਗੁਰਾਂ ਨੇ ਆਪਾਂ ਨੂੰ ਬਖਸ਼ੀ ਹੋਈ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਦਇਆ ਦ੍ਰਿਸ਼ਟੀ ਕਰਕੇ ਅੰਮ੍ਰਿਤ ਵੇਲੇ ਇਹ ਅੰਮ੍ਰਿਤ ਗੁਰਬਾਣੀ ਦਾ ਬਖਸ਼ਿਆ ਹੋਇਆ ਹੈ। ਸੋ ਕਥਾ ਲੜੀਵਾਰ ਚਲਦੀ ਹੋਈ ਭਗਤ ਬਾਣੀ ਰਾਮ ਕਲੀ ਰਾਗਣੀ ਦੀ ਹੈ। ਕਬੀਰ ਸਾਹਿਬ ਦੇ ਸ਼ਬਦ ਜਿਹਦੇ ਪਿੱਛੇ ਯੋਗੀ ਨੂੰ ਉਪਦੇਸ਼ ਦਿੱਤਾ, ਉਸ ਤੋਂ ਉਪਰੰਤ ਕਬੀਰ ਸਾਹਿਬ ਜੀ ਹੁਣ ਪਰਮੇਸ਼ਰ ਦੇ ਨਾਮ ਦਾ ਮਹਾਤਮ ਦੱਸਦੇ ਹੋਏ ਅੱਗੇ ਸ਼ਬਦ ਉਚਾਰਨ ਕਰਦੇ ਹੈ। ਮਨ ਬੇਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ। ਜਿਹ ਸਿਮਰਨ ਹੋਏ ਮੁਕਤ ਦੁਆਰ। ਤੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਦੁਆਰਿਆਂ ਵਾਲੇ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਮੁਕਤੀ ਹੋ ਜਾਂਦੀ, ਜਾਂ ਇੰਦਰੀਆਂ ਤੋਂ ਮੁਕਤ ਹੋ ਜਾਈਦਾ, ਜਾਂ ਫਿਰ ਜੇ ਸਿਮਰਨ ਹੋਏ ਮੁਕਤ ਦੁਆਰ, ਜਮਾਂ ਦੇ ਦੁਆਰੇ ਤੋਂ ਮੁਕਤ ਨਾਮ ਛੁਟਕਾਰੇ ਦਾ ਹੈ, ਸੁਤੰਤਰ ਹੋ ਜਾਂਦਾ ਹੈ, ਜਮਾਂ ਦੀ ਮਾਰ ਨਹੀਂ ਉਸ ਨੂੰ ਪੈਂਦੀ। ਜਾਂ ਮੁਕਤੀ ਦਾ ਦੁਆਰ ਦਰਵਾਜ਼ਾ ਕੀ ਹੈ? ਗਿਆਨ ਮੰਨੈ ਪਾਵਹਿ ਮੋਖ ਦੁਆਰ। ਉਹ ਮੁਕਤੀ ਦਾ ਦੁਆਰ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਦੁਆਰ ਸੁੰਦਰ ਦਾ ਨਾਮ ਵੀ ਹੈ। ਕੇਵਲ ਮੁਕਤੀ ਸਭ ਤੋਂ ਸੁੰਦਰ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਾਹੇ ਬੈਕੁੰਠ ਨਹੀਂ ਸੰਸਾਰ। ਪਰਮੇਸ਼ਰ ਦਾ ਸਿਮਰਨ ਕਰਕੇ ਬੈਕੁੰਠ ਵਿੱਚ ਚਲੇ ਜਾਈਦਾ, ਫਿਰ ਸੰਸਾਰ ਦੀ 84 ਲੱਖ ਜੂਨਾਂ ਵਿੱਚ ਨਹੀਂ ਆਈਦਾ। ਬੈ ਨਾਮ ਹੈ ਦਵੈਸ਼ ਦਾ, ਕੁੰਠ ਨਾਮ ਹੈ ਰੁਕ ਜਾਣ ਦਾ। ਤੇ ਵਾਸ਼ਨਾ ਜਾਂ ਫਿਰ ਦਵੈਸ਼ ਕੁੰਠ ਰੁਕ ਜਾਂਦੀ, ਇਸ ਕਰਕੇ ਫਿਰ ਉਸ ਸਰੂਪ ਵਿੱਚ ਜਾ ਕੇ ਰਹੀਦਾ। ਮੁੜ ਕੇ ਮਾਤਾ ਦੇ ਗਰਭ ਵਿੱਚ, ਮਾਤਾ ਦੇ ਗਰਭ ਦੁਆਰਾ ਸੰਸਾਰ ਰੂਪੀ ਚੱਕਰ ਵਿੱਚ ਨਹੀਂ ਆਈਦਾ। ਜਾਹੇ ਬੈਕੁੰਠ ਨਹੀਂ ਸੰਸਾਰ। 84 ਲੱਖ ਜੂਨਾਂ ਦੇ ਅੰਦਰ ਮੁੜ ਕੇ ਫੇਰ ਨਹੀਂ ਧੱਕੇ ਖਾਣੇ ਪੈਂਦੇ। ਇਹ ਸਿਮਰਨ ਦੀਆਂ ਬਰਕਤਾਂ ਹਨ। ਨਿਰਭਉ ਕੈ ਘਰ ਬਜਾਏ ਤੂਰ। ਇਹ ਭਾਈ ਸਿਮਰਨ ਦੇ ਪ੍ਰਤਾਪ ਨਾਲ ਨਿਰਭਉ ਡਰ ਤੋਂ ਰਹਿਤ ਪਰਮੇਸ਼ਰ ਦੇ ਸਤਸੰਗਤ ਰੂਪੀ ਘਰ ਵਿੱਚ ਜਸ ਰੂਪੀ ਤੂਰ ਨਾਮ ਬਾਜੇ ਦਾ ਹੁੰਦਾ ਹੈ। ਜਸ ਰੂਪ ਤੂਰ ਬਾਜਿਆਂ ਨੂੰ ਵਜਾਉਣ ਲੱਗ ਜਾਈਦਾ। ਨਿਰਭਉ ਕੈ ਘਰ ਬਜਾਵਹਿ ਤੂਰ। ਨਿਰਭਉ ਪਰਮੇਸ਼ਰ ਦੇ ਤੁਰਿਆ ਪਦ ਰੂਪੀ ਘਰ ਵਿੱਚ ਤੂਰ ਸੰਗਿਆ ਵਾਲੇ ਬਾਜੇ, ਉਹਨਾਂ ਦੁਆਰਾ ਪਰਮੇਸ਼ਰ ਨੂੰ ਵਜਾਵੇ ਪ੍ਰਗਟ ਕਰ ਲਈਦਾ ਹੈ। ਅਨਹਦ ਬੱਜਹਿ ਸਦਾ ਭਰਪੂਰ। ਇਹ ਸਦਾ ਹਮੇਸ਼ਾ ਸਾਰਿਆਂ ਥਾਵਾਂ ਵਿੱਚ ਭਰਪੂਰ ਪਰਿਪੂਰਨ ਤੇ ਅਨਹਦ ਹੱਦ ਤੋਂ ਰਹਿਤ ਕੌਣ? ਪਰਮੇਸ਼ਰ। ਉਹ ਪਰਮੇਸ਼ਰ ਦੇ ਨਾਮ ਦਾ ਅਜਪਾ ਜਾਪ ਵਜੇ ਉਚਾਰਨ ਹੋਣ ਲੱਗ ਜਾਂਦਾ ਹੈ। ਹਿਰਦੇ ਦੇ ਅੰਦਰ ਬ੍ਰਹਮ ਵਜੇ ਪ੍ਰਗਟ ਹੋ ਜਾਂਦਾ ਹੈ। ਬੱਜੇ ਨਾਮ ਪ੍ਰਗਟ ਹੋਣ ਦਾ ਵੀ ਹੁੰਦਾ। ਤੋ ਐਸਾ ਇਹ ਸਿਮਰਨ ਦਾ ਪ੍ਰਤਾਪ ਹੈ। ਵਾਹਿਗੁਰੂ ਦਾ ਸਿਮਰਨ ਜੋ ਕਰਨਾ ਹੈ। ਹੋਰ ਦੱਸ ਦੇਣ ਅੱਗੇ। ਐਸਾ ਸਿਮਰਨ ਕਰ ਮਨ ਮਾਹੇ। ਹੇ ਭਾਈ, ਇਹੋ ਜਿਹਾ ਸਿਮਰਨ ਜਿਹਦੀਆਂ ਐਡੀਆਂ ਬਰਕਤਾਂ ਨੇ, ਜਿਹੜਾ ਉੱਪਰ ਦੱਸਿਆ, ਉਹਨੂੰ ਆਪਣੇ ਮਨ ਦੇ ਵਿੱਚ ਕਰਨਾ, ਕਿਉਂਕਿ ਮਨ ਮਹਿ ਸਿਮਰਨ ਕਰਿਆ। ਸਿਮਰਨ ਹੁੰਦਾ ਹੀ ਮਨ ਦੇ ਵਿੱਚ ਹੈ, ਇਸ ਕਰਕੇ ਉਹਨੂੰ ਹਿਰਦੇ ਦੇ ਵਿੱਚ ਕਰਨਾ ਕਰ। ਕਿਉਂਕਿ ਬਿਨ ਸਿਮਰਨ ਮੁਕਤ ਕਤ ਨਾਹਿ। ਔਰ ਇਹ ਯਾਦ ਰੱਖੀ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾ, ਪਰਮਾਤਮਾ ਦੀ ਯਾਦ ਤੋਂ ਬਿਨਾ ਹੋਰ ਕਤ ਕਿਸੇ ਸਾਧਨ ਦੇ ਨਾਲ ਵੀ ਮੁਕਤੀ ਨਹੀਂ ਹੋਣੀ ਹੈ। ਭਾਵ ਕਿ ਇਹ ਸਿਮਰਨ ਕਰਕੇ ਹੀ ਪਰਮੇਸ਼ਰ ਵਿੱਚ ਮਿਲਣ ਰੂਪੀ ਮੁਕਤੀ ਮਿਲੇਗੀ, ਇਹ ਤੋਂ ਬਿਨਾਂ ਨਹੀਂ ਮਿਲਣੀ ਹੈ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਨੇ ਜੀ। ਜੇ ਸਿਮਰਨ ਨਾਹੀ ਨਨਕਾਰ।
ਤੇ ਇਸ ਤਰ੍ਹਾਂ ਇਹਦਾ ਦੁਬਾਰੇ ਫੋਲੋ ਜੀ, ਇਹ ਇੱਕ ਵਾਰੀ ਫੇਰ ਬੋਲੋ। ਬਿਨ ਸਿਮਰਨ ਮੁਕਤ ਕਤ ਨਾਹਿ। ਤੇ ਬਿਨਾ ਸਿਮਰਨ ਤੋਂ ਕਦੇ ਕਿਸੇ ਨੂੰ ਪਿੱਛੇ ਵੀ ਮੁਕਤੀ ਨਹੀਂ ਮਿਲੀ, ਨਾ ਅੱਗੇ ਨੂੰ ਮਿਲੇਗੀ। ਇਸ ਕਰਕੇ ਭਾਈ ਸਿਮਰਨ ਹੀ ਕਰਨਾ ਬਣਦਾ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਜਿਹ ਸਿਮਰਨ ਨਾਹੀ ਨਨਕਾਰ। ਜਿਸ ਪਰਮੇਸ਼ਰ ਦੇ ਸਿਮਰਨ ਕਰਕੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਦੇ ਮਾਰਗ ਵੱਲ ਜਾਂਦਿਆਂ ਰਾਗ ਤੇ ਦਵੈਸ਼ ਦੀ ਕੋਈ ਵੀ ਨਨਕਾਰ ਨਾਮ ਹੁੰਦਾ ਹੈ, ਨਨਾਕਾਰ ਰੁਕਾਵਟ ਹੋਣੀ, ਰੋਕ ਉਹ ਨਹੀਂ ਪਵੇਗੀ। ਜਾਂ ਜਮਦੂਤਾਂ ਆਦਿ ਨਨਕਾਰ ਨਿਰਾਦਰੀ ਨਹੀਂ ਹੋਵੇ, ਨਨਕਾਰ ਨਾਮ ਨਿਰਾਦਰ ਦਾ ਵੀ ਹੁੰਦਾ ਹੈ। ਤੋ ਇਸ ਪ੍ਰਕਾਰ ਕਿਹਾ ਹੈ, ਮੁਕਤ ਕਰੈ ਉਤਰੈ ਬਹੁ ਭਾਰ। ਪਰਮੇਸ਼ਰ ਦਾ ਸਿਮਰਨ ਤੈਨੂੰ ਮੁਕਤ ਕਰ ਦੇਵੇਗਾ। ਜਨਮ ਜਨਮਾਤਰਾਂ ਦੇ ਜਿਹੜੇ ਪਾਪ ਕਰਮ ਕੀਤੇ ਹੋਣ ਉਹਦੇ ਨਿਵਰਤੀ ਹੋ ਜਾਊਗੀ। ਮੁਕਤ ਕਰੈ ਉਤਰੈ ਬਹੁ ਭਾਰ, ਬਹੁਤਾ ਭਾਰ ਤੇਰੇ ਸਿਰ ਦੇ ਉੱਤੇ ਕਰਮਾਂ ਦਾ ਹੈ, ਜਿਹੜੇ ਸੰਚਿਤ ਕਰਮ, ਕਿਰੇਮਾਨ ਕਰਮ ਆਦਿ, ਇਹਨਾਂ ਵਿਕਾਰਾਂ ਦਾ ਵੀ ਬਹੁਤ ਸਾਰਾ ਭਾਰ ਤੇਰੇ ਜਨਮ ਜਨਮਾਤਰਾਂ ਦੇ ਕੀਤੇ ਹੋਏ ਪਾਪ ਕਰਮ, ਉਹ ਪਾਪ ਕਰਮਾਂ ਦਾ ਬਹੁਤ ਭਾਰੀ ਭਾਰ ਹੈ ਤੇਰੇ ਸਿਰ ਦੇ ਉੱਤੇ, ਉਤਰ ਜਾਏਗਾ ਉਹ। ਬੇਕਾਰ ਪਾਥਰ ਗਲੇ ਬੰਦੇ ਨਿੰਦ ਪੋਟ ਸਿਰਾਏ, ਇਸ ਤਰ੍ਹਾਂ ਦਾ ਜਿਹੜਾ ਭਾਰ ਹੈ ਉਹ ਉਤਰ ਜਾਏਗਾ। ਇਹ ਸਿਮਰਨ ਦੀਆਂ ਬਰਕਤਾਂ ਦਸੀਆਂ ਹਨ। ਨਮਸਕਾਰ ਕਰ ਹਿਰਦੈ ਮਾਹਿ। ਤੇ ਉਸ ਨੂੰ ਨਮਸਕਾਰ ਕਰ ਕਿਵੇਂ ਕਰਦੀ ਹੈ? ਹਿਰਦੇ ਦੇ ਵਿੱਚ ਨਮਸਕਾਰ ਕਰ। ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਇਹ ਨਮਸਕਾਰ ਹਨ। ਨਮਸਕਾਰ ਤਾਕੋ ਲੱਖ ਵਾਰ, ਇੱਕ ਜਗ੍ਹਾ ਐਸਾ ਵੀ ਕਿਹਾ ਹੈ। ਇਸ ਕਰਕੇ ਉਹਦਾ ਪਰਮੇਸ਼ਰ ਨੂੰ ਨਮਸਕਾਰ, ਇਹ ਵੀ ਇੱਕ ਭਗਤੀ ਹੈ, ਨੋਦਾ ਭਗਤੀ। ਨਮਸਕਾਰ ਕਰਨੀ ਭਗਤੀ ਦਾ ਅੰਗ ਹੈ। ਤੋ ਇਸ ਕਰਕੇ ਜੋ ਪਰਮੇਸ਼ਰ ਤੇਰੇ ਹਿਰਦੇ ਦੇ ਵਿੱਚ ਹੈ ਉਹਨੂੰ ਨਮਸਕਾਰ ਬੰਦਨਾ ਕਰ ਉਸ ਨੂੰ। ਫਿਰ ਤੇਰਾ ਆਵਨ ਨਾਹਿ। ਤੇ ਫਿਰ ਤੇਰਾ ਫਿਰ ਮੁੜ ਕੇ ਦੁਨੀਆ ਵਿੱਚ ਆਵਨ ਨਾਮ ਹੈ ਆਉਣ ਦਾ। ਆਉਣਾ ਕੀ ਹੈ? ਭਾਵ ਜੰਮਣ ਮਰਨਾ ਨਹੀਂ ਹੋਏਗਾ। ਮੁੜ ਕੇ ਤੇਰਾ ਮਨੁੱਖਾ ਜਨਮ ਵਿੱਚ ਆਉਣਾ ਨਹੀਂ ਹੋਏਗਾ। ਇਸ ਲਈ ਇੱਕੋ ਵਾਰ ਮੁਕਤ ਹੋ ਜਾਏਗਾ। ਜਿਹ ਸਿਮਰਨ ਕਰਹਿ ਤੂੰ ਕੇਲ। ਜਿਸ ਪਰਮੇਸ਼ਰ ਦੇ ਸਿਮਰਨ ਕਰਕੇ ਤੂੰ ਬਹੁਤੇ ਸਾਰੇ ਕੇਲ ਆਨੰਦ ਹੈ ਜਿਹੜੇ ਉਹ ਮਾਣਦਾ ਹੈ। ਤੇ ਇਸ ਕਰਕੇ ਜੋ ਆਨੰਦ ਕਰਦਾ ਹੈ, ਆਨੰਦ ਮਾਣਦਾ ਹੈ, ਤੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਹੈ। ਤੇ ਉਹਦਾ ਸਿਮਰਨ ਕਰ ਜਿਹੜਾ ਤੈਨੂੰ ਖੁਸ਼ੀਆਂ ਦੇ ਰਿਹਾ। ਜਿਹੜੀਆਂ ਤੈਨੂੰ ਖੁਸ਼ੀਆਂ ਮਿਲੀਆਂ ਵਾਹਿਗੁਰੂ ਵੱਲੋਂ ਮਿਲੀਆਂ। ਇਸ ਕਰਕੇ ਦੀਪਕ ਬਾਂਧ ਧਰਿਓ ਬਿਨ ਤੇਲ। ਜਿਸ ਪਰਮੇਸ਼ਰ ਨੇ ਤੇਰੇ ਹਿਰਦੇ ਅੰਦਰ ਬਾਸ਼ਨਾ ਰੂਪੀ ਬੱਤੀ ਤੇ ਸਕਾਮ ਕਰਮਾਂ ਰੂਪੀ ਤੇਲ ਤੋਂ ਬਿਨ ਬਗੈਰ ਬ੍ਰਹਮ ਗਿਆਨ ਚੇਤਨ ਸੱਤਾ ਰੂਪੀ ਦੀਪਕ ਦੀਵਾ ਬਾਂਧ ਬਨ ਕੇ ਧਰਿਓ, ਧਰਿਆ ਭਾਵ ਰੱਖਿਆ ਹੋਇਆ। ਗੁਰਦਾਤਾ ਗੁਰ ਹੇਵੇ ਕਰ ਗੁਰ ਦੀਪਕ ਤੇ ਹੋ ਲੋਏ। ਤਿੰਨਾਂ ਲੋਕਾਂ 'ਚ ਚਾਨਣਾ ਜਿਸ ਗੁਰੂ ਦੇ ਉਸ ਉਪਦੇਸ਼ ਦਾ ਸ਼ਬਦ ਦਾ। ਤੇ ਇਸ ਕਰਕੇ ਅੱਗੇ ਦੱਸਦੇ ਹਨ, ਸੋ ਦੀਪਕ ਅਮਰਕ ਸੰਸਾਰ। ਇਹਦਾ ਉਚਾਰਨ ਭਾਈ ਧਿਆਨ ਰੱਖਣਾ ਹੈ। ਜਿਹੜੇ ਸਾਰੇ ਤੁਸੀਂ ਪੜਨ ਵਾਲੇ ਹੋ ਪੋਥੀਆਂ ਪ੍ਰਕਾਸ਼ਨ, ਤੇ ਅਮਰ ਕਹਿ ਕੇ ਜਿਹੜਾ ਕੱਕਾ ਹੈ, ਜਿਹੜਾ ਕੱਕਾ ਸ਼ਬਦ ਹੈ ਨਾ ਅਮਰਕ ਦਾ, ਇਹ ਪਿਛੇਤਰ ਕਰਨਾ ਹੈ। ਜਿਹੜੀ ਅਮਰ ਅੱਖ ਨਾ ਬਣ ਜਵੇ ਪਾਠ, ਇੱਕ ਤਾਂ ਹੋ ਗਿਆ ਨਾ ਅਮਰ ਅੱਖ, ਅੱਖਰ ਤਾਂ ਹੋਈ ਨਾ ਅਮਰਕ। ਅਮਰ ਤਿੰਨ ਅੱਖਰ ਇਕੱਠੇ ਤੇ ਕੱਕਾ ਥੋੜਾ ਜਿਹਾ ਬੋਲਣ ਚ ਡੈਸ਼ ਹੀ ਹੈ, ਅੱਖਰ ਸਾਰੇ ਇਕੱਠੇ ਕਰਨੇ। ਤੇ ਇਸ ਕਰਕੇ ਸੋ ਦੀਪਕ ਅਮਰਕ ਸੰਸਾਰ, ਸੋ ਉਹ ਬ੍ਰਹਮ ਗਿਆਨ ਰੂਪੀ ਦੀਪਕ ਦੀਵਾ ਸੰਸਾਰ ਤੋਂ ਅਮਰਕ ਅਮਰ ਕਰਨ ਵਾਲਾ ਹੈ। ਅਮਰ ਪਦਾਰਥ ਨਾਨਕਾ ਮਨ ਮੰਨਿਆ ਸੁਖ ਹੋਏ। ਉਸ ਗਿਆਨ ਰੂਪੀ ਦੀਪਕ ਦਾ ਪ੍ਰਕਾਸ਼ ਕਰਨ ਵਾਲਾ ਬ੍ਰਹਮ ਆਪ ਹੀ ਹੈ, ਜੋ ਸੰਸਾਰ ਤੋਂ ਅਮਰ ਕਰਨ ਵਾਲਾ ਹੈ। हे ਭਾਈ, ਜੇ ਤੂੰ ਆਪ ਆਪਣੇ ਆਪ ਨੂੰ ਸੰਸਾਰ ਤੋਂ ਅਮਰ ਕਰਨਾ ਚਾਹੁੰਦਾ ਹੈ ਤਾਂ ਤੂੰ ਗੁਰਾਂ ਦੁਆਰਾ ਸੋਸ ਗਿਆਨ ਰੂਪੀ ਸਮਾਧਾਨ ਦੀਵਟ ਨੂੰ ਜਗਾਉਣਾ ਕਰ। ਫਿਰ ਤੂੰ ਅੱਗੇ ਦੱਸਦੇ ਨੇ, ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਇਹ ਲੱਲਾ ਫੇਰ ਇੱਥੇ ਪਿਛੇਤਰ ਕਰਨਾ ਹੈ ਤਾਂ ਕਿ ਕਿਤੇ ਕੱਕਾ ਅਗੇਤਰ ਹੋ ਗਿਆ, ਕਾ ਢੀਲੇ ਹੋ ਗਿਆ। ਫਿਰ ਤਾਂ ਕਾ ਢੀਲੇ ਪਾਠ ਹੁੰਦਾ ਨਹੀਂ, ਕਾਢੀ ਲੈ। ਇਸ ਕਰਕੇ ਕਾਮ ਕ੍ਰੋਧ ਆਦਿ ਦੀ ਬਿਖ ਜ਼ਹਿਰ ਨੂੰ
ਸਮਦਨ ਸਾਧਨ ਰੂਪੀ ਕੋਰੜਿਆਂ ਦੇ ਨਾਲ ਮਾਰ ਕੇ ਬਾਹਰ ਕੱਢ ਲੈ ਲੈਣਾ ਕਰ। ਇਹਨੂੰ ਕੱਢ ਲੈਣਾ ਕਰ। ਜਿਵੇਂ ਚੋਰ ਪ੍ਰਤੱਖ ਦੀਵਿਆਂ ਦਾ ਚਾਨਣਾ ਵੇਖ ਕੇ ਨਾ ਭੱਜ ਜਾਂਦੇ ਨੇ, ਇਸੇ ਪ੍ਰਕਾਰ ਨਾਮ ਰੂਪੀ ਦੀਵੇ ਦਾ, ਗਿਆਨ ਰੂਪੀ ਦੀਵੇ ਦਾ ਜਦੋਂ ਚਾਨਣਾ ਵੇਖਣਗੇ ਕਾਮ ਕ੍ਰੋਧ, ਫਿਰ ਚੋਰ ਨੇ ਭੱਜ ਜਾਣਗੇ। ਇਸ ਕਰਕੇ ਦੱਸਿਆ ਹੈ, ਜਿਹ ਸਿਮਰਨ ਤੇਰੀ ਗਤ ਹੋਏ, ਜਿਸ ਪਰਮੇਸ਼ਰ ਦੇ ਸਿਮਰਨ ਕਰਨ ਦੇ ਨਾਲ ਤੇਰੀ ਗਤ ਕਲਿਆਣ ਹੋਏਗੀ, ਸੋ ਸਿਮਰਨ ਰਖ ਕੰਠ ਪਰੋਏ, ਤੂੰ ਸੋ ਉਸ ਪ੍ਰਭੂ ਦੇ ਸਿਮਰਨ ਨੂੰ ਆਪਣੇ ਪ੍ਰਤੱਖ ਕੰਠ ਦੇ ਵਿੱਚ ਜਾਂ ਫਿਰ ਅੰਤਸ਼ਕਰਨ ਰੂਪੀ ਕੰਠ ਗਲੇ ਵਿੱਚ ਪ੍ਰੀਤ ਰੂਪ ਸੂਈ ਦੇ ਨਾਲ ਸਵਾਸਾਂ ਨੂੰ ਧਾਗੇ ਨਾਲ ਇਸ ਪ੍ਰਕਾਰ ਦੱਸਦੇ ਨੇ ਕਿ ਸੋ ਸਿਮਰਨ ਰਖ ਕੰਠ ਪਰੋਏ, ਤੂੰ ਸੋ ਉਸ ਪ੍ਰਭੂ ਦੇ ਸਿਮਰਨ ਨੂੰ ਆਪਣੇ ਪ੍ਰਤੱਖ ਕੰਠ ਦੇ ਨਾਲ ਜਾਂ ਅੰਤਸ਼ਕਰਨ ਰੂਪੀ ਕੰਠ ਗਲੇ ਦੇ ਪ੍ਰੀਤ ਰੂਪ ਸੂਈ ਦੇ ਨਾਲ ਸਵਾਸਾਂ ਰੂਪੀ ਧਾਗੇ ਨਾਲ ਪਰੋ ਕੇ ਰੱਖਣਾ ਕਰ। ਜਿਵੇਂ ਵੈਸ਼ਨਵ ਇਹ ਤੁਲਸੀ ਦੀ ਜਾਂ ਫਿਰ ਰੁਦਰਾਖਰ ਮਾਲਾ ਕੰਠ ਦੇ ਵਿੱਚ ਪਰੋ ਕੇ ਰੱਖੀ ਹੁੰਦੀ ਹੈ ਉਹਨਾਂ ਦੇ, ਇਸੇ ਤਰ੍ਹਾਂ ਤੂੰ ਨਾਮ ਰੂਪੀ ਮਾਲਾ ਨੂੰ ਹਿਰਦੇ ਰੂਪੀ ਕੰਠ 'ਚ ਪਰੋ ਕੇ ਰੱਖਣਾ ਕਰ। ਬਿਨ ਧਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੇਵਨ, ਹਰ ਅੱਖਰ ਦੋਏ ਇਹ ਮਾਲਾ ਜਪਤ ਜਪਤ ਪਏ ਦੀਨ ਦਇਆਲਾ, ਇਹ ਮਾਲਾ ਫੇਰਨਾ ਕਰ। ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਕਹਿੰਦੇ ਉਹ ਸਿਮਰਨ ਪਰਮੇਸ਼ਰ ਦਾ ਕਰਿਆ ਕਰ, ਕਦੇ ਵੀ ਹਿਰਦੇ ਦੇ ਵਿੱਚੋਂ ਉਤਾਰ ਕੇ ਨਹੀਂ ਰੱਖਣਾ ਸਿਮਰਨ ਨੂੰ, ਯਾਨੀ ਕਦੇ ਭੁੱਲਣਾ ਨਹੀਂ ਹੈ। ਸੋ ਸਿਮਰਨ ਕਰ ਨਹੀਂ ਰਾਖ ਉਤਾਰ। ਅਥਵਾ ਹੈ ਭਾਈ ਪਰਮੇਸ਼ਰ ਦਾ ਸਿਮਰਨ ਕਰ, ਜੇ ਸਿਮਰਨ ਹੀ ਕਰਨਾ ਤਾਂ ਫਿਰ ਸਰੀਰ ਉੱਤੇ ਸੁਆਹ ਕਿਉਂ ਲਗਾਉਂਦਾ ਹੈ, ਇਹਨੂੰ ਉਤਾਰ ਕੇ ਰੱਖ ਦੇਣਾ ਕਰ। ਗ੍ਰਸਤੀ ਬਣ ਕੇ ਸੰਸਾਰੀ ਕਾਰੋਬਾਰ ਕਰ। ਇਹ ਜਿਹੜੇ ਰਾਖ ਮਿਲ ਕੇ ਪਿੰਡੇ ਦੇ ਉੱਤੇ ਸੁਆਹ ਮਲ ਕੇ ਰੱਖਦੇ ਆ, ਕਿਉਂਕਿ ਜੋਗੀ ਜਨ ਵੀ ਬੈਠੇ ਰਹਿੰਦੇ ਸੀ। ਕਬੀਰ ਸਾਹਿਬ ਦੇ ਕੋਲੋਂ ਜੋਗੀ ਅਜੇ ਬੈਠੇ ਹੀ ਹੈ, ਜਿਹਨੂੰ ਪਿੱਛੇ ਉਪਦੇਸ਼ ਦਿੱਤਾ ਹੈ ਸਿਮਰਨ ਦੀ ਮਹਿਮਾ ਰੱਖਦੇ ਹੋਏ, ਫਿਰ ਉਹਨੂੰ ਵੀ ਇੱਕ ਰੋਂਕਾ ਮਾਰ ਦਿੱਤਾ ਕਿ ਨਹੀਂ ਤਾਂ ਰਾਖ ਲਾ ਦੇ ਭਾਈ, ਗ੍ਰਸਤੀ ਬਣ ਕੇ ਤੂੰ ਗ੍ਰਸਤੀਆਂ ਵਾਲਾ ਕਾਰੋਬਾਰ ਕਰ। ਜੇ ਸਿਮਰਨ ਨਹੀਂ ਕਰਨਾ ਹੈ, ਗੁਰ ਪ੍ਰਸਾਦੀ ਉਤਰ ਹੈ ਪਾਰ, ਤੂੰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਨਾਮ ਸਿਮਰਨ ਨਾਲ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਰ ਜਾਏਗਾ। ਇਸ ਕਰਕੇ ਸਿਮਰਨ ਦੀਆਂ ਬਰਕਤਾਂ ਹਨ। ਜੇ ਸਿਮਰਨ ਨਾਹੀ ਤੋਹਿ ਕਾਨ, ਜਿਸ ਪਰਮੇਸ਼ਰ ਦੇ ਸਿਮਰਨ ਭਜਨ ਕਰਕੇ ਤੈਨੂੰ ਕਿਸੇ ਦੇਵੀ ਦੇਵਤੇ ਦੀ ਕਾਨ ਨਾਮ ਕਨੌੜ ਦਾ ਹੁੰਦਾ, ਕਨੌੜ ਨਹੀਂ ਰਹੇਗੀ, ਮੁਹਤਾਜਗੀ ਨਹੀਂ ਰਹੇਗੀ। ਮੰਦਰ ਸੋਹੈ ਪਟੰਬਰ ਤਾਨ, ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਤੂੰ ਪਟੰਬਰ ਰੇਸ਼ਮੀ ਵਸਤਰਾਂ ਨੂੰ, ਪੱਟ ਵਸਤਰ ਦਾ ਨਾਮ ਹੁੰਦਾ ਹੈ, ਪੱਟ ਰੇਸ਼ਮ ਦਾ ਨਾਮ ਹੈ, ਅੰਬਰ ਵਸਤਰ ਰੇਸ਼ਮੀ ਵਸਤਰ, ਤਾਣ ਕੇ ਭਾਵ ਫੁੱਲ ਕੇ ਪ੍ਰਤਾਪ ਸੋਹਣੇ ਮੰਦਰਾਂ ਦੇ ਵਿੱਚ ਘਰਾਂ ਦੇ ਸੋਵੇ ਸੌਂਦਾ ਹੈ। ਤੇ ਇਸ ਕਰਕੇ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੇ ਤਿਆਕਤ ਅਵਰ ਲੁਭਾਵੇ। ਇਸ ਕਰਕੇ ਉਹ ਜਾਂ ਫਿਰ ਦੂਸਰਾ ਇਹ ਵੀ ਭਾਵ ਹੈ, ਜੇ ਸਿਮਰਨ ਨਾਹੀ ਤੋਹੇ ਕਾਨ ਮੰਦਰ ਸੋਵੇ ਪਟੰਬਰ ਤਾਨ, ਪ੍ਰੇਮ ਰੂਪੀ ਵਸਤਰ ਤਾਣ ਕੇ ਸਾਧ ਸੰਗਤ ਰੂਪੀ ਘਰ ਵੀ ਸੋਵੇਗਾ। ਇਹ ਸਿਮਰਨ ਦੀਆਂ ਬਰਕਤਾਂ ਨੇ। ਇਸਤਤ ਹੋਣਾ ਕਰੇਗਾ ਗਿਆਨ ਰੂਪੀ ਵਸਤਰ ਤਾਣ ਕੇ ਅਦੇਸ਼ਥਾਨ ਰੂਪੀ ਮੰਦਰ ਦੇ ਅੰਦਰ ਨਿਰਵਿਕਲਪ ਸਮਾਧੀ ਵਿੱਚ ਸੌਣਾ, ਇਸਤਤ ਹੋਣਾ ਕਰੇਗਾ। ਸੇਜ ਸੁਖਾਲੀ ਬਿਗਸਾ ਜੀਓ, हे ਭਾਈ ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੂੰ ਸੁਖਾਲੀ ਸੁਖਾਂ ਵਾਲੀ ਸੇਜਾ ਉਤੇ ਆਰਾਮ ਦੇਣਾ ਪੈਣਾ ਕਰਦਾ ਹੈ, ਸੋ ਸਿਮਰਨ ਤੂੰ ਅਨ ਦਿਨ ਪੀਓ। ਤੇ ਫਿਰ ਉਹਦਾ ਸਿਮਰਨ ਰਾਤ ਦਿਨ ਤੂੰ ਉਹਦਾ ਚਿੰਤਨ ਕਰ, ਤੇ ਸੋ ਸਿਮਰਨ ਤੂੰ ਅਨ ਦਿਨ ਪੀਓ। ਪ੍ਰੀਤ ਰਸਨਾ ਦੇ ਨਾਲ ਉਹ ਅੰਮ੍ਰਿਤ ਰਸ ਨੂੰ ਪੀਣਾ ਕਰ। ਸੇ ਸੁਖਾਲੀ ਬਿਕਸਾ ਜੀਓ, ਜਿਸ ਪਰਮੇਸ਼ਰ ਦੀ ਕਿਰਪਾ ਨਾਲ ਸੁਖਾਲੀ ਸੇਜਾ ਜਿਹੜੀ ਮੰਜਾ ਬਿਸਤਰਾ ਆ ਸਾਰੀ ਚੀਜ਼ ਨੂੰ ਇਕੱਠੀ ਨੂੰ ਸੇਜਾ ਕਹਿੰਦੇ, ਉਹ ਤੇ ਆਰਾਮ ਕਰਦਾ ਹੈ ਤੇਰਾ ਜੀਓ। ਤੇ ਚਿੱਤ ਜਿਹੜਾ ਦੁੱਧ ਮੰਗ ਚਿੱਟੀਆਂ ਸੁੰਦਰ ਸੇਜਾਂ ਨੂੰ ਵੇਖ ਕੇ ਬਿਕਸ ਹੈ, ਬੜਾ ਪ੍ਰਸੰਨ ਹੁੰਦਾ ਹੈ। ਤੇ ਅਥਵਾ ਇਸੇ ਪ੍ਰਕਾਰ ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੇਰੀ ਅੰਤਸ਼ਕਰ ਰੂਪੀ ਸੇਜਾ ਸੁਖਾਲੀ ਸੁੱਖਾਂ ਵਾਲੀ ਬਣੀ ਹੋਈ ਹੈ, ਤੇਰਾ ਚਿੱਤ ਵੀ ਸ਼ਾਂਤੀ ਰੂਪ ਗੁਣਾਂ ਦੇ ਸਹਿਤ ਹੋਣ ਕਰਕੇ ਪ੍ਰਸੰਨ ਹੁੰਦਾ ਹੈ।
ਸੋ ਸਿਮਰਨ ਤੂੰ ਅਨੰਦਿਨ ਪੀਓ। ਉਸ ਸਿਮਰਨ ਰੂਪ ਅੰਮ੍ਰਿਤ ਨੂੰ ਰਾਤ ਦਿਨ ਪੀਓ ਪੀਣਾ ਕਰ। ਜਿਹ ਸਿਮਰਨ ਤੇਰੀ ਜਾਏ ਬਲਾਏ, ਜਿਸ ਪਰਮੇਸ਼ਰ ਦੇ ਸਿਮਰਨ ਭਜਨ ਕਰਕੇ ਤੇਰੀ ਅਵਿਦਿਆ ਰੂਪੀ ਬਲਾ ਚਲੀ ਜਾਏਗੀ। ਜਿਹ ਸਿਮਰਨ ਤੁਝ ਪੋਹੈ ਨਾ ਮਾਏ, ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੁਝ ਤੈਨੂੰ ਮਾਇਆ ਪੋਹੈ ਪੋ ਨਹੀਂ ਸਕੇਗੀ, ਸਪਰਸ਼ ਨਹੀਂ ਕਰ ਸਕਦੀ। ਤੋ ਇਸ ਕਰਕੇ ਮਾਏ ਹੈ ਭਾਈ ਤੈਨੂੰ ਕਾਲ ਵੀ ਪੋ ਨਹੀਂ ਸਕਿਆ। ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਇਹ ਤੇਰੀ ਅਵਸਥਾ ਹੋ ਜਾਏਗੀ। ਸਿਮਰ ਸਿਮਰ ਹਰ ਹਰ ਮਨ ਗਾਈਐ, ਇਹ ਭਾਈ ਸਿਮਰਨ ਯੋਗ ਹਰ ਹਰੀ, ਹਰ ਪਰਮੇਸ਼ਰ ਦਾ ਸਿਮਰਨ ਮਨ ਚਿੱਤ ਲਾ ਕੇ ਬਾਣੀ ਦੁਆਰਾ ਗਾਈਐ, ਗਾਉਣਾ ਕਰ। ਇਹੋ ਸਿਮਰਨ ਸਤਿਗੁਰ ਤੇ ਪਾਈਐ। ਕਹਿੰਦੇ ਇਹ ਸਿਮਰਨ ਕਿੱਥੋਂ ਪ੍ਰਾਪਤ ਹੁੰਦਾ ਹੈ? ਪ੍ਰਭੂ ਦਾ ਸਿਮਰਨ ਭਜਨ ਪੂਰੇ ਸਤਿਗੁਰਾਂ ਤੋਂ ਹੀ ਪਾਈਐ, ਪਾਉਣਾ ਕਰੀਦਾ ਹੈ। ਸਦਾ ਸਦਾ ਸਿਮਰ ਦਿਨ ਰਾਤ, ਸਦਾ ਸਦਾ ਸਿਮਰ ਦਿਨ ਰਾਤ। हे ਭਾਈ ਸਦਾ ਹਮੇਸ਼ਾ ਰਹਿਣ ਵਾਲੇ ਪਰਮੇਸ਼ਰ ਦਾ ਸਦਾ ਹਮੇਸ਼ਾ ਦਿਨ ਰਾਤ ਸਿਮਰਨ ਕਰ। ਸਦਾ ਸਦਾ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਏਗਾ। ਇਸ ਕਰਕੇ ਉਠਤ ਬੈਠਤ ਸਾਸ ਗਿਰਾਸ, ਉੱਠਦਿਆਂ ਬੈਠਦਿਆਂ ਸਾਸ ਸਵਾਸ ਬਾਹਰ ਨੂੰ ਨਿਕਲਦਿਆਂ, ਗਿਰਾਸ ਗਰਾਹੀ ਦੇ ਨਾਲ ਭੋਜਨ ਖਾਂਦਿਆਂ ਜਾਂ ਸਵਾਸ ਅੰਦਰ ਨੂੰ ਖਿੱਚਦਿਆਂ ਹਰ ਵਕਤ ਸਿਮਰਨ ਕਰ, ਕਦੇ ਭੁੱਲ ਨਾ। ਸੰਸਾਰ ਤੋਂ ਉਪਰਾਮ ਹੁੰਦਿਆਂ ਉਠਤ ਨਿਰਵਿਕਲ ਸਮਾਧੀ ਦੇ ਅੰਦਰ ਬੈਠਦ ਇਸਤਤ ਹੁੰਦਿਆਂ ਪਰਮੇਸ਼ਰ ਨੂੰ ਸਾਸ ਸਵਾਸਾਂ ਦਾ ਆਸਰਾ ਰੂਪ ਮੰਨਦਿਆਂ ਹੋਇਆਂ ਗਿਰਾਸ ਗਰਾਹੀ ਭਾਵ ਰੋਜੀ ਦੇਣ ਵਾਲਾ ਸਮਝਦਿਆਂ ਹਰ ਵਕਤ ਚੇਤੇ ਕਰਿਆ ਕਰ। ਜਾਗ ਸੋਏ ਸਿਮਰਨ ਰਸ ਭੋਗ, ਜਾਗਦਿਆਂ ਹੋਇਆਂ ਤੇ ਸੋਏ ਸੌਣ ਲੱਗਿਆ ਚਿੱਤ ਨੂੰ ਸਿਮਰਨ ਵਿੱਚ ਜੋੜ ਕੇ ਸਿਮਰਨ ਭਜਨ ਦਾ ਰਸ ਜਿਹੜਾ ਹੈ ਨਾ ਉਹ ਭੋਗ ਆਨੰਦ ਨੂੰ ਮਾਣਿਆ ਕਰ। ਅਵਿਦਿਆ ਰੂਪੀ ਨੀਂਦ ਵਿੱਚੋਂ ਜਾਗ ਕੇ ਗਿਆਨ ਅਵਸਥਾ ਵਿੱਚ ਸਿਮਰਨ ਦੇ ਰਸ ਨੂੰ ਮਾਨਣਾ ਕਰ। ਹਰ ਸਿਮਰਨ ਪਾਈਐ ਸੰਜੋਗ, ਪਰ ਹਰ ਪਰਮੇਸ਼ਰ ਦਾ ਜਿਹੜਾ ਭਜਨ ਸਿਮਰਨ ਹੈ ਇਹ ਵੀ ਪੂਰਲੇ ਪੁੰਨਾਂ ਦੇ ਪ੍ਰਤਾਪ ਕਰਕੇ ਗੁਰਾਂ ਦੀ ਸੰਗਤ ਦੇ ਸੰਜੋਗ ਮਿਲਾਪ ਕਰਕੇ ਪਾਈਦਾ। ਤੇ ਇਸ ਕਰਕੇ ਫਿਰ ਜਾਗ ਸੋਏ ਸਿਮਰਨ ਰਸ ਭੋਗ। ਹੋਰ ਜੂਨਾ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੀਆਂ ਪਈਆਂ ਨੇ, ਤੂੰ ਗਿਆਨ ਅਵਸਥਾ ਵਾਲਾ ਹੈ ਤੇ ਜਾਗਣਾ ਕਰ ਤੇ ਸਿਮਰਨ ਦਾ ਰਸ ਭੋਗਣਾ ਕਰ। ਇਸ ਕਰਕੇ ਹਰ ਸਿਮਰਨ ਪਾਈਆ ਸੰਜੋਗ। ਇਹ ਸੰਜੋਗਾਂ ਦੇ ਤੇ ਕਰਮਾਂ ਦੇ ਸੰਜੋਗਾਂ ਦੇ ਨਾਲ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਤੈਨੂੰ ਪ੍ਰਾਪਤ ਹੋਇਆ, ਇਹ ਤੋਂ ਲਾਭ ਉਠਾਉਣਾ ਕਰ। ਜਿਹ ਸਿਮਰਨ ਨਾਹੀ ਤੁਝ ਭਾਰ, ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੁਝ ਤੇਰੇ ਸਿਰ ਦੇ ਉੱਤੇ ਇਹ ਜਿਹੜੇ ਭਾਰ ਨੇ ਲੋਕ ਦੰਡ ਹੈ ਤੇ ਰਾਜ ਦੰਡ ਹੈ, ਪਿਤਰ ਦੰਡ ਹੈ, ਜਮ ਦੰਡ ਹੈ ਆਦਿ, ਇਹ ਪਾਪਾਂ ਰੂਪੀ ਬੋਝ ਤੇ ਨਹੀਂ ਹੋਵੇਗਾ ਤੈਨੂੰ ਜਿਹੜੇ ਭਾਰ ਦੇ ਹੇਠ ਤੂੰ ਦਬਿਆ ਹੋਇਆ ਹੈ। ਸੋ ਸਿਮਰਨ RAM ਨਾਮ ਆਧਾਰ, ਉਹ ਜਿਹੜਾ ਨਾ ਜੋ ਆਧਾਰ ਆਸਰਾ ਰੂਪ RAM ਪਰਮੇਸ਼ਰ ਦਾ ਨਾਮ ਹੈ, ਸੋ ਉਸ ਦੇ ਸਿਮਰਨ ਨੂੰ ਹਰ ਵਕਤ ਯਾਦ ਕਰ। ਉਸ RAM ਪਰਮੇਸ਼ਰ ਦੇ ਨਾਮ ਸਿਮਰਨ ਦਾ ਆਪਣੇ ਹਿਰਦੇ ਆਸਰਾ ਲੈਣਾ ਕਰ। ਕਹੈ ਕਬੀਰ ਜਾ ਕਾ ਨਹੀਂ ਅੰਤ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਸ ਪਰਮੇਸ਼ਰ ਦਾ ਜਾਂ ਨਾਮ ਸਿਮਰਨ ਦਾ ਅੰਤ ਅਖੀਰ ਨਹੀਂ ਪਾਇਆ ਜਾਂਦਾ। ਜਿਸ ਕੀ ਆਗੇ ਤੰਤ ਨਾ ਮੰਤ, ਉਸ ਦੇ ਅੱਗੇ ਕੋਈ ਵੀ ਤੰਤ ਤੰਤਰ ਤੇ ਮੰਤਰ ਨਹੀਂ ਚੱਲ ਸਕਦਾ। ਉਸ ਤੰਤ ਤਤ ਸਰੂਪ ਪਰਮੇਸ਼ਰ ਦੇ ਅੱਗੇ ਕਿਸੇ ਦਾ ਮੰਤ ਸਲਾਹ ਨਹੀਂ ਚੱਲ ਸਕਦੀ ਹੈ। ਉਹ ਪਰਮੇਸ਼ਰ ਐਸਾ, ਉਸ ਪਰਮੇਸ਼ਰ ਦੇ ਅੱਗੇ ਸਨਮੁਖ ਹੋਣ ਵਾਸਤੇ ਦੁਨੀਆ ਦੇ ਤੰਤਰ ਸ਼ਾਸਤਰ ਦੇ ਮੰਤਰ ਚੱਲ ਨਹੀਂ ਸਕਦੇ ਹਨ। ਨਾਮ ਦਾ ਬੜਾ ਪ੍ਰਤਾਪ ਹੈ। ਤੋ ਇਸ ਕਰਕੇ ਕਬੀਰ ਸਾਹਿਬ ਨੇ ਇੱਥੇ ਕਿਹੜਾ ਹੈ, ਕਿਉਂਕਿ ਤੰਤਰ ਹੁੰਦਾ ਕਈ ਚੀਜ਼ਾਂ ਇਕੱਠੀਆਂ ਕਰਕੇ ਬਣਾਇਆ ਜਾਂਦਾ ਹੈ ਤੇ ਮੰਤਰ ਹੈ ਜਿਹੜਾ ਉਹ ਫੂਕਾ ਮਾਰਦੇ ਆ ਪਾਣੀ ਦੇ ਉੱਤੇ ਜਾਂ ਕਈ ਹੋਰ ਵਸਤੂਆਂ ਦੇ ਉੱਤੇ। ਇਸ ਤਰ੍ਹਾਂ ਤਾਂਤਰਿਕ ਵਿਦਿਆ ਦੇ ਵਿੱਚ ਉਹਨਾਂ ਦੇ ਪ੍ਰਮਾਣ ਦਿੱਤੇ ਨੇ ਇੱਥੇ ਕਬੀਰ ਸਾਹਿਬ ਨੇ, ਔਰ ਨਾਲ ਪ੍ਰਤਾਪ ਦੱਸਿਆ ਵੀ ਉਹ ਜੰਤਰ ਮੰਤਰ ਚੱਲਦਾ ਨਹੀਂ ਹੈ। ਜਿੰਨਾ ਮਰਜੀ ਕੋਈ
ਤਾਂਤਰੀ ਹੋਵੇ। ਕਲਕੱਤੇ ਸੀ ਇੱਕ ਆਦਮਖੋਰ ਬੰਦਾ ਕਹਿੰਦੇ ਸੀ, 60 ਬੰਦਿਆਂ ਦੀ ਮੌਤ ਕੀਤੀ ਉਹਨੇ ਜਾਦੂ ਦੇ ਨਾਲ, ਔਰ ਉਹ ਤੋਂ ਡਰਦਾ ਉਹਦੇ ਨੇੜੇ ਨੂੰ ਨਹੀਂ ਸੀ ਲੰਘਦਾ ਕੋਈ। ਨਿਰਮਲਾ ਮਹਾਂਪੁਰਸ਼ ਬੰਦਗੀ ਵਾਲਾ ਇੱਕ ਦਿਨ ਉਹ ਜਦੋਂ ਉਧਰ ਨੂੰ ਤੁਰਿਆ ਜਾਵੇ ਕਹਿੰਦੇ ਸੰਤ ਜੀ ਕਿਉਂ ਇੱਧਰ ਨੂੰ ਜਾਂਦੇ ਹੋ, ਮੌਤ ਸੇੜਦੇ ਹੋ, 60 ਬੰਦੇ ਮਰ ਗਏ। ਉਹ ਕਹਿੰਦਾ ਜਿੱਥੇ 60 ਮਰ ਗਏ ਉੱਥੇ 61ਵਾਂ ਮਰ ਜੂ, ਤਾਂ ਕਿ ਦੇਖੂੰ ਜ਼ਰੂਰ ਜਾ ਕੇ। ਤੇ ਪੂਰਨ ਰਹਿਤ ਸੀ, ਕਕਾਰਾਂ ਦੇ ਵਿੱਚ ਕਦੇ ਫਰਕ ਨਹੀਂ ਸੀ, ਨਿਤਨੇਮ 'ਚ ਫਰਕ ਨਹੀਂ ਸੀ, ਜਪੀ ਤਪੀ ਸੀ ਮਹਾਤਮਾ। ਨਿਰਮਲ ਸੰਪਰਦਾ ਦੇ ਵਿੱਚ ਬੜੇ ਬੜੇ ਜਪੀ ਤਪੀ ਹੋਏ। ਜਦੋਂ ਸੰਤ ਨੇ ਦੇਖਿਆ ਕਹਿੰਦਾ ਆਓ ਜੀ ਸੰਤ ਜੀ, ਕਹਿੰਦੇ ਆ ਗਏ ਜੀ। ਕਹਿੰਦੇ ਫਿਰ ਤਮਾਸ਼ਾ ਦਿਖਾਵਾਂ ਮੈਂ ਤੈਨੂੰ, ਕਹਿੰਦੇ ਜੀ ਦਿਖਾ ਦਿਓ। ਮੈਂ ਸੁਣੇ ਵੀ ਕਈਆਂ ਨੂੰ ਦਿਖਾਏ ਲੱਗੇ, ਕਹਿੰਦੇ ਹਾਂ। ਇੱਕ ਧਾਗਾ ਫੜਾਤਾ ਉਹਨੂੰ ਕੱਚਾ, ਕਹਿੰਦਾ ਆ ਇਧਰੋਂ ਫੜ ਲੈ, ਇਧਰੋਂ ਮੈਂ ਫੜਦਾ। ਉਹ ਇਸ ਤਰੀਕੇ ਨਾਲ ਮਾਰਦਾ ਸੀ। ਉਹ ਜਦੋਂ ਮੰਤਰ ਪੜਦਾ ਸੀ ਉਹਦੇ ਵਿੱਚੋਂ ਅੱਗ ਨਿਕਲ ਕੇ ਜਿਹੜੀ ਆ ਉਹ ਜਾ ਕੇ ਉਸ ਨੂੰ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਉਹਨੂੰ ਮਾਰ ਦਿੰਦੀ ਸੀ। ਉਹਨੇ ਧਾਗਾ ਫੜ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਤਾ। ਉਹ ਜਦੋਂ ਪੜਨ ਲੱਗਿਆ ਅੱਗ ਜਿਹੜੀ ਹੈ ਅੱਧ ਦੇ ਵਿੱਚੋਂ ਵਾਪਸ ਮੁੜ ਗਈ। ਉਹਨੇ ਫਿਰ ਜ਼ੋਰ ਲਾਇਆ, ਮੁੜ ਕੇ ਆ ਕੇ ਉਸੇ ਨੂੰ ਮਾਰ ਦਿੱਤਾ ਤੇ ਉਹਦਾ ਸਿੰਘ ਦਾ ਕੁਝ ਨਹੀਂ ਫੜਿਆ। ਉਹ ਜਦੋਂ ਮਰ ਗਿਆ ਲੋਕਾਂ ਨੇ ਬੜੀ ਖੁਸ਼ੀ ਮਨਾਈ। ਇਹਨੂੰ ਫਿਰ ਮਹਾਂਪੁਰਸ਼ ਨੂੰ ਗਲ 'ਚ ਹਾਰ ਪਾ ਕੇ ਨਾ ਇਹਨੂੰ ਕਲਕੱਤੇ ਦੇ ਵਿੱਚ ਗੇੜਾ ਦਿੱਤਾ ਸੀ। ਇਸ ਦਾ ਕਹਿੰਦੇ ਵੀ ਐਡਾ ਵੱਡਾ ਇਸ ਮਹਾਤਮਾ ਨੇ ਇਹ ਰੋਗ ਵੱਢਿਆ, ਇਹ ਮਹਾਂਪੁਰਸ਼ਾਂ ਨੇ ਵੱਡਿਆਂ ਨੇ ਸੁਣਾਈ ਸੀ ਗੱਲ। ਇਸ ਕਰਕੇ ਇੱਥੇ ਕਬੀਰ ਸਾਹਿਬ ਨੇ ਜੋ ਕਿਹਾ ਇਹ ਅੱਜ ਦੀ ਗੱਲ ਪ੍ਰਤੱਖ ਵਰਤੀ ਹੋਈ ਹੈ। ਕੋਈ ਜੰਤਰ ਮੰਤਰ ਕਿਸੇ ਦਾ ਚੱਲਦਾ ਨਹੀਂ। ਨਾਮ ਦੀ ਐਡੀ ਵੱਡੀ ਬਰਕਤ ਹੈ, ਪਰ ਲੋਕਾਂ ਨੂੰ ਮੂਲ ਮੰਤਰ ਤੇ ਗੁਰ ਮੰਤਰ ਤੇ ਐਡੀਆਂ ਐਡੀਆਂ ਸ਼ੰਕਾ, ਹੈਰਾਨ ਹੋ ਜਾਂਦਾ। ਇੱਕ ਉਹ ਗੁਰਮੁਖ ਆਇਆ ਥੋੜੇ ਜਿਹੇ ਦਿਨ ਹੋ ਗਏ, ਕਹਿੰਦੀ ਸਾਡੇ ਪਿੰਡ ਉਹ ਕਹਿੰਦਾ ਵੀ ਜਿਹੜੇ ਸ਼ਬਦ ਦੇ ਨਾਲ ਮੰਤਰ ਲੱਗਦਾ ਮੈਂ ਤਾਂ ਨਹੀਂ ਪੜਦਾ। ਕਹਿੰਦਾ ਗੁਰ ਮੰਤਰ, ਇਹਦਾ ਕੀ ਮਤਲਬ? ਕਹਿੰਦਾ ਮੈਂ ਤਾਂ ਵਾਹਿਗੁਰੂ ਮੰਤਰ ਜਪਦਾ ਹੀ ਨਹੀਂ, ਵੀ ਮੰਤਰ ਲੱਗਿਆ ਨਾਲ। ਕਹਿੰਦਾ ਕੀ ਜਪਦਾ? ਕਹਿੰਦਾ ਮੈਂ ਗੁਰਪ੍ਰਸਾਦ ਤੱਕ ਜਪਦਾ। ਕਹਿੰਦਾ ਉਹਦੇ ਨਾਲ ਮੂਲ ਮੰਤਰ ਲੱਗਦਾ, ਫਿਰ ਉਹ ਵੀ ਨਾ ਜਪਿਆ ਕਰ। ਕਿੱਥੇ ਲੋਕ ਖੜੇ ਹੈ, ਆਪ ਗਏ ਔਰੂ ਖੋਏ, ਆਗ ਲਗਾਏ ਮੰਦਰ ਮੈਂ ਸੋਵੇ। ਤੇ ਇਸ ਪ੍ਰਕਾਰ ਭਾਈ ਜੰਤਰ ਮੰਤਰ ਚੱਲਦਾ ਨਹੀਂ, ਔਰ ਬਹੁਤ ਪ੍ਰਤੱਖ ਦੇਖੀਆਂ ਹੋਈਆਂ ਗੱਲਾਂ, ਔਰ ਅਨੇਕਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇਹ ਚੱਲਦੇ ਨਹੀਂ ਹੁੰਦੇ। ਇਸ ਕਰਕੇ ਨਾਮ ਦੀਆਂ ਬਰਕਤਾਂ ਦਸੀਆਂ ਇਸ ਸ਼ਬਦ ਦੇ ਅੰਦਰ। ਤੇ ਅੱਗੇ ਹੁਣ ਕਬੀਰ ਸਾਹਿਬ ਜੀ ਦਾ ਰਾਮਕਲੀ ਰਾਗ ਦੇ ਅੰਦਰ ਅੱਗੇ ਸ਼ਬਦ ਆ ਰਿਹਾ ਜੀ, ਸੁਣੋ। ਰਾਮਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ। ਬਾਣੀ ਤਾਂ ਕਬੀਰ ਸਾਹਿਬ ਜੀ ਦੀ ਉਹ ਮਹਾਰਾਜ ਸਾਹਿਬ ਜੀ ਨੇ ਸੂਚਨਾ ਦਿੱਤੀ ਹੈ, ਪਰ ਰਾਗ ਦੇ ਦੂਸਰੇ ਸੁਰਤਾਲ 'ਚ ਹੈ। ਰਾਗੀ ਸਿੰਘਾਂ ਵਾਸਤੇ ਸਹੂਲਤ ਬਖਸ਼ੀ ਹੈ। ਇਹਦੇ ਨਾਲ ਫਿਰ ਮੰਗਲ ਕਰਦੇ ਨੇ। ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਕਬੀਰ ਸਾਹਿਬ ਜੀ ਦੇ ਪਾਸ ਇੱਕ ਜੋਗੀ ਆ ਕੇ ਪੁੱਛਣ ਲੱਗਾ ਕਿ ਮੁਕਤੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਮੁਕਤੀ ਦੇ ਦੋ ਮਾਰਗ ਨੇ। ਇੱਕ ਤਾਂ ਹੈਗਾ ਹਠ ਯੋਗ, ਦੂਸਰਾ ਸਹਿਜ ਯੋਗ। ਤੇ ਇਸ ਕਰਕੇ ਇੱਕ ਤਾਂ ਹਠ ਯੋਗ ਹੋ ਗਿਆ, ਉਹ ਤੁਸੀਂ ਜਾਣਦੇ ਹੀ ਹੋ। ਦੂਸਰਾ ਸਹਿਜ ਯੋਗ, ਗਿਆਨ ਯੋਗ, ਭਗਤੀ ਯੋਗ। ਉਹਦੇ ਤਿੰਨ ਨੇ। ਭਗਤੀ ਯੋਗ ਵੀ ਹੈ, ਗਿਆਨ ਯੋਗ ਵੀ ਹੈ, ਸਹਿਜ ਯੋਗ ਵੀ ਹੈ ਉਹਦਾ ਨਾਮ। ਜੋਗੀ ਕਹਿਣ ਲੱਗੇ ਤੁਸੀਂ ਦੋਨੋਂ ਰਸਤਿਆਂ ਬਾਰੇ ਜਾਣਕਾਰੀ ਦੇ ਦਿਓ। ਕਬੀਰ ਸਾਹਿਬ ਜੀ ਕਹਿੰਦੇ ਦੱਸ, ਕਿਹੜਾ ਦੱਸਾਂ ਪਹਿਲਾਂ? ਕਹਿੰਦੇ ਜੀ ਮੈਂ ਹਠ ਯੋਗ ਧਾਰਨ ਕੀਤਾ ਹੋਇਆ, ਉਹਦੇ ਅਨੁਸਾਰ ਪਹਿਲਾਂ ਸਿੱਖਿਆ ਦਿਓ। ਕਬੀਰ ਸਾਹਿਬ ਜੀ ਫਿਰ ਹਠ ਯੋਗ ਦੀ ਸਿੱਖਿਆ ਦੇਣ ਵਾਸਤੇ ਉਚਾਰਨ ਕਰਦੇ ਹਨ ਜੇ ਬੰਦ ਚ ਬੰਧਨ ਪਾਇਆ। ਸ਼ਬਦ ਤਾਂ ਇੱਥੋਂ ਸ਼ੁਰੂ ਹੁੰਦਾ ਹੈ, ਪਰ ਇਹ ਸ਼ਬਦ ਦੇ ਅਨਮੇ ਰੀਤ ਲੱਗਣੀ ਇਹਦੇ ਚ। ਇਸ ਕਰਕੇ ਬਖਤੇ ਬਖ ਸ਼ਬਦ ਸੁਣਾਇਆ। ਬੋਲੋ ਜੇ ਬਖਤੈ ਬਖ ਸ਼ਬਦ ਸੁਨਾਇਆ। ਜਦ ਯੋਗ ਕਿਰਿਆ ਦਾ ਬਖਤੇ ਉਪਦੇਸ਼ ਦੇਣ ਵਾਲੇ ਗੁਰਾਂ ਨੇ ਜੋ ਕਿਰਿਆ ਦਾ ਸ਼ਬਦ ਉਪਦੇਸ਼ ਆਪਣੇ ਮੁਖ ਤੋਂ ਬਕ ਬੋਲ ਕੇ ਉਚਾਰਨ ਕਰਕੇ ਸੁਨਾਇਆ, ਸੁਣਾਉਣਾ ਕੀਤਾ। ਸੁਣਤੈ ਸੁਣ ਮਨ ਬਸਾਇਆ। ਤਦ ਫਿਰ ਸੁਣਤੇ ਸੁਣਨ ਵਾਲੇ ਅਧਿਕਾਰੀ ਨੇ, ਯੋਗਾ ਅਭਿਆਸ ਸਿੱਖਣ ਵਾਲੇ ਨੇ। ਉਹ ਯੋਗਾ ਅਭਿਆਸੀ ਨੇ ਸੁਣ ਸਰਵਣ ਕਰਕੇ ਮਨ
ਚਿੱਤ ਦੇ ਵਿੱਚ ਵਸਾਇਆ, ਵਸਾਉਣਾ ਕੀਤਾ। ਜੋਗ ਦੀ ਜਿਹੜੀ ਪ੍ਰਕਿਰਿਆ ਸੀ, ਕਰ ਕਰਤਾ ਉਤਰਸ ਪਾਰੰ, ਇਸ ਦੇ ਯੋਗਾਭਿਆਸੀ ਪੁਰਖ ਗੁਰਾਂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕਰ ਕਰਕੇ ਪ੍ਰਾਣਾਯਾਮ ਦਾ ਅਭਿਆਸ ਕਰਤਾ ਜਿਹੜਾ ਕਰਦਾ ਹੈ, ਕਰ ਕਰਤਾ ਫਿਰ ਇਹਦੇ ਨਾਲ ਉਤਰਸ ਪਾਰੰ, ਉਹ ਸੰਸਾਰ ਸਮੁੰਦਰ ਤੋਂ ਪਾਰੰ ਪਾਰ ਹੋ ਕੇ ਮੁਕਤ ਰੂਪ ਕਿਨਾਰੇ ਤੇ ਉਤਰ ਜਾਂਦਾ ਹੈ। ਕਹੈ ਕਬੀਰਾ ਸਾਰੰ, ਭਗਤ ਕਬੀਰ ਸਾਹਿਬ ਜੀ ਕਹੇ ਕਥਨ ਕਰਦੇ ਨੇ ਕਿ ਅਸੀਂ ਹਠ ਯੋਗ ਦਾ ਸਾਰੰਗ ਸਾਰ ਤੈਨੂੰ ਦੱਸਿਆ। ਇਹ ਪੰਕਤੀਆਂ ਅਖੀਰ ਦੇ ਚ ਆਉਣਗੀਆਂ, ਪਰ ਅਰਥ ਦੀ ਲੜੀ ਜੋੜਨ ਵਾਸਤੇ ਅਰਥ ਪਹਿਲਾਂ ਕੀਤਾ ਹੈ। ਹੁਣ ਚਲੋ ਜੀ ਸ਼ੁਰੂ ਤੋਂ। ਬੰਧ ਚ ਬੰਧਨ ਪਾਇਆ, ਜੋ ਬੰਧ ਚ ਯਾਨੀ ਪ੍ਰਾਣ ਹਨ, ਫਿਰ ਇਹਨਾਂ ਨੂੰ ਬੰਨਣਾ ਪਾਇਆ, ਭਾਵ ਰੋਕਣਾ ਕੀਤਾ। ਪ੍ਰਾਣਾਯਾਮ ਦਾ ਮਤਲਬ ਹੀ ਪ੍ਰਾਣਾਂ ਨੂੰ ਰੋਕਣਾ। ਬੰਧ ਚ ਚੇ ਪੁਨਾ ਮੂਲ ਬੰਧ, ਜਲੰਧਰ ਬੰਧ। ਮੂਲ ਬੰਧ ਦਾ ਸਾਧ ਸਮਝੀ ਤਰੀਕਾ ਇਹ ਦੇਖੋ, ਜਿੱਥੇ ਯੋਗ ਮਤ ਦੀ ਗੱਲ ਆ ਜਾਵੇ ਨਾ, ਉਹ ਜ਼ਿਆਦਾ ਔਖੀ ਲੱਗੂਗੀ ਤੁਹਾਨੂੰ, ਕਿਉਂਕਿ ਇਹ ਜੋਗੀਆਂ ਦੇ ਜਿਹੜੇ ਕਠਿਨ ਸਾਧਨ ਤੇ ਕਠਿਨ ਭਾਸ਼ਾ ਹੈ ਉਹਦੇ ਵਿੱਚ ਹੈ। ਤੇ ਮੂਲ ਬੰਧ ਕਿਹਨੂੰ ਕਹਿੰਦੇ ਹੈ? ਮੂਲ ਦੁਆਰੇ ਜਿੱਥੋਂ ਮੈਲ ਬਾਹਰ ਗੰਦਗੀ ਨਿਕਲਦੀ ਹੈ, ਉਹ ਖੱਬੇ ਜਿਹੜਾ ਅੱਡੀ ਹੈ ਉਹ ਤੇ ਲਾ ਕੇ ਅਪਾਨ ਵਾਯੂ ਨੂੰ ਰੋਕਣਾ, ਇਹਨੂੰ ਮੂਲ ਬੰਧ ਕਹਿੰਦੇ ਨੇ। ਤੇ ਜਿਹੜਾ ਜਲੰਧਰ ਬੰਧ ਹੈ, ਉਹ ਜਿੱਥੋਂ ਪਿਸ਼ਾਬ ਬਾਹਰ ਖਾਰਜ ਹੁੰਦਾ ਹੈ ਉਸ ਨੂੰ ਸਾਧ ਸੰਜੀ ਤੇ ਇਸ ਪ੍ਰਕਾਰ ਬੰਧ ਰੋਕਣਾ, ਇਹਨੂੰ ਕਹਿੰਦੇ ਜਲੰਧਰ ਬੰਧ। ਇਹ ਜੋਗੀਆਂ ਦੇ ਸ਼ਬਦ ਨੇ। ਬੰਧ ਚ ਬੰਧਨ ਪਾਇਆ, ਐਂ ਬੰਧਨ ਪਾਇਆ ਤੇ ਇਹਨੂੰ ਬੰਧ ਨੂੰ ਪਾਉਣਾ ਕੀਤਾ। ਤੇ ਫਿਰ ਜਦੋਂ ਜਿਹੜੇ 6 ਚੱਕਰ ਨੂੰ ਉਹਨਾਂ ਦੀ ਗੱਲ ਕਰਦੇ ਨੇ, ਮੁਕਤੈ ਗੁਰ ਅਨਰ ਬੁਝਾਇਆ। ਜਦੋਂ 6 ਚੱਕਰਾਂ ਤੋਂ ਮੁਕਤੇ ਛੁੱਟੇ ਹੋਏ ਜੋਗੀ ਗੁਰਾਂ ਨੇ ਪ੍ਰਾਣਾਯਾਮ ਦੁਆਰਾ ਓੰਕਾਰ ਸ਼ਬਦ ਨੂੰ ਉਚਾਰਦਿਆਂ ਹੋਇਆਂ ਅਨਲ ਨਾਮ ਪਾਉਣ ਦਾ, ਸਵਾਸਾਂ ਨੂੰ ਉਤਾਰਨਾ ਤੇ ਚੜਾਉਣਾ, ਇਹ ਸਮਝਾਉਣਾ ਕੀਤਾ ਹੈ। ਇਹ ਯੋਗ ਦੀ ਪ੍ਰਕਿਰਿਆ ਸਾਰੀ ਅੱਗੇ ਦੱਸਦੇ ਹਨ। ਜਬ ਨਾਖ ਸਿੱਖ ਇਹੋ ਮਨ ਚੀਨਾ, ਜਬ ਜਦੋਂ ਪੈਰਾਂ ਦੇ ਨਖ ਨਾਮ ਹੈ ਨੌਹਾਂ ਦਾ, ਨੌਹਾਂ ਤੇ ਲੈ ਕੇ ਸਿਰ ਦੇ ਸਿੱਖ ਚੋਟੀ ਤੱਕ, ਭਾਵ ਈੜਾ ਸੁਰ ਦੁਆਰਾ ਪ੍ਰਾਣਾਂ ਦਾ ਚੜਾਉਣਾ ਕੀਤਾ। ਈੜਾ ਕੀ ਹੈ? ਜਿਹੜਾ ਖੱਬੇ ਪਾਸੇ ਨਾਸਕਾ ਦੇ ਸੁਰਾਖ ਹੈ, ਇਹਨੂੰ ਈੜਾ ਕਹਿੰਦੇ ਹੈ, ਇਹਦਾ ਨਾਮ ਹੈ। ਪਿੰਗਲਾ ਸੁਰ ਦੁਆਰਾ, ਤੇ ਪਿੰਗਲਾ ਕਹਿੰਦੇ ਸੱਜੇ ਪਾਸੇ ਜਿਹੜਾ ਸੁਰਾਖ ਹੈ ਜਿਹਦੇ ਅਸੀਂ ਸਵਾਸ ਲੈਨੇ, ਅਸੀਂ ਪਿੰਗਲਾ ਦੁਆਰਾ ਇਹੋ ਜਿਹੜਾ ਮਨ ਦੇ ਅੰਦਰ ਜਿਹੜਾ ਗੁਰੂ ਹੈ ਨਾ ਜੋਗੀਆਂ ਦਾ, ਉਹਦੀ ਸੰਗਤ ਕਰਕੇ ਯੋਗਾਭਿਆਸ ਦੀ ਕਿਰਿਆ ਨੂੰ ਚੀਨਾ ਜਾਣਿਆ ਹੈ ਵੀ ਕਿਵੇਂ ਸਵਾਸ ਚੜਾਉਣੇ ਨੇ। ਇਹ ਵੀ ਸਾਸ ਨੇ ਉੱਤਮ ਮੱਧਮ ਕਨਿਸ਼ਟ 3 ਪ੍ਰਕਾਰ ਦਾ ਫੇਰ ਅੱਗੇ ਹੋ ਜਾਂਦਾ, ਜਿਆਦਾ ਗੱਲ ਵੱਧਦੀ ਹੈ ਵੀ ਸਵਾਸਾਂ ਨੂੰ 12 ਵਾਰ ਜਿਹੜੇ ਹੈ ਉਹ ਇੱਕ ਨਾਸਕਾ ਤੇ ਚੜਾ ਕੇ ਫਿਰ ਉਸ ਨੂੰ ਕੁੰਭਕ ਕਰਨਾ, ਠਹਿਰਾਉਣਾ, ਫਿਰ ਉਤਾਰਨਾ, ਰੇਚਕ ਕਰਨਾ। ਰੇਚਕ ਪੂਰਕ ਕੁੰਭਕ ਜਿਨ੍ਹਾਂ ਦੇ ਨਾਮ ਹਨ, ਇਹ ਯੋਗ ਦੀ ਪ੍ਰਕਿਰਿਆ ਹੈ। ਤੋ ਇਸ ਕਰਕੇ ਜਬ ਨਖ ਸਿੱਖ ਇਹੋ ਮਨ ਚੀਨਾ, ਜਦੋਂ ਨਖ ਭਾਵ ਈੜਾ ਤੇ ਸਿੱਖ ਭਾਗ ਪਿੰਗਲਾ ਦੇ ਪਿੱਛੇ ਆ ਗਿਆ ਮਨ। ਮਨ ਨਾਮ ਹੈ ਸੁਖਮਨਾ ਨਾੜੀ ਦਾ। ਇਹਨਾਂ ਦੋਨਾਂ ਦੇ ਸੰਧ ਵਿੱਚ ਹੈ। ਭੇਦ ਨੂੰ ਜਦੋਂ ਜਾਣ ਲਿਆ, ਤਬ ਅੰਤਰ ਮੱਜਨ ਕੀਨਾ, ਤੇ ਫਿਰ 10ਵੇਂ ਦੁਆਰ ਦੇ ਅੰਦਰ ਵਿੱਚ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਟਿਕਾਉਣਾ ਹੀ ਮੱਜਨ ਪੁਰਬ ਦਾ ਇਸ਼ਨਾਨ ਕੀਤਾ ਹੈ। ਉਦੋਂ ਤ੍ਰਿਕੁਟੀ ਦੇ ਵਿੱਚ ਈੜਾ ਪਿੰਗਲਾ ਤੇ ਸੁਖਮਨਾ ਰੂਪ ਤ੍ਰਿਵੇਣੀ ਵਿੱਚ ਤੇ ਪੁਰਬ ਦਾ ਇਸ਼ਨਾਨ ਹੋਇਆ। ਈੜਾ ਪਿੰਗਲਾ ਔਰ ਸੁਖਮਨਾ 3 ਵਰਸਾਂ ਇਕਠਾਈ। ਇਸ ਤਰ੍ਹਾਂ ਇਹ 3 ਇੱਕ ਥਾਂ ਤੇ ਨੇ। ਬੇਣੀ ਜਿਹਨੇ ਕਿਹਾ ਵੀ ਇੱਥੇ ਪ੍ਰਾਗ ਰਾਜ ਹੈ, ਬੇਣੀ ਸੰਗਮ ਤਾਹਾਂ ਪ੍ਰਾਗ ਮਨ ਮੱਜਨ ਕਰੈ ਤਿਥਾਈ। ਇਹ ਉਹ ਭਾਵ ਲੈ ਕੇ ਕਹਿ ਰਹੇ ਹਾਂ ਜੀ ਅੱਗੇ। ਪਵਨ ਪਤ ਉਨ ਮਨ ਰਹਿਣ ਖਰਾ, ਜੋ ਪਵਨ ਪਤ ਸਵਾਸਾਂ ਦਾ ਪਤੀ ਕੌਣ ਹੈ? ਜੀਵਾਤਮਾ। ਉਹ ਉਨਮਨੀ ਅਵਸਥਾ ਵਿੱਚ ਜਿਸ ਦਾ ਮਨ ਖਰਾ ਚੰਗਾ ਤੇ ਰਹਿਣ ਲੱਗ ਪਿਆ ਹੋਇਆ। ਹੁਣ ਇੱਥੇ ਕਠਿਨ ਤੋਂ ਕਠਿਨ ਗੱਲਾਂ ਆ ਰਹੀਆਂ ਨੇ। ਇਹ 5 ਪ੍ਰਕਾਰ ਦੀਆਂ ਜਿਹੜੀਆਂ ਅਵਸਥਾ ਨੇ, ਇਹਦੇ ਖੇਚਰੀ, ਭੂਚਰੀ, ਚਰਚਰੀ ਤੇ ਅਗੋਚਰੀ, ਉਨਮਨੀ 5ਵੀਂ ਹੈ।
ਇਹ ਅਵਸਥਾ ਨੇ। ਕਿਉਂਕਿ ਜਦੋਂ ਆਪਣਾ ਵਾਹ ਜਿਹੜੀ ਚੀਜ਼ ਨਾਲ ਨਾ ਪਵੇ, ਜਿਹੜੇ ਸ਼ਬਦਾਂ ਨਾਲ ਵਾਹ ਹੀ ਨਹੀਂ ਹੈ, ਉਹਨਾਂ ਦਾ ਗਿਆਨ ਹੀ ਨਹੀਂ ਹੈ, ਫਿਰ ਬੰਦਾ ਪਜ਼ਲ ਜਿਹਾ ਹੋ ਜਾਂਦਾ ਵੀ ਇਹ ਕੀ ਗੱਲ ਹੈ। ਇਹਨਾਂ ਨੂੰ ਖੋਲੇ ਬਿਨਾਂ ਨਹੀਂ ਪਤਾ ਲੱਗਣਾ। ਖੇਚਰੀ ਕੀ ਹੁੰਦੀ ਹੈ, ਭੂਚਰੀ ਕੀ ਹੁੰਦੀ ਹੈ, ਚਰਚਰੀ, ਗੋਚਰੀ, ਉਨਮਨੀ ਕੀ ਹੁੰਦੀਆਂ ਨੇ, ਇਹ ਇੱਕ ਇੱਕ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ। ਖੇਚਰੀ ਕਹਿੰਦੇ ਨੇ ਜੀਵ ਨੂੰ ਤਾਲੂਏ ਦੇ ਨਾਲ ਲਾ ਕੇ, ਇਹਦਾ ਵੀ ਤਰੀਕਾ ਹੈ ਇੱਕ, ਜੀਵ ਨੂੰ ਦੋਨਾਂ ਹੱਥਾਂ ਦੇ ਨਾਲ ਜਿਵੇਂ ਧਾਰ ਕੱਢੀ ਦੀ ਹੈ ਨਾ ਗਾਂ ਮੱਝ ਦੀ, ਐ ਜੀਵ ਨੂੰ ਫੜ ਕੇ ਨਾ ਮੱਖਣੀ ਲਾ ਲਾ ਕੇ ਇਸ ਤਰ੍ਹਾਂ ਇਹਦੀ ਮਾਲਿਸ਼ ਕਰਦੇ ਰਹਿੰਦੇ ਹੈ। ਔਰ ਕੁਛ ਇਹ ਵੀ ਸੁਣਨ ਵਿੱਚ ਆਇਆ ਵੀ ਜੀਵ ਨੂੰ ਤਾਹਾਂ ਚੱਕ ਕੇ ਹੇਠਾਂ ਦੇ ਬਲੇਡ ਨਾਲ ਥੋੜਾ ਜਿਹਾ ਕੱਟ ਕੇ ਇਹਨੂੰ ਜੀਵ ਨੂੰ ਲੰਮੀ ਕਰਦੇ। ਉਹ ਲੰਮੀ ਕਰ ਕਰਕੇ ਇੰਨੀ ਕਰ ਲੈਂਦੇ ਆ ਜੀਵ ਲੰਮੀ, ਜਿੰਨੀ ਸੰਘ ਦੇ ਵਿੱਚ ਉੱਪਰ 10 ਦੁਆਰ ਵਾਲੇ ਪਾਸੇ ਨੂੰ ਫਸਾ ਕੇ ਨਾ ਉੱਪਰ ਤੱਕ ਚਲੀ ਜਾਏ। ਉੱਪਰ ਫਿਰ ਕੀ ਹੈ, ਮਿੱਠੀ ਕਫ ਹੈ, ਉਹ ਪੱਖ ਦਾ ਜਿਹੜਾ ਉਹਦਾ ਆਨੰਦ ਮਾਣਦੇ ਆ ਯੋਗ। ਇਹ ਯੋਗ ਮਤ ਚ ਹੈ। ਇਹ ਇਹੋ ਜਿਹਾ ਪੁੱਠਾ ਕੰਮ ਸਾਨੂੰ ਕਰਨ ਦੀ ਲੋੜ ਨਹੀਂ ਹੈਗੀ। ਇਹ ਯੋਗੀਆਂ ਨੂੰ ਮੁਬਾਰਕ ਹੋਵੇ ਗੁਰਮਤਿ ਦੇ ਯੋਗ ਦੇ ਵਿੱਚ, ਪਰ ਇਹ ਜਾਣਕਾਰੀ ਵਾਸਤੇ ਹੈ। ਇਹ ਤਾਲੂਏ ਦੇ ਨਾਲ ਜਦੋਂ ਲੱਗ ਜਾਏ ਯੋਗ ਕਿਰਿਆ ਦੁਆਰਾ ਫਿਰ ਰਸ ਧਾਤੂ ਦਾ ਆਨੰਦ ਲੈਂਦਾ ਯੋਗੀ। ਇਹਦਾ ਫਲ ਕੀ ਹੈ, ਇਸ ਕਿਰਿਆ ਦੁਆਰਾ ਯੋਗੀ ਨੂੰ ਆਕਾਸ਼ੀ ਗਿਆਨ ਤੇ ਆਕਾਸ਼ ਵਿੱਚ ਗਮਤਾ ਹੋ ਜਾਂਦੀ ਹੈ। ਆਕਾਸ਼ ਵਿੱਚ ਤੁਰਨ ਫਿਰਨ ਦੀ ਗਮਤਾ ਹੋ ਜਾਂਦੀ ਹੈ ਤੇ ਇਹਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਫਿਰ ਉਹਦੀ ਪੂਜਾ ਹੋਣ ਲੱਗ ਜਾਂਦੀ ਹੈ ਵੀ ਬੜਾ ਕਰਾਮਾਤੀ ਹੈ, ਪਰ ਰੱਬ ਤਾਂ ਨਹੀਂ ਮਿਲਿਆ। ਇਹ ਤਾਂ ਹੋਊਗੀ ਖੇਚਰੀ। ਖੇ ਨਾਮ ਆਕਾਸ਼ ਦਾ, ਚਰੀ ਨਾਮ ਵਿਚਰਨ ਦਾ, ਆਕਾਸ਼ ਵਿੱਚ ਵਿਚਰਨ ਦੀ ਸ਼ਕਤੀ। ਦੂਸਰੀ ਭੂਚਰੀ। ਭੂਚਰੀ ਜਿਹੜਾ ਦੋਨੇ ਪ੍ਰਵੱਟੇ ਨੇ ਆਪਣੇ ਸੱਜਾ ਖੱਬਾ ਜਿਹੜੇ ਨੇਤਰਾਂ ਦੇ ਉੱਤੇ, ਇਹ ਪ੍ਰਵੱਟਿਆਂ ਦੇ ਵਿਚਾਲੇ ਨਿਗਾਹ ਟਿਕਾ ਕੇ ਦੋਨਾਂ ਪਾਸਿਆਂ ਤੋਂ ਅੱਖਾਂ ਦੀ ਨਿਗਾਹ ਨੂੰ ਇਕੱਠੀ ਕਰਕੇ ਨੱਕ ਦੀ ਕੁਰਮਲ ਤੇ ਲੈ ਆਉਣਾ। ਇਹਦੇ ਨਾਲ ਜਦੋਂ ਧਿਆਨ ਇੱਥੇ ਪਰਪੱਕ ਹੋ ਜਾਂਦਾ ਹੈ। ਤੇ ਮੈਂ ਛੋਟਾ ਜਿਹਾ ਸੀ ਜਦੋਂ ਉਹ ਮਹਾਤਮਾ ਦੱਸ ਰਹੇ ਸੀ ਵੀ ਜਦੋਂ ਭਾਈ ਤੁਸੀਂ ਗੁਰਮੰਤਰ ਦਾ ਜਾਪ ਕਰਦੇ ਹੋ ਧਿਆਨ ਕੁਰਮਲ ਤੇ ਰੱਖੋ। ਉਹ ਅਜੀਬ ਜੀ ਲੱਗੀ ਗੱਲ ਵੀ ਇੱਥੇ ਧਿਆਨ ਰੱਖਣ ਦਾ ਕੀ ਮਤਲਬ ਹੈ। ਉਹ ਫਿਰ ਅੱਗੇ ਜਦੋਂ ਪੜਨ ਦੇ ਵਿੱਚ ਇਹ ਗੱਲਾਂ ਆਈਆਂ ਤਾਂ ਪਤਾ ਲੱਗਿਆ ਵੀ ਇਹ ਕੀ ਗੱਲ ਹੈ। ਉਹਦੇ ਨਾਲ ਕੀ ਹੁੰਦਾ ਹੈ ਵੀ ਜਿਹੜਾ ਭੂਚਰੀ ਹੈ, ਧਿਆਨ ਜਦੋਂ ਪਰਪੱਕ ਹੋ ਜਾਂਦਾ ਹੈ, ਪ੍ਰਿਥਵੀ ਤੇ ਵਿਚਰਨ ਦੀ ਸ਼ਕਤੀ ਉਹਦੇ ਚ ਆ ਜਾਂਦੀ ਹੈ। ਜਿੱਧਰ ਨੂੰ ਵੀ ਜਾਊਗਾ ਲੋਕ ਸਤਿਕਾਰ ਕਰਨਗੇ। ਔਰ ਫਿਰ ਵਿਚਰਨ ਦੀ ਸ਼ਕਤੀ ਇੰਨੀ ਹੋਊਗੀ, ਦੂਰ ਗਮਨ ਕਰਨਾ, ਦੂਰ ਦੀ ਆਵਾਜ਼ ਸੁਣ ਲੈਣੀ, ਇਹ ਗੱਲਾਂ ਹੋ ਜਾਂਦੀਆਂ। ਇਹਨੂੰ ਕਹਿੰਦੇ ਭੂ ਭੂ ਨਾਮ ਪ੍ਰਿਥਵੀ ਦਾ ਚਰੀ, ਉਹਦੇ ਚ ਵਿਚਰਨ ਦੀ। ਤੇ ਅੱਗੇ ਜੋਗੀ ਦੀ ਅਵਸਥਾ ਚਰਚਰੀ। ਇਹ ਜਿਹੜੀ ਚਰਚਰੀ ਹੈ ਤ੍ਰਿਕੁਟੀ ਵਿੱਚ ਸੁਰਤ ਟਿਕਾ ਲੈਣੀ। ਇਹ ਤੁਸੀਂ ਨਿਗਾਹ ਟਿਕਾਈ ਪਹਿਲਾਂ ਤਾਂ ਕੁਰਮਲ ਦੇ ਉੱਤੇ, ਤ੍ਰਿਕੁਟੀ ਦੇ ਸੁਰਤ ਟਿਕਾ ਲੈਣੀ, ਜਿਹਦੇ ਨਾਲ ਜਲਗਮਤਾ ਦੀ ਸ਼ਕਤੀ ਆਉਂਦੀ ਹੈ। ਜਲਗਮਤਾ ਕੀ ਹੈ, ਪਾਣੀ ਦੇ ਉੱਤੇ ਤੁਰ ਸਕਦਾ ਹੈ। ਆ ਕਈ ਮਦਾਰੀ ਦੇਖਿਆ ਵਰਲਡ ਲੈਵਲ ਦੇ, ਕਈ ਪਾਣੀ ਦੇ ਉੱਤੇ ਤੁਰਿਆ ਫਿਰਦਾ ਆਰਾਮ ਨਾਲ। ਇਹ ਸਾਧਨ ਹੈ, ਕੋਈ ਰੱਬ ਨੂੰ ਤਾਂ ਨਹੀਂ ਪ੍ਰਾਪਤ ਕਰ ਸਕਦਾ ਇਹਦੇ ਨਾਲ ਜੋ ਤੁਰਨ ਲੱਗ ਗਿਆ। ਜੇ ਪਾਣੀ ਦੇ ਉੱਤੇ ਤੁਰ ਕੇ ਹੀ ਰੱਬ ਮਿਲ ਸਕਦਾ ਹੈ ਤਾਂ ਫਿਰ ਕਿੰਨੇ ਜਾਨਵਰ ਮਰਗਾ ਵੀ ਪਾਣੀ ਤੋਂ ਤੈਰਦੀ ਫਿਰਦੀ ਹੈ, ਉਹਦੇ ਨਾਲ ਕੀ ਹੋ ਗਿਆ। ਜਾਣਕਾਰੀ ਗੁਰਸਿੱਖਾਂ ਨੂੰ ਜ਼ਰੂਰ ਹੋਣੀ ਚਾਹੀਏ। ਇਹ ਸੀ ਚਰਚਰੀ। ਅਗੋਚਰੀ ਸਰੀਰ ਦੇ ਚੱਕਰਾਂ ਤੋਂ ਪਰੇ ਹੋਣਾ। 10 ਦੁਆਰ 'ਚ ਪ੍ਰਵੇਸ਼ ਕਰਨ ਦਾ ਸਮਾਂ। 10ਵੇਂ ਦੁਆਰ 'ਚ ਸੰਸਰ ਦਲ ਕਮਲ ਹੈ, ਉਹ 1000 ਪੱਤਿਆਂ ਵਾਲਾ ਕਮਲ ਹੈ। ਆ ਜਿਹੜੀ ਬੋਰਡ ਦੀ ਗੋਲ ਹੁੰਦੀ ਹੈ, ਇੰਨਾ ਕੁ ਆਕਾਰ ਹੈ ਉਹਦਾ। ਮਹਾਂਪੁਰਖ ਇਹ ਵੀ ਦੱਸਦੇ, ਕਹਿੰਦੇ ਅੰਗੁਸ਼ਟ ਧਾਰ ਵੀ ਦੇ, ਕਹਿੰਦੇ ਨੇ ਉਸ ਨੂੰ ਚੇਤਨ ਦੀ ਲਾਟ ਹੈ। ਉਹ ਅੰਗੂਠੇ ਦਾ ਅੱਧ ਹੈ, ਜਿੱਥੇ ਸਾਰਾ ਅੰਗੂਠਾ ਨਹੀਂ, ਅੱਧ ਅੰਗੂਠੇ ਦਾ, ਅਰਧ ਅੰਗੂਠਾ ਜਿਹੜਾ ਹੈ, ਇਹਨੂੰ ਅੰਗੁਸ਼ਟ ਧਾਰ ਕਹਿੰਦੇ। ਸਿਰਫ ਇੰਨਾ ਕੇ ਸਾਧ ਸੰਗਤ ਉਹਦਾ ਆਕਾਰ ਹੈ, ਚੇਤਨ ਸਰੂਪ ਹੈ ਉਹ। ਤੋ ਇਸ ਪ੍ਰਕਾਰ ਸਾਧ ਸੰਗਤ ਉਸ ਦਾ ਉਹਦਾ ਦੇਖਣਾ, ਇਹਨੂੰ ਕਹਿੰਦੇ ਅਗੋਚਰੀ। ਤੇ ਇਸ ਤੋਂ ਅੱਗੇ ਕਿ ਉਨਮਨੀ। ਉਨਮਨੀ ਕਹਿੰਦੇ 10 ਦੁਆਰ ਵਿੱਚ ਤਾਲੂਏ ਦੁਆਰਾ ਸਵਾਸਾਂ ਨੂੰ ਖਿੱਚ ਕੇ ਬ੍ਰਹਮਲੋਕ ਦੀ ਪ੍ਰਾਪਤੀ ਕਰਨੀ। 10ਵੇਂ ਦੁਆਰ ਵਿੱਚ ਚੇਤਨ ਜੋਤ ਦਾ ਮਿਲਾਪ ਕਰਨਾ ਅਤੇ ਬ੍ਰਹਮ ਰੁਦਰ ਨੂੰ ਭੰਨ ਕੇ ਬ੍ਰਹਮਲੋਕ ਦੀ ਪ੍ਰਾਪਤੀ ਕਰਨੀ। ਪ੍ਰਾਣ ਕੱਢਣੇ ਜਦੋਂ, ਉਦੋਂ ਤਾਲੂਏ ਰਾਹੀਂ ਪ੍ਰਾਣ ਕੱਢਦੇ ਨੇ, ਇਹ ਯੋਗੀ ਕਰਦੇ ਐ। ਉਹਦੇ ਸੀ ਕੱਢ ਕੇ ਬ੍ਰਹਮਲੋਕ ਚਲੇ ਜਾਂਦੇ। ਇਹ ਸੀ ਜਿਹੜੀਆਂ ਅਵਸਥਾ ਨੇ, ਖੇਚਰੀ, ਪੂਚਰੀ, ਚਰਚਰੀ, ਅਗੋਚਰੀ, ਉਨਮਨੀ। ਹੁਣ ਇੱਥੇ ਕਬੀਰ ਸਾਹਿਬ ਜੀ ਨੇ ਇੱਕ ਇਸ਼ਾਰਾ ਦੇ ਦਿੱਤਾ ਹੈ ਤੇ ਉਹਦੇ ਵਿੱਚ ਵੀ ਜਿਹੜਾ ਪਾਵਨ ਪਦ ਦੁਆਰੇ ਬੋਲ ਦੋ ਜੀ, ਉਨਮਨੀ ਸ਼ਬਦ ਆਇਆ ਸੀ ਵਿੱਚ।
ਪਵਨ ਪਤ ਉਨਮਨ ਰਹਿਣ ਖਰਾ। ਤੇ ਇਹ ਫਿਰ ਉਨਮਨ ਸ਼ਬਦ ਆ ਗਿਆ ਨਾ, ਨੰਨੇ ਨੂੰ ਸਿਹਾਰੀ ਲੱਗੀ ਹੈ, ਹਿੰਦੀ ਵਿੱਚ ਬਿਹਾਰੀ ਬਣ ਜਾਂਦਾ, ਉਨਮਨੀ ਬਣ ਗਿਆ ਇਹ ਅਰਥ ਚ। ਪਵਨ ਪਤ ਸਵਾਸਾਂ ਦਾ ਪਤੀ ਜੀਵਾਤਮਾ ਦੁਆਰੇ ਕਰ ਲੋ ਇਹ ਅਰਥ। ਉਨਮਨੀ ਅਵਸਥਾ ਵਿੱਚ ਇਹਦਾ ਮਨ ਖਰਾ ਚੰਗਾ ਰਹਿਣ ਲੱਗ ਪਿਆ। ਜੋ ਉਨਮਨੀ ਅਵਸਥਾ ਦਾ ਪਤੀ ਬ੍ਰਹਮ ਹੈ ਤੇ ਉਸ ਨੂੰ ਚੰਗਾ 10ਵੇਂ ਦਵਾਰ ਰੂਪੀ ਸਥਾਨ ਹੈ, ਉਹਦੇ ਵਿੱਚ ਇਹ ਪਵਨ ਸਵਾਸਾਂ ਨੂੰ ਰਹਿਣਾ ਇਸਤਤ ਕੀਤਾ। ਉਸ ਵਿੱਚ ਜਿਸ ਨੇ ਪਵਨ ਸਵਾਸਾਂ ਨੂੰ ਰਹਿਣ ਠਹਿਰਾਉਣਾ ਕੀਤਾ ਹੈ, ਨਹੀਂ ਮਿਰਤ ਨਾ ਜਨਮ ਜਰਾ। ਉਸ ਨੂੰ ਮਿਰਤ ਮੌਤ ਦਾ ਡਰ ਨਹੀਂ ਲੱਗਦਾ, ਨਾ ਹੀ ਜਨਮ ਦਾ ਤੇ ਨਾ ਹੀ ਬੁਢਾਪੇ ਦਾ। ਜਰਾ ਨਾ ਬੁਢਾਪੇ ਦਾ, ਨਾ ਬੁਢਾਪਾ ਨਾ ਮਿਰਤੂ। ਐਸੀ ਅਵਸਥਾ ਜੋਗਾ ਅਭਿਆਸੀ ਪੁਰਖ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ। ਨਹੀਂ ਮਿਰਤ ਨਾ ਜਨਮ ਜਰਾ। ਤੇ ਇਸ ਪ੍ਰਕਾਰ ਕੇ ਜਰਾ ਬੁਢਾਪਾ ਵੀ ਨਹੀਂ, ਜਨਮ ਵੀ ਨਹੀਂ ਹੈ। ਇਸੇ ਕਰਕੇ ਜੋਗੀਆਂ ਦੀ ਏਡੀ ਏਡੀ ਲੰਮੀ ਉਮਰ, ਆ ਹੁਣ ਵਾਲੇ ਨਾਸਤਿਕ ਬਿਰਤੀ ਦੇ ਲੋਕਾਂ ਦੀ ਤਾਂ ਹਜਮ ਨਹੀਂ ਹੋ ਸਕਦੀਆਂ ਗੱਲਾਂ। ਉਹ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਵੀ ਤ੍ਰੇਤੇ ਯੁੱਗ ਦਾ ਵੀ ਬੈਠਾ ਸੀ ਯੋਗੀ, ਅਖੇ ਗੁਰੂ ਅਰਜਨ ਦੇਵ ਜੀ ਨੇ, ਭਾਈ ਸੰਤੋਖ ਸਿੰਘ ਨੇ ਤਾਂ ਜੀ ਬੜੀਆਂ ਬੜੀਆਂ ਅਖੇ ਗੱਪਾਂ ਲਿਖੀਆਂ ਹੋਈਆਂ ਨੇ, ਬੜਾ ਬੜਾ ਝੂਠ ਲਿਖਿਆ ਹੋਇਆ, ਇਹ ਕਿਵੇਂ ਹੋ ਸਕਦਾ, ਮਿੱਟੀ 'ਚ ਰਹਿ ਹੀ ਨਹੀਂ ਸਕਦਾ ਕੋਈ। ਤ੍ਰੇਤੇ ਯੁੱਗ ਦਾ ਇਸ ਪ੍ਰਾਣਯਾਮਾਂ ਦੀ ਇਹਦੇ ਨਾਲ ਉਮਰ ਵੱਧ ਜਾਂਦੀ ਹੈ। ਇਹ ਤਾਂ ਬੜੀ ਸਿੱਧੀ ਜੀ ਗੱਲ ਹੈ। ਕਿਸੇ ਗੱਡੀ ਦੇ ਟੈਂਕੀ ਦੇ ਵਿੱਚ ਜਿੰਨਾ ਤੇਲ ਹੈ, ਜਿੰਨਾ ਚਿਰ ਗੱਡੀ ਸਟਾਰਟ ਨਹੀਂ ਕਰਦੇ ਤੇਲ ਮੁੱਕਦਾ ਹੀ ਨਹੀਂ, ਉਕਣੇ ਪਿਆ ਰਹੂਗਾ। ਤੁਸੀਂ ਮਹੀਨਾ 2 ਮਹੀਨੇ ਸਾਲ ਪਏ ਰਹਿਣ ਦੋ, ਉਕਣੇ ਪਿਆ ਰਹੂਗਾ। ਤੇਲ ਖਰਚ ਉਦੋਂ ਹੋਣਾ ਜਦੋਂ ਗੱਡੀ ਸਟਾਰਟ ਹੋਊਗੀ। ਇਸ ਕਰਕੇ ਪ੍ਰਾਣਯਾਮ ਕਰਨ ਦੇ ਨਾਲ ਇਹ ਮਸ਼ੀਨਰੀ ਖੜ ਜਾਂਦੀ ਹੈ ਸਾਰੀ। ਸਵਾਸ ਨੇ ਇਹ ਤੇਲ ਹੈ, ਸਵਾਸ ਕੱਢ ਕੇ ਲੈ ਗਿਆ 10ਵੇਂ ਦਵਾਰ ਦੇ ਵਿੱਚ ਤੇ ਸਵਾਸ ਗਏ ਰੋਕ, ਉਮਰ ਉੱਥੇ ਬ੍ਰੇਕ ਹੋ ਗਈ। ਯੁੱਗਾਂ ਤੱਕ ਦੀ ਉਮਰ ਕੀਤੀ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯੋਗੀ ਮਿਲਦਾ ਹੈ ਤੇ ਉਹਦੀ ਦੇਖੋ ਕਿੰਨੀ ਲੰਮੀ ਉਮਰ ਸੀ, 5000 ਵਰ੍ਹੇ ਦਾ ਰੱਖਿਆ ਗਿਆਨੀ ਗਿਆਨ ਸਿੰਘ ਨੇ। ਤੋ ਇਸ ਪ੍ਰਕਾਰ ਇਹ ਉਮਰ ਵੀ ਵੱਧ ਜਾਂਦੀ ਹੈ। ਤੇ ਤਾਂ ਹੀ ਮਹਾਰਾਜ ਸਾਹਿਬ ਨੇ ਉਸ ਨੂੰ ਕਿਹਾ ਸੀ ਵੀ ਠੀਕ ਹੈ, ਮੌਤ ਵੀ ਨਹੀਂ ਆਉਂਦੀ ਤੇ ਬੁਢਾਪਾ ਵੀ ਨਹੀਂ ਆਉਂਦਾ। ਕਹਿੰਦੇ ਯੋਗੀ ਵੀ ਦੱਸ, ਜੇ ਜਦੋਂ ਮਨ ਦੀ ਅਵਸਥਾ ਦੱਸੀ, ਮਹਾਰਾਜ ਹਸਪੇ ਗੁਰੂ ਅਰਜਨ ਦੇਵ ਜੀ ਸੰਤੋਖਾ ਰਿਖੀ ਕੱਢਿਆ, ਜਿਹਦੇ ਨਾਂ ਤੇ ਸੰਤੋਖ ਸਰ ਤੀਰਥ ਹੈ, ਸਰੋਵਰ ਹੈ। ਮਹਾਰਾਜ ਕਹਿੰਦੇ ਅਸੀਂ ਗੁਰਸਿੱਖ ਜੋਗੀ ਇਹੋ ਜਿਹੇ ਬਣਾਏ ਨਾ, ਜਿਹੜਾ ਆਨੰਦ ਤੈਨੂੰ ਨਹੀਂ ਨਾ, ਤੇਰੇ ਤੇ ਜੁਗਦਾ ਬੈਠਾ ਹੈ। ਆ ਬਾਬਾ ਬੁੱਢਾ ਸਾਹਿਬ ਤੇਰੇ ਨਾਲੋਂ ਅੱਗੇ ਨੇ। ਇਹ ਗੁਰਮਤਿ ਦਾ ਯੋਗ ਹੈ। ਪਰ ਇਹ ਜਾਣਕਾਰੀ ਹੈ, ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਗੁਰਮਤਿ ਯੋਗ ਕੀ ਹੈ, ਸਹਿਜ ਯੋਗ ਕੀ ਹੈ ਔਰ ਹਠ ਯੋਗ ਕੀ ਹੈ। ਤੇ ਇਸ ਪ੍ਰਕਾਰ ਹੁਣ ਅੱਗੇ ਦੱਸ ਦੇਣ, ਕਿਉਂਕਿ ਅਜੇ ਯੋਗ ਕਿਰਿਆ ਦੇ ਚੱਲ ਰਿਹਾ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ, ਉਲਟੀ ਲੈ ਸਖਤ ਸਹਾਰੰ। ਇਹਨੂੰ ਵੀ ਭਾਈ ਉਲਟੀ 3 ਅੱਖਰ ਇਕੱਠੇ ਤੇ ਲੱਲਾ ਥੋੜਾ ਜਿਹਾ ਡੈਸ਼ ਪਾ ਕੇ ਬੋਲਣਾ ਤੇ ਇਹ ਤੇ ਉਲਟੀਲੇ ਨਾ ਬਣ ਜਾਵੇ ਪਾਠ, ਵੀ ਕਹੋ ਵੀ ਅੱਖਰ ਤਾਂ ਉਹੀ ਬਣੇ। ਉਲਟੀ ਲੈ ਜਿਹੜਾ ਸ਼ਬਦ ਹੈ ਇਹਨੂੰ ਪਿਛੇਤਰ ਕਰ ਲੈਣਾ ਲੈ ਸ਼ਬਦ ਨੂੰ, ਪਰ ਅੱਖਰ ਰੱਖਣੇ ਨੇ ਇਕੱਠੇ। ਜਿਸ ਯੋਗੀ ਨੇ ਯੋਗਾ ਅਭਿਆਸ ਦੀ ਸਖਤ ਸ਼ਕਤੀ ਦੇ ਸਹਾਰਨ ਆਸਰਾ ਸਹਾਰਾ ਲੈ ਕੇ ਆਪਣੀ ਸੁਰਤ ਨੂੰ 9 ਗੋਲਕਾਂ ਜਿਹੜੀਆਂ ਨੇ ਉਹਨਾਂ ਵੱਲੋਂ ਉਲਟੀ ਲੈ ਉਲਟਾ ਕੇ 10ਵੇਂ ਦਵਾਰ ਵਿੱਚ ਚੜਾ ਲਿਆ। 9 ਦੁਆਰੇ ਪ੍ਰਗਟ ਕੀ, ਇਹਨਾਂ ਤੋਂ ਕਨੈਕਸ਼ਨ ਤੋੜ ਲਿਆ। 10ਵਾਂ ਗੁਪਤ ਰਖਾਇਆ, ਉਹ ਜਿਹੜਾ ਗੁਪਤ ਸੀ ਉੱਥੇ ਪਹੁੰਚ ਗਿਆ, ਸਵਾਸਾਂ ਨੂੰ ਚੜਾ ਲਿਆ ਉੱਥੇ। ਇਹਦੇ ਫਿਰ ਯੋਗਾ ਅਭਿਆਸ ਦੀ ਸ਼ਕਤੀ ਨਾਲ ਆਪਾਂ ਨੂੰ ਸਵਾਸਾਂ ਨੂੰ ਤੇ ਉਲਟੀ ਲੈ ਉਲਟਾ ਕਰਕੇ ਸਹਾਰੰਗ ਚੱਲਣਾ ਭਾਵ ਰੋਕਣਾ ਕੀਤਾ ਹੈ। ਪੈਸੀ ਲੈ ਗਗਨ ਮਝਾਰੰ। ਤੇ ਇਹਦਾ ਵੀ ਉਸੇ ਤਰ੍ਹਾਂ ਪੈਸੀ ਤੇ ਲੈ ਬਹੁਤਾ ਫਰਕ ਵੀ ਨਹੀਂ ਪਾਉਣਾ, ਜਿਹੜੀ ਪੈ ਸੀਲੇ ਪਾਠ ਨਾ ਬਣ ਜਾਵੇ, ਉਹਨੂੰ ਉਹਦੇ ਵਿੱਚ ਲੈ ਨੂੰ ਥੋੜਾ ਜਿਹਾ ਪਿਛੇਤਰ ਕਰਨਾ ਤੇ ਪੈਸੀ ਲੈ ਗਗਨ ਮਝਾਰੰ। ਇਹ ਪਾਠ ਦੀਆਂ ਕੁੰਡੀਆਂ ਇੱਕੋ ਤੁਕ ਦੇ ਵਿੱਚ 2 ਆ ਗਈਆਂ। ਕਹਿੰਦੇ ਇਸ ਪ੍ਰਕਾਰ ਯੋਗੀ ਦੀ ਬਿਰਤੀ ਪ੍ਰਾਣਾਯਾਮ ਦੇ ਬਲ ਦੇ ਨਾਲ ਗਗਨ 10 ਸੁੰਦਰ ਮਝਾਰ ਵਿੱਚ ਪੈਸੀ ਲੈ ਪ੍ਰਵੇਸ਼ ਹੋ ਗਈ ਹੈ। ਵਿਧਿਆਲੇ ਚੱਕਰ ਭੁੰਗਾ। ਜਿਸ ਨੇ ਭੁੰਗਮਾ ਨਾੜੀ ਦੇ ਰਾਹੀਂ ਜਿਹੜੇ ਖੱਟ ਚੱਕਰ ਨੇ, ਇਹ ਚੱਕਰ ਭੁੰਗਾ, ਤੇ ਉਹਨਾਂ ਚੱਕਰਾਂ ਨੂੰ ਭੁੰਗਾ ਕਿਉਂ ਕਿਹਾ? ਭੁੰਗਮਾ ਨਾੜੀ ਹੈ ਤੇ ਇਸ ਕਰਕੇ ਉਹ ਭੁੰਗ ਨਾਮ ਸੱਪ ਦਾ ਹੁੰਦਾ ਹੈ। ਸੱਪ ਦੀ ਤਰ੍ਹਾਂ ਬਲ ਮਾਰ ਮਾਰ ਕੇ ਚੱਲਦੀ ਹੈ
10ਵੇਂ ਦੁਆਰ ਤੱਕ ਉਹਦੇ 6 ਵਲ ਮਾਰੇ ਹੋਏ ਨੇ। ਸੱਪ ਦਾ ਇੱਕੋ ਹੀ ਕੁੰਡਲ ਮਾਰਦਾ ਨਾ, ਇਹਦੇ 6 ਕੁੰਡਲ ਮਾਰੇ ਹੋਏ ਨੇ। ਭਿਅੰਗਵਾ ਨਾੜੀ ਹੈ ਤੇ ਉਸ ਨੂੰ ਬੇਦੀ ਲਈ ਬਿੰਨਿਆ ਹੈ। ਯਾਨੀ ਮੂਲਾਧਾਰ ਚੱਕਰ ਹੈ, ਸਵੈ ਸਥਾਨ ਚੱਕਰ ਹੈ, ਮਣੀਪੂਰਵ ਚੱਕਰ ਹੈ, ਅਨਾਹਤ ਚੱਕਰ ਹੈ, ਵਿਸੁੱਧ ਚੱਕਰ ਹੈ, ਆਗਿਆ ਚੱਕਰ ਹੈ। ਇਹ 6 ਚੱਕਰ ਇਹਨਾਂ ਦਾ ਫਿਰ ਬੇਬਾ ਆ ਜਾਏਗਾ। ਤੋ ਇਸ ਕਰਕੇ ਉਹਨਾਂ ਨੇ ਫਿਰ ਐਸੇ ਜਿਹੜੇ ਚੱਕਰ ਨੇ ਉਹਨਾਂ ਨੇ ਪੇਟੀ ਵਾਲੇ ਬੋਲੋ ਜੀ, ਪੇਟੀ ਵਾਲੇ ਰਾਏ ਨਿਸੰਗਾ। ਜਦੋਂ ਇਹਨੂੰ ਬੇਦੀ ਵਾਲੇ ਬਿੰਨ ਲਿਆ, ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨੁਰਾਗੀ। ਇਹ ਪ੍ਰਮਾਣ ਦਿੱਤਾ ਹੈ। ਉਹ ਜੋਗੀ ਜਨ 10ਵੇਂ ਦੁਆਰ ਵਿੱਚ ਰਾਏ ਪ੍ਰਕਾਸ਼ ਰੂਪ ਚੇਤਨ ਦੀ ਲਾਟ ਨੂੰ ਨਿਸੰਗ ਹੋ ਕੇ ਭੇਟੀ ਵਾਲੇ ਮਿਲਿਆ। ਜਿਵੇਂ ਇਹ ਮਿਸਾਲ ਦੇ ਤੌਰ ਤੇ ਉਹ ਸਮਝ ਆ ਜਾਊਗੀ ਗੱਲ ਇਹ ਤੁਹਾਡੇ ਸਾਰਿਆਂ ਦੇ, ਵੀ ਜਿਵੇਂ ਦੀਵਾ ਜਗਦਾ ਹੈ, ਉਹਦੇ ਉੱਤੇ ਬਰਤਨ ਮੁੱਦਾ ਮਾਰਦੀ ਆਪਾਂ, ਦੀਵੇ ਦਾ ਚਾਨਣਾ ਗਾਇਬ ਹੋ ਗਿਆ। ਇਹਦਾ ਮਤਲਬ ਇਹ ਤਾਂ ਨਹੀਂ ਵੀ ਦੀਵਾ ਨਹੀਂ ਜਗਦਾ, ਦੀਵਾ ਜਗ ਰਿਹਾ ਹੈ ਲੇਕਿਨ ਚਾਨਣਾ ਸਾਨੂੰ ਨਹੀਂ ਦਿਸ ਰਿਹਾ। ਇਸ ਤਰ੍ਹਾਂ ਚੇਤਨ ਦੀ ਲਾਟ ਅੰਦਰ ਜਗ ਰਹੀ ਹੈ, ਉਹਦੇ ਉੱਤੇ ਪੜਦਾ ਹੈ। ਉਹ ਜੋਗੀ ਉਹਨੂੰ ਚੇਤਨ ਦੀ ਲਾਟ ਨੂੰ ਦੇਖ ਲੈਂਦੇ ਆ। ਇਸ ਕਰਕੇ ਫਿਰ ਉਹ ਨਿਸੰਗ ਹੋ ਕੇ ਭੇਟੀ ਲਈ ਮਿਲਿਆ, ਉਸ ਚਾਨਣੇ ਚਲੇ ਜਾਂਦੇ ਨੇ। ਅਸੀਂ ਅੰਧੇਰੇ ਵਿੱਚ ਹੈ ਸਭ ਦੇ ਅੰਦਰ ਜੋਗ ਜਗ ਰਹੀ। ਸਾਡੇ ਘਰ ਦੇ ਅੰਦਰ ਦੀਵਾ ਇਹ ਜਗ ਰਿਹਾ, ਪਰ ਉਹਦੇ ਉੱਤੇ ਪਰਦੇ ਆਏ ਹੋਏ ਨੇ, ਜਿਸ ਕਰਕੇ ਚਾਨਣਾ ਨਹੀਂ ਹੈ, ਅੰਧੇਰੇ ਵਿੱਚ ਠੋਕਰਾਂ ਖਾ ਰਹੇ। ਅੱਗੇ ਦੱਸਦੇ ਹਨ ਜੀ ਉਹ ਚੂਕੀ ਵਾਲੇ ਮੋਹ ਮੈਂ ਆਸਾ। ਉਸ ਜੋਗੀ ਜਨ ਦੇ ਅੰਦਰੋਂ ਸੰਬੰਧੀਆਂ ਜਾਂ ਰਿੱਧੀਆਂ ਸਿੱਧੀਆਂ ਦਾ ਮੋਹ ਤੇ ਮਾਇਆ ਦੀ ਮੋਹ ਰੂਪੀ ਆਸਾ ਉਮੀਦ ਚੂਕੀ ਵਾਲੇ ਚੁੱਕੀ ਜਾਂਦੀ ਹੈ। ਸੰਬੰਧੀਆਂ ਦਾ ਮੋਹ, ਪਦਾਰਥਾਂ ਦੀ ਮੈਂ ਮਮਤਾ, ਸੰਸਾਰ ਦੀ ਆਸਾ, ਮੋਹ ਰੂਪੀ ਪਦਾਰਥਾਂ ਦੀ ਆਸਾ, ਇਹ ਨਿਵਰਤ ਹੋ ਜਾਂਦੀ ਹੈ ਉਸ ਅਵਸਥਾ ਵਿੱਚ ਜਾ ਕੇ। ਸਾਸ ਕੀਨੋ ਸੂਰ ਗਿਰਾਸਾ। ਜਦੋਂ ਸਸ ਚੰਦਰਮਾ ਦੀ ਈੜਾ ਸੁਰ ਦੁਆਰਾ ਪ੍ਰਾਣਾਯਾਮ ਕੀਨੋ ਕੀਤਾ ਤੇ ਫਿਰ ਤਦੋਂ ਸੂਰ ਨਾਮ ਸੂਰਜ ਦਾ, ਸੂਰਜ ਦੀ ਪਿੰਗਲਾ ਸੁਰ ਨੂੰ ਗਰਾਸਾ, ਇਹਨੂੰ ਗਰਸ ਲਿਆ। ਭਾਵ ਕੀ ਹੈ, ਜਿਸ ਵੇਲੇ ਜੋਗੀ ਪੁਰਖ ਨੂੰ ਮਿੱਝ ਢਾਲਣ ਦੀ ਲੋੜ ਹੁੰਦੀ ਹੈ, ਇਹ ਜਿਹੜੀ ਭਿਅੰਗਵਾ ਨਾੜੀ ਹੈ ਇਹਦੇ ਵਿੱਚ ਮਿੱਝ ਭਰੀ ਹੋਈ ਹੈ, ਚਰਬੀ। ਹੁਣ ਉਹ ਚਰਬੀ ਅਤੇ ਘੀ ਦਾ ਇੱਕੋ ਹੀ ਸੰਬੰਧ ਹੈ। ਘੀ ਨੂੰ ਮਾੜਾ ਜਿਹਾ ਸੇਕ ਲਾਓ, ਪਿੰਗਲ ਜਾਂਦਾ। ਇਹ ਜਿਹੜੀ ਚਰਬੀ ਢਾਲਣ ਦਾ ਇੱਕੋ ਹੀ ਤਰੀਕਾ ਹੈ ਉਹਨਾਂ ਦਾ, ਵੀ ਜਿਹੜੀ ਸੂਰਜ ਦੀ ਸੁਰ ਹੈ ਇਹਦੇ ਰਾਹੀਂ ਪ੍ਰਾਣ ਚੜਾਉਣਗੇ ਤਾਂ ਫਿਰ ਉਹ ਮਿੱਝ ਢਲਣੀ ਸ਼ੁਰੂ ਹੋ ਜਾਂਦੀ ਹੈ। ਗਰਮੀ ਹੈ ਇਹਦੇ ਵਿੱਚ, ਮਿੱਝ ਤਾਂ ਢਲਣੀ ਸ਼ੁਰੂ ਹੋ ਜਾਂਦੀ ਹੈ, ਪਰ ਜੋਗੀ ਦੇ ਅੰਦਰ ਗਰਮੀ ਬਹੁਤ ਵੱਧ ਜਾਂਦੀ ਹੈ। ਉਹ ਗਰਮੀ ਨੂੰ ਨਿਵਰਤ ਕਰਨ ਵਾਸਤੇ ਫਿਰ ਉਹ ਆਪਣੀ ਖੱਬੀ ਸੁਰ ਚਲਾਉਂਦਾ ਹੈ। ਖੱਬੀ ਸੁਰ ਦੁਆਰਾ ਇਹ ਚੰਦਰਮਾ ਦੀ ਹੋਣ ਕਰਕੇ ਠੰਡ ਪ੍ਰਤੀਤ ਹੁੰਦੀ ਹੈ। ਬੜੀ ਸੌਖਾ ਜਿਹਾ ਤਰੀਕਾ ਹੈ। ਇਹਦੇ ਵਿੱਚ ਜਿੱਦਣ ਤੁਹਾਨੂੰ ਲੱਗੇ ਵੀ ਬਹੁਤ ਘਬਰਾਹਟ ਹੋ ਰਹੀ ਹੈ, ਨੀਂਦ ਨਹੀਂ ਆਉਂਦੀ, ਬੇਚੈਨੀ ਹੋ ਗਈ, ਤਾਂ ਉਸ ਵੇਲੇ ਤੁਸੀਂ ਜੇ ਤਾਂ ਇਹਦੇ ਵਿੱਚ ਸੱਜੇ ਔਰ ਖੱਬੇ ਦੋਨੇ ਆਪਣੇ, ਇੱਕ ਤਾਂ ਲੰਮਾ ਸਿੱਧਾ ਪਿਆ ਆਕਾਸ਼ ਵੱਲ ਨੂੰ ਮੂੰਹ ਹੈ ਆਪਣਾ, ਉਸ ਤਰ੍ਹਾਂ ਨਹੀਂ, ਤੇ ਜਿਸ ਵੇਲੇ ਤੁਸੀਂ ਸੱਜੇ ਪਾਸੇ ਨੂੰ ਕਰਵਟ ਲਾਓਗੇ ਐਨ ਟੇਢਾ ਇਸ ਤਰ੍ਹਾਂ ਹੋ ਜਾਓਗੇ। ਘੜੀ ਦੇਖ ਲਿਓ, 5 ਮਿੰਟ ਤੋਂ ਬਾਅਦ ਤੁਹਾਡੀ ਆਹ ਸੁਰ ਚੱਲਣ ਲੱਗ ਜਾਊਗੀ ਖੱਬੀ, ਇਹਦੇ ਸੀ ਸਵਾਸ ਆਉਣ ਲੱਗ ਜਾਣਗੇ ਤੁਹਾਨੂੰ। ਉਸੇ ਪੋਜੀਸ਼ਨ 'ਚ ਪਏ ਰਹੋ ਤੁਸੀਂ। ਅੰਦਰ ਚੰਦਰਮਾ ਦੀ ਸੁਰ ਚੱਲਣ ਕਰਕੇ ਠੰਡ ਅੰਦਰ ਮਹਿਸੂਸ ਹੋਣ ਲੱਗ ਜਾਂਦੀ। ਜਦੋਂ ਦੇਖਿਆ ਵੀ ਬੜੀ ਜੀ ਮੈਨੂੰ ਗਰਮੀ ਵਧੀ ਹੋਈ ਆ, ਤੜਫ ਰਿਹਾ ਕੋਈ ਬੰਦਾ, ਜਾਂ ਬਲੱਡ ਪ੍ਰੈਸ਼ਰ ਹੋਇਆ ਹੋਇਆ, ਉਸ ਵੇਲੇ ਤੁਸੀਂ ਇਸ ਪਾਸੇ ਨੂੰ ਆਪਣੀ ਸੁਰ ਆਪ ਚਲਾ ਸਕਦੇ ਹੋ। ਕਿਸੇ ਯੋਗਾ ਅਭਿਆਸੀ ਕੋਲ ਜਾਣ ਦੀ ਵੀ ਲੋੜ ਨਹੀਂ ਹੈ। ਉਧਰ ਤਾਂ ਹੋਈ ਹੈ ਘਬਰਾਹਟ, ਬਲੱਡ ਪ੍ਰੈਸ਼ਰ ਵਧਿਆ ਤੇ ਪੈ ਗਏ ਖੱਬੇ ਪਾਸੇ ਨੂੰ ਤੇ ਬਲੱਡ ਪ੍ਰੈਸ਼ਰ ਹੋਰ ਤੇਜ਼ ਹੋ ਜਾਣੇ, ਕਿਉਂਕਿ ਸੁਰ ਜਿਹੜੀ ਹੈ ਇਹ ਚੱਲ ਪਈ ਸੂਰਜ ਵਾਲੀ ਤੇ ਗਰਮੈਸ਼ ਹੋਰ ਵੱਧ ਗਈ। ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਜੇ ਗੁਰਬਾਣੀ 'ਚ ਆਈਆਂ ਨੇ ਤਾਂ ਆਖਿਰ ਕੋਈ ਅਰਥ ਹੈ ਇਹਨਾਂ ਦਾ, ਪਰ ਇਹ ਯੋਗ ਮਤ ਦੇ ਵਿੱਚ ਹੈ। ਤੇ ਯੋਗ ਮਤ ਦੇ ਵਿੱਚ ਸਸ ਕੀਨੋ ਸੂਰ ਗਿਰਾਸਾ, ਚੰਦਰਮਾ ਦੀ ਫਿਰ ਈੜਾ ਸੁਰ ਦੁਆਰਾ ਪ੍ਰਾਣਾਯਾਮ ਕੀਨੋ ਕੀਤਾ ਤਾਂ ਸੂਰਜ ਦੀ ਪਿੰਗਲਾ ਸੁਰ ਨੂੰ ਗਰਾਸਾ ਗਰਸ ਲਿਆ। ਤੇ ਭਾਵ ਕਿ ਜਦੋਂ ਜੋਗੀ ਪੁਰਖ ਨੂੰ ਮਿੱਝ ਢਾਲਣ ਦੀ ਲੋੜ ਸੀ ਉਦੋਂ ਐਸਾ ਕੀਤਾ, ਪਿੰਗਲਾ ਸੁਰ ਦੁਆਰਾ ਮਿੱਝ ਢਲ ਲਈ। ਪਰ ਜਦੋਂ ਮਿੱਝ ਢਲ ਜਾਂਦੀ ਹੈ, 10ਵੇਂ ਦੁਆਰ ਵਿੱਚ ਪਹੁੰਚ ਜਾਂਦਾ ਹੈ, ਫਿਰ ਚੰਦਰਮਾ ਦੀ ਈੜਾ ਸੁਰ ਦੁਆਰਾ ਸੂਰਜ ਦੀ ਪਿੰਗਲਾ ਸੁਰ ਨੂੰ ਗਰਸ ਲੈਂਦਾ, ਭਾਵ ਛੱਡ ਦਿੰਦਾ ਉਸ ਨੂੰ, ਫਿਰ ਠੰਡ ਦੀ ਲੋੜ ਹੈ। ਇਹ ਯੋਗ ਅਭਿਆਸ ਦੀਆਂ ਗੱਲਾਂ ਹੈ ਜੇ। ਜਬ ਕੁੰਭਕ ਭਰਪੁਰ ਲੀਣਾ। ਜਦੋਂ ਸੁਖਨਾ ਨਾੜੀ ਕੁੰਭਕ ਘੜੇ ਵਿੱਚ 10ਵੇਂ ਦੁਆਰ ਪ੍ਰਾਣਾਯਾਮ
ਦਾ ਬਲ ਭਰਪੂਰ ਪਰਿਪੂਰਨ ਵਿਆਪਕ ਜਾਣ ਕੇ ਲੀਨ ਹੋ ਗਿਆ। ਤਹਿ ਬਾਜੇ ਅਨਹਦ ਬੀਣਾ। ਤੇ ਉਸ ਵੇਲੇ ਜਦੋਂ ਸੁਖਮਨਾਂ ਵਿੱਚ ਭਰਪੂਰ ਪ੍ਰਾਣਾਯਾਮ ਦੁਆਰਾ ਸਵਾਸਾਂ ਦਾ ਉਹਦੇ ਚ ਲੀਨ ਕਰ ਲਿਆ ਨਾ, ਫਿਰ ਉਦੋਂ 10ਵੇਂ ਦੁਆਰ ਵਿੱਚ ਅਨਹਦ ਹੱਦ ਤੋਂ ਰਹਿਤ ਇੱਕ ਰਸ ਬੀਣਾ ਸੁੰਦਰ ਤੰਤੀ ਆਦ ਬਾਜੇ ਵੱਜਦੇ। ਇਹ 5 ਕਿਸਮ ਦੇ ਨੇ ਜਿਹੜੇ ਇਹਨਾਂ ਬਾਜਿਆਂ ਦੀ ਆਵਾਜ਼ ਹੈ, 5 ਕਿਸਮ ਦੇ ਬਾਹਰ ਦੇ ਬਾਜਿਆਂ ਵਾਲੀ। ਤੰਤੀ ਵਿਚਰਮ ਕਾ ਕਨ ਕਨ ਸੀ ਕੋ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾ ਸੁਖਰ ਪਹਿਚਾਨ। ਇਹ 5 ਦੇ ਬਾਜੇ 5 ਸਭ ਤਿਤ ਘਰ ਸੁਭਾਗ ਹੈ। ਘਰ ਸੁਭਾਗ ਹੈ ਸ਼ਬਦ ਬਾਜੇ ਕਲਾ ਤਿਤ ਕਰ ਧਾਰੀਆ। ਇਉਂ ਇਸ਼ਾਰੇ ਦਿੱਤੇ ਆ ਬਾਣੀ ਦੇ ਅੰਦਰ। ਇਸ ਪ੍ਰਕਾਰ ਉਹ ਬਾਜੇ ਵਜਾਉਂਦੇ ਹਨ, ਜੋਗੀ ਸੁਣਦਾ ਫਿਰ ਉਹਨਾਂ 'ਚ ਬੜਾ ਆਨੰਦ ਮਹਿਸੂਸ ਕਰਦਾ ਹੈ। ਜਿਵੇਂ ਘੰਡੇ ਹੇੜੀ ਦਾ ਸ਼ਬਦ ਸੁਣ ਕੇ ਮਿਰਗ ਮਸਤ ਹੋ ਜਾਂਦਾ ਹੈ, ਐ ਜੋਗੀ ਆਨੰਦ ਦੇ ਸ਼ਬਦ ਸੁਣ ਕੇ ਉਹਦੀ ਲੀਨ ਹੋ ਜਾਂਦਾ ਹੈ, ਮਨ ਨਹੀਂ ਕਿਸੇ ਪਾਸੇ ਜਾਂਦਾ। ਫਿਰ ਅੱਗੇ ਦੱਸਦੇ ਨੇ ਬਕਤੈ ਬਾਕ ਸ਼ਬਦ ਸੁਨਾਇਆ। ਬਕ ਕਥਨ ਕਰਨ ਵਾਲੇ ਬਕਤੇ ਉਪਦੇਸ਼ ਕਰਤਾ ਗੁਰੂ ਜੋਗੀ ਜਿਹੜਾ ਸੀ ਜੋਗਾਨੰਦ ਦੀ ਪ੍ਰਾਪਤੀ ਵਾਸਤੇ ਜੋਗ ਅਭਿਆਸ ਦਾ ਸ਼ਬਦ ਸੁਣਾਉਣਾ ਜਦੋਂ ਕੀਤਾ। ਸੁਣਤੈ ਸੁਣ ਮਨ ਬਸਾਇਆ। ਉਸ ਨੂੰ ਸੁਣਨ ਵਾਲੇ ਸਰੋਤੇ ਅਧਿਕਾਰੀ ਨੇ, ਭਾਵ ਯੋਗਾ ਅਭਿਆਸ ਦੀ ਸਿੱਖਿਆ ਲੈਣ ਵਾਲੇ ਅਧਿਕਾਰੀ ਨੇ, ਉਸ ਅਧਿਕਾਰੀ ਪੁਰਖ ਨੇ ਸੁਣ ਕੇ ਚਿੱਤ ਵਿੱਚ ਵਸਾ ਲਿਆ ਹੈ। ਕਰ ਕਰਤਾ ਉਤਰਸ ਪਾਰੰ। ਗੁਰੂ ਜੋਗੀ ਦੇ ਕਥਨ ਕੀਤੇ ਉਪਦੇਸ਼ ਨੂੰ ਜੋ ਪੁਰਖ ਯੋਗਾ ਅਭਿਆਸ ਕਰਨ ਵਾਲਾ ਹੋ ਕੇ ਕਰਦਾ ਹੈ, ਉਹ 9 ਗੋਲਕਾਂ ਦੇ ਵਿਸ਼ਿਆਂ ਤੋਂ ਪਾਰ ਹੋ ਜਾਂਦਾ ਹੈ। ਤੇ ਇਸ ਕਰਕੇ ਉਤਰਸ ਪਾਰੰ, ਇਹ ਤੋਂ ਪਾਰ ਹੋ ਜਾਂਦਾ ਹੈ। ਸੰਸਾਰ 9 ਗੋਲਕਾਂ ਦੇ ਰਸਾਂ 'ਚ ਫਸਿਆ ਹੋਇਆ ਹੈ ਤੇ ਉਹ 10ਵਾਂ ਜਿਹੜਾ ਗੁਪਤ ਸੀ ਉਹਦਾ ਆਨੰਦ ਲੈਂਦਾ ਹੈ। ਕਹਿ ਕਬੀਰਾ ਸਾਰੰ। ਭਗਤ ਕਬੀਰ ਜੀ ਕਥਨ ਕਰਦੇ ਨੇ, ਇਹ ਅਸੀਂ ਯੋਗ ਦਾ ਅਭਿਆਸ ਜਿਹੜਾ ਯੋਗਾ ਅਭਿਆਸ ਦਾ ਅਸਲੀ ਸਾਰੰਗ ਤੱਤ ਦੱਸਿਆ ਹੈ। ਇਸ ਤਰੀਕੇ ਨਾਲ ਯੋਗਾ ਅਭਿਆਸੀ 10ਵੇਂ ਦੁਆਰੇ ਪ੍ਰਾਣ ਚੜਾ ਸਕਦਾ ਹੈ। ਇਹ ਯੋਗਾ ਅਭਿਆਸ ਦੀ ਗੱਲ ਦੱਸੀ ਹੈ। ਹੁਣ ਇਸ ਨੂੰ ਸਾਧ ਸੰਜੀ ਆਪਾਂ ਗੁਰਸਿੱਖਾਂ ਨੂੰ ਤਾਂ ਇਹਦੇ 'ਚ ਕੁਛ ਨਾ ਲੱਭਿਆ, ਆਪਾਂ ਕਿਹੜਾ ਯੋਗਾ ਅਭਿਆਸ ਕਰਨਾ ਵੀ ਸਾਡੇ ਕੰਮ ਦੀ ਤਾਂ ਇੰਨੀ ਗੱਲ ਵੀ ਜਾਣਕਾਰੀ ਹੋ ਗਈ ਸਾਨੂੰ। ਹੁਣ ਆਓ ਇਹਦਾ ਜਿਹੜਾ ਨਾ ਗੁਰਮਤਿ ਯੋਗ ਹੈ ਜਿਹੜਾ, ਹੁਣ ਉਹ ਸੁਣੋ, ਇਹਨੂੰ ਪ੍ਰਮਾਣ ਸਮਝ ਲੈਣਾ ਜਿਹੜਾ ਆਪਾਂ ਹੁਣ ਤੱਕ ਕਰਿਆ। ਇਹਦੇ ਉਹਦਾ ਅੰਤਰੀ ਭਾਵ ਦੇ ਵਿੱਚ ਇਹਦਾ ਸਾਸੀ ਅਰਥ ਜਿਹੜਾ ਇਹਦਾ ਫਿਰ ਤੇ ਉਸੇ ਤਰ੍ਹਾਂ 99 ਰੀਤ ਦੇ ਅਨੁਸਾਰ ਇਹ ਅਰਥ ਹੋਊਗਾ ਵੀ ਪਿਛਲੀਆਂ ਤੁਕਾਂ ਨੂੰ ਜਿਹੜਾ ਆਪਾਂ ਪਹਿਲਾਂ ਭਾਈ ਉਚਾਰਨ ਕਰਨਾ, ਇਸ ਕਰਕੇ ਦੁਬਾਰੇ ਫਿਰ ਉਹ ਪਿਛਲੀਆਂ ਤੁਕਾਂ ਦੁਬਾਰੇ ਬੋਲੋ। ਤੇ ਕਿਉਂਕਿ ਹੁਣ ਗਿਆਨ ਯੋਗ ਹੈ ਉਹਨੂੰ ਕਸਰ ਕਰਦੇ 99 ਰੀਤ ਅਨੁਸਾਰ। ਬਕਤੈ ਬਾਕ ਸ਼ਬਦ ਸੁਨਾਇਆ। ਜਦੋਂ ਭਗਤੇ ਉਪਦੇਸ਼ ਕਰਤਾ ਬ੍ਰਹਮ ਸਰੋਤੀ ਬ੍ਰਹਮਨੇਸ਼ਤੀ ਪੂਰਨ ਸਤਿਗੁਰੂ, ਤੇ ਉਹ ਸਤਿਗੁਰੂ ਜੀ ਨੇ ਉਹਨਾਂ ਨੇ ਜਦੋਂ ਤਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਸਤ ਨਿਰਤ ਬੂਝੈ ਜੇ ਕੋਏ, ਉਹ ਸ਼ਬਦ ਉਪਦੇਸ਼ ਬਕ ਉਚਾਰਨ ਕਰਕੇ ਸੁਣਾਉਣਾ ਕੀਤਾ ਹੈ। ਸੁਣਤੈ ਸੁਣ ਮਨ ਬਸਾਇਆ। ਸੁਣਨ ਵਾਲੇ ਜਿਗਿਆਸੂ ਗੁਰਸਿੱਖ ਨੇ, ਸਰੋਤੇ ਨੇ, ਬੈਰਾਗ ਵਿਵੇਕ ਖਟ ਸੰਪਤੀ ਆਦ ਸਾਧਨਾ ਸੰਯੁਕਤ ਸਰਵਣ ਕਰਕੇ ਮਨ ਵਿੱਚ ਵਸਾ ਲਿਆ ਹੈ। ਬੰਧ ਚ ਬੰਧਨ ਪਾਇਆ। ਤੇ ਫਿਰ ਚੇ ਨਾਮ ਹੈ ਪੁਨਾ ਕਹਿੰਦੇ ਨੇ, ਬੰਧ ਚ ਚੱਚਾ ਲੱਗ ਕੀਤਾ, ਚੇ ਪੁਨਾ ਜਿਹੜੇ ਬੰਧਨ ਪਾਉਣ ਵਾਲੇ ਕੀ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇੱਥੇ ਵੀ ਜਲੰਧਰ ਬੰਧ ਦੀ ਜਾਂ ਮੂਲ ਬੰਧ ਦੀ ਲੋੜ ਨਹੀਂ, ਐਸੇ ਬੰਧਨ ਕੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਜਿਹੜੇ ਵਿਕਾਰ ਸਨ ਇਹਨਾਂ ਸਾਰਿਆਂ ਨੂੰ ਗੁਰੂ ਉਪਦੇਸ਼ ਦੁਆਰਾ ਸਮਦਮ ਸਾਧਨਾ ਦੇ ਰਸਿਆਂ ਦੁਆਰਾ ਬੰਧਨ ਬੰਨ ਲਿਆ, ਰੋਕ ਲਿਆ, ਰੋਕ ਪਾਉਣਾ ਕੀਤਾ ਹੈ। ਮੁਕਤੈ ਗੁਰ ਅਨਰ ਬੁਝਾਇਆ। ਇਉਂ ਮੁਕਤੇ ਮੁਕਤ ਰੂਪ ਕਰਤਾ ਭੁਗਤਾ ਦੇ ਬੰਧਨਾਂ ਤੋਂ ਮੁਕਤ ਗੁਰਾਂ ਨੇ ਅਨਲ ਭਾਵ ਮੰਦ ਵਾਸ਼ਨਾ ਨੂੰ ਰੋਕਣ ਵਾਲਾ ਉਪਦੇਸ਼ ਬੁਝਾ ਸਮਝਾ ਦਿੱਤਾ। ਤ੍ਰਿਸ਼ਨਾ ਰੂਪੀ ਅਨਲ ਅਗ ਨੂੰ ਨਾਮ ਅੰਮ੍ਰਿਤ ਦੀ ਵਰਖਾ ਕਰਕੇ ਬੁਝਾ ਨਿਵਰਤ ਕਰ ਲਿਆ ਹੈ। ਜਬ ਨਾਖ ਸਿੱਖ ਇਹੋ ਮਨ ਚੀਨਾ। ਜਿਹੜੇ ਪੈਰ ਨੇ, ਜਦੋਂ ਪੈਰ ਦੇ ਨਖ ਨਾਹਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਹ ਚੰਚਲ ਮਨ ਨੂੰ ਗੁਰੂ ਉਪਦੇਸ਼ ਦੁਆਰਾ ਰੋਮ ਰੋਮ ਵਿੱਚ ਨਾਮ ਜਪ ਕੇ ਇਕਾਗਰ ਕਰਨਾ ਜਾਣਿਆ। ਕਿਉਂਕਿ ਤੇ ਇਸ ਪ੍ਰਕਾਰ ਜਿਹੜਾ ਨਾ ਉਹ ਚੇਤਨ ਸਾਰੀ ਜਗ੍ਹਾ ਹੈ, ਉਹ ਜਦੋਂ ਇਕਾਗਰ ਚਿਤ ਹੋ ਕਰਕੇ ਨਾਮ ਜਪੇ ਫਿਰ ਸਾਰੀ ਜਗ੍ਹਾ ਹੀ ਨਾਮ ਦਾ ਅਸਰ ਹੁੰਦਾ ਹੈ।
ਅੱਗੇ ਦੱਸਦੇ ਹਨ ਤਬ ਅੰਤਰ ਮੱਜਨ ਕੀਨਾ। ਤਾਂ ਅੰਤਸਕਰਨ ਦੇ ਅੰਦਰ ਆਤਮਾ ਰੂਪੀ ਤੀਰਥ ਹੈ। ਸਰਵਣ ਮੰਨਣ ਅਧਿਆਸਨ ਕਰਨ ਰੂਪ ਪੁਰਬ ਦਾ ਇਸ਼ਨਾਨ ਕੀਤਾ। ਪਵਨ ਪਤ ਉਨਮਨ ਰਹਿਨ ਖਰਾ। ਜੋ ਸਵਾਸਾਂ ਦਾ ਪਤੀ ਜੀਵਾਤਮਾ ਹੈ ਉਹ ਉਨਮਨ ਤੁਰਿਆ ਪਦ ਅਵਸਥਾ ਵਿੱਚ ਚੰਗੀ ਤਰ੍ਹਾਂ ਰਹਿਣ ਲੱਗ ਪਿਆ। ਖਰਾ ਸ੍ਰੇਸ਼ਟ ਫਿਰ ਉਪਦੇਸ਼ ਦਾ ਧਾਰਨ ਕਰਕੇ ਤੁਰਿਆ ਅਵਸਥਾ ਵਿੱਚ ਰਹਿਣ ਲੱਗ ਗਿਆ ਹੈ। ਨਹੀਂ ਮਿਰਤ ਨਾ ਜਨਮ ਜਰਾ। ਉਸ ਅਵਸਥਾ ਵਿੱਚ ਨਾ ਹੀ ਮਿਰਤ ਮੌਤ ਹੈ, ਨਾ ਹੀ ਜੰਮਣਾ ਹੈ, ਨਾ ਮਰਨਾ ਹੈ, ਨਾ ਬਾਲ ਜਵਾਨੀ ਜਰਾ ਬਿਰਧ ਅਵਸਥਾ ਹੈ, ਕੁਝ ਵੀ ਨਹੀਂ ਹੈ। ਤੇ ਇਸ ਕਰਕੇ ਫਿਰ ਇਹ ਪਰਣਵਾਦ ਜਿਹੜਾ ਭਾਵ ਹੈ ਕਿ ਇਹ ਪਰਣਵਾਦ ਨੂੰ ਪ੍ਰਾਪਤ ਹੋਣ ਵਾਲੀਆਂ ਨਹੀਂ ਹਨ। ਫਿਰ ਇਹ ਅਵਸਥਾ ਜਿਹੜੀ ਹੈ ਜਿਵੇਂ ਦੇਹ ਪਰਮਵਾਦ ਨੂੰ ਪ੍ਰਾਪਤ ਹੁੰਦੀ ਹੈ, ਬਾਲਪਨ ਦੇ ਵਿੱਚ ਹੋਰ ਤਰ੍ਹਾਂ ਦੀ, ਜਵਾਨੀ 'ਚ ਹੋਰ ਤਰ੍ਹਾਂ ਦੀ, ਬੁਢਾਪੇ 'ਚ ਹੋਰ ਤਰ੍ਹਾਂ ਦੀ, ਮੌਤ ਤੋਂ ਬਾਅਦ ਖਤਮ ਹੋ ਜਾਂਦੀ ਹੈ। ਇਹ ਪਰਣਵਾਦ ਹੈ। ਜਰਾ ਜੜਤਾ ਆਦ ਵੀ ਨਹੀਂ ਰਹਿੰਦੀ ਹੈ। ਫਿਰ ਰਹਾਉ ਅਸਥਾਈ ਦੇ ਕੇ ਫਰਮਾਉਂਦੇ ਹੈ ਉਲਟੀ ਲੈ ਸਖਤ ਸਹਾਰੰ। ਜਿਸ ਨੇ ਨਾਮ ਦਾ ਅਭਿਆਸ ਕੀਤਾ ਨਾ, ਉਹ ਨਾਮ ਦੀ ਅਭਿਆਸ ਦੀ ਸ਼ਕਤੀ ਕਰਕੇ ਇਹ ਸ਼ਕਤੀ ਦਾ ਸਹਾਰਾ ਲੈ ਲਿਆ ਹੈ ਤੇ ਆਪਣੇ ਚਿੱਤ ਦੀ ਸੰਸਾਰਾਕਾਰ ਬਿਰਤੀ ਉਲਟਾ ਕੇ ਬਰਮਾਕਾਰ ਬਣਾ ਲਈ ਹੈ। ਜਾਂ ਨਾਮ ਅਭਿਆਸ ਦੇ ਸਹਾਰੇ ਬਿਰਤੀ ਸ਼ਕਤ ਮਾਇਆ ਵੱਲੋਂ ਉਲਟਾ ਕੇ ਬਰਮਾਕਾਰ ਬਣਾ ਲਈ ਹੈ। ਪੈਸੀ ਲੈ ਗਗਨ ਮਝਾਰੰ। ਉਸ ਦੀ ਬਿਰਤੀ ਬਰਮਾਕਾਰ ਹੋ ਕੇ ਚਿਦਾਕਾਸ਼ ਬ੍ਰਹਮ ਦੇ ਵਿੱਚ ਅਭੇਦ ਹੋਣ ਰੂਪ ਪ੍ਰਵੇਸ਼ ਹੋ ਗਈ। ਇਸ ਪ੍ਰਕਾਰ ਇਹ ਅਵਸਥਾ ਜਦੋਂ ਹੋ ਗਏ ਬੇਦੀਲੇ ਚੱਕਰ ਭੁੰਗਾ। 6 ਚੱਕਰਾਂ ਦੀ ਨਿਆਈ, 5 ਗਿਆਨ ਇੰਦਰੇ, 6ਵਾਂ ਮਨ, ਕਾਲ ਰੂਪੀ ਭਿਅੰਗਾ ਸੱਪ ਆਦ ਤੇ ਇਹਨਾਂ ਨੂੰ ਫਿਰ ਪ੍ਰੇਮ ਰੂਪੀ ਤੀਰ ਦੇ ਨਾਲ ਬੇਦੀਲੇ ਬਿੰਨ ਲਿਆ। ਇਹਨਾਂ ਨੂੰ ਭੇਟੀ ਵਾਲੇ ਰਾਏ ਨਿਸੰਗਾ। ਭੇਟੀ ਵਾਲੇ ਰਾਏ ਨਿਸੰਗਾ। ਰਾਏ ਪ੍ਰਕਾਸ਼ ਰੂਪ ਬ੍ਰਹਮ ਦੇ ਵਿੱਚ ਨਿਸੰਗਾ ਸੰਕਾ ਤੋਂ ਰਹਿਤ ਹੋ ਕੇ ਭੇਟੀਏ ਦੇ ਮਿਲ ਗਏ। ਇਹ ਜਿਹੜਾ ਸਾਧ ਸੰਗੀਤ ਜੋ ਵਰਤਲਾ ਕਾਲ ਦਾ ਚੱਕਰ ਹੈ ਨਾ, ਜਿਹੜਾ ਇਹ ਚੱਕਰ ਸੀ ਭਾਵ ਭੂਤ ਕਾਲ ਭਵਿੱਖ ਕਾਲ ਵਰਤਮਾਨ ਸੀ, ਇਹ ਸੱਪ ਦੀ ਨੇ ਕੁੰਡਲ ਮਾਰੀ ਬੈਠਾ ਸੀ, ਜਿਸ ਦੀ ਜਾਗਰਤ ਸੁਪਨ ਸੁਕੋਵਤ ਆਦ ਅਵਸਥਾ ਸੀ। ਭਾਵ ਅਵਿਦਿਆ ਦੇ ਪ੍ਰਤਾਪ ਕਰਕੇ ਤਿੰਨੇ ਸਮਿਆਂ ਦੀ ਬਿਰਤੀ ਨੂੰ ਪਰੇ ਨਹੀਂ ਸੀ ਹੋਣ ਦਿੰਦਾ। ਤੇ ਹੁਣ ਉਸ ਨੂੰ ਪ੍ਰੇਮ ਰੂਪੀ ਤੀਰ ਦੇ ਨਾਲ ਬਿੰਨ ਲਿਆ, ਜਿਹੜਾ ਪਰਮਾਤਮਾ ਦਾ ਪ੍ਰੇਮ ਹੈ। ਚੱਕਰਵਤ ਭਰਮਣੇ ਵਾਲਾ ਕਾਰ ਰੂਪੀ ਸੱਪ ਨੂੰ ਪ੍ਰੇਮ ਰੂਪੀ ਤੀਰ ਦੇ ਨਾਲ ਭਿੰਨ ਲਿਆ। ਐਂ ਵੇਦਿਆ 5 ਤੱਤਾਂ ਦੇ 6ਵਾਂ ਮਨ, 6 ਚੱਕਰ ਅਗਿਆਨ ਦੇ ਪ੍ਰਤਾਪ ਕਰਕੇ ਸੱਪ ਦੀ ਨਿਆਈ ਕੁੰਡਲੀ ਮਾਰੀ ਬੈਠੇ ਹਨ। ਭਾਵ ਜੋ ਹਰ ਵਕਤ 5 ਤੱਤਾਂ ਦੀ ਇਹਨਾਂ ਖਿਲਤਾਂ ਦਾ ਹੀ ਧਿਆਨ ਬਣਿਆ ਰਹਿੰਦਾ ਸੀ, ਇਹਨਾਂ ਨੂੰ ਪ੍ਰੇਮ ਰੂਪੀ ਤੀਰ ਦੇ ਨਾਲ, ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ, ਉਹਦੇ ਨਾਲ ਭਿੰਨ ਲਿਆ ਹੈ। ਇਹ ਗੁਰਮਤਿ ਦੇ ਯੋਗ ਦੇ ਵਿੱਚ ਹੈ। ਇਹ ਚੂਕੀ ਵਾਲੇ ਮੋਹ ਮੈਂ ਆਸਾ। ਜੋ ਮੋਹ ਰੂਪ ਸੰਸਾਰ ਦੇ ਅਗਿਆਨ ਦਾ ਮੈਂ ਨਾਮ ਸਰੂਪ ਦਾ ਹੁੰਦਾ ਹੈ ਤੇ ਅਗਿਆਨ ਦਾ ਮੈਂ ਸਰੂਪ ਤੇ ਪਦਾਰਥਾਂ ਦੀ ਆਸਾ ਸੀ। ਜੋ ਮੋਹ ਮੈਂ ਮਮਤਾ ਸੀ, ਮੈਂ ਨਾਮ ਮਮਤਾ ਦਾ ਵੀ ਹੁੰਦਾ, ਅਗਿਆਨ ਰੂਪ ਸੰਸਾਰ ਦੀ ਆਸਾ ਸੀ। ਜੋ ਮੋਹ ਮੋਹਣੀ ਮੈਂ ਮਾਇਆ ਸੀ, ਆਸਾ ਸੀ ਉਸ ਦੀ, ਚੁੱਕੀ ਗਈ ਭਾਵ ਨਿਵਰਤ ਹੋ ਗਏ ਹੈ। ਸਾਸ ਕੀਨੋ ਸੂਰ ਗਿਰਾਸਾ। ਚੰਦਰਮਾ ਦੀ ਨਿਆਈ ਮਾਇਆ ਦੇ ਮੋਹ ਰੂਪੀ ਪ੍ਰਕਾਸ਼ ਨੂੰ ਗਿਆਨ ਰੂਪੀ ਸੂਰਜ ਨੇ ਗਰਸ ਲਿਆ, ਮੇਟ ਲੈਣਾ ਕੀਤਾ। ਚੰਦਰਮਾ ਦੀ ਨਿਆਈ ਸਤੋ ਗੁਣ, ਸੂਰਜ ਦੀ ਨਿਆਈ ਤਮੋ ਗੁਣ ਨੂੰ ਗਰਸ ਮੇਟ ਲੈਣਾ ਕੀਤਾ, ਭਾਵ ਨਾਸ ਕੀਤਾ। ਗੁਰੂ ਰੂਪ ਚੰਦਰਮਾ ਨੇ ਅਗਿਆਨ ਰੂਪ ਸੂਰਜ ਨੂੰ ਗਰਸ ਲੈਣਾ ਕੀਤਾ। ਜਿਵੇਂ ਚੰਦਰਮਾ ਰਾਤਰੀ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਸਸ ਕੀਨੋ ਸੂਰ ਗਿਰਾਸਾ ਬੋਲਦੇ ਇੱਕ ਵਾਰੀ ਫਿਰ। ਸਸ ਕੀਨੋ ਸੂਰ ਗਿਰਾਸਾ। ਇਹ ਗੁਰੂ ਰੂਪ ਚੰਦਰਮਾ ਨੇ ਅਗਿਆਨ ਰੂਪੀ ਸੂਰਜ ਨੂੰ ਗਰਸ ਲੈਣਾ ਕੀਤਾ ਹੈ। ਜਿਵੇਂ ਚੰਦਰਮਾ ਰਾਤਰੀ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਇਸੇ ਪ੍ਰਕਾਰ ਅਗਿਆਨ ਰੂਪੀ ਚੰਦਰਮਾ ਰਾਜਸੀ ਤਾਮਸੀ ਸ਼ਾਂਤਕੀ ਸੁਭਾਅ ਦਾ ਪ੍ਰਕਾਸ਼ ਕਰਨ ਵਾਲਾ ਹੈ। ਇਸ ਨੂੰ ਅਪਰੋਖ ਗਿਆਨ ਰੂਪੀ ਸੂਰਜ ਨੇ ਗਰਸ ਲਿਆ। ਇਉਂ ਵੀ ਇਹਦਾ ਅਰਥ ਹੈ। ਜਬ ਕੁੰਭਕ ਭਰਪੁਰ ਲੀਣਾ। ਜਦੋਂ ਕੁੰਭਕ ਸਰੀਰ ਵਿੱਚ ਹਰੀ ਨੂੰ ਭਰੀਪੂਰਨ ਭਰਪੂਰ ਪਰਿਪੂਰਨ ਹੋ ਕੇ ਲੀਨ ਹੋਇਆ ਜਾਣ ਲਿਆ ਤੇ ਤਾਂ ਫਿਰ ਤਹਿ ਬਾਜੇ ਅਨਹਦ ਵੀਣਾ। ਤੈ ਉਸ ਵਕਤ ਹਿਰਦੇ ਵਿੱਚ ਵੀਣਾ ਸੁੰਦਰ ਨਾਮ ਰੂਪੀ ਇੱਕ ਰਸ ਬਾਜੇ ਬਜਾਏ। ਜਦੋਂ ਪਰਮੇਸ਼ਰ ਨੂੰ ਸਾਰਿਆਂ ਸਰੀਰਾਂ ਵਿੱਚ ਆਕਾਸ਼ ਦੀ ਨਿਆਈ ਪਰਿਪੂਰਨ ਜਾਣਿਆ ਤਾਂ ਉਹਦੇ ਵਿੱਚ ਲੀਨ ਹੋ ਗਏ ਅਤੇ ਉੱਥੇ ਫਿਰ ਹੱਦ ਤੋਂ ਰਹਿਤ ਸੁੰਦਰ
ਨਾਮ ਰੂਪੀ ਬਾਜੇ ਵੱਜ ਰਹੇ ਹਨ, ਵੱਜ ਆਏ ਹਨ। ਬਕਤੈ ਬਾਕ ਸ਼ਬਦ ਸੁਨਾਇਆ, ਕਿਉਂ ਜਦੋਂ ਉਪਦੇਸ਼ ਕਰਤਾ ਬ੍ਰਹਮਨੇਸ਼ਟੀ ਬ੍ਰਹਮ ਸੋਤਰੀ ਗੁਰਾਂ ਨੇ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਾਲਾ ਉਪਦੇਸ਼ ਉਚਾਰਨ ਕਰਕੇ ਸੁਣਾਉਣਾ ਕੀਤਾ। ਸੁਨਤੈ ਸੁਨ ਮਨ ਬਸਾਇਆ, ਵੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਆਦਿ ਸਾਧਨਾਂ ਦੇ ਸਹਿਤ ਸੁਣਨ ਵਾਲੇ ਸਰੋਤੇ ਨੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਸਰਵਣ ਕਰਕੇ ਮਨ ਵਿੱਚ ਵਸਾਉਣਾ ਕੀਤਾ। ਸਰਵਣ ਮੰਨਣ ਅਧਿਆਸਨ ਦੁਆਰਾ ਸਰੂਪ ਦੀ ਸਿਖਿਆਤਾ ਪਾ ਲਈ। ਫਿਰ ਕਰ ਕਰਤਾ ਉਤਰਸ ਪਾਰੰ, ਇਸ ਪ੍ਰਕਾਰ ਜਿਹੜਾ ਜਿਗਿਆਸੂ ਕਰਤਾ ਹੋ ਕੇ ਨਾਮ ਅਭਿਆਸ ਨੂੰ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਕਹੈ ਕਬੀਰਾ ਸਾਰੰ, ਕਬੀਰ ਸਾਹਿਬ ਜੀ ਕਥਨ ਕਰਦੇ ਇਹ ਅਸੀਂ ਤੁਹਾਨੂੰ ਗਿਆਨ ਦਾ ਅਸਲੀ ਸਾਰੰਗ ਤਤ ਦੱਸਿਆ, ਇਹਨੂੰ ਆਪਣੇ ਹਿਰਦੇ ਧਾਰਨ ਕਰੋ ਵੀ ਸਹਿਜ ਕੇ ਪਾਵੜੇ ਪਗ ਧਰ ਲੀਜੈ। ਸਹਿਜ ਯੋਗ ਇਹ ਐਸਾ ਕਰਨ ਵਾਸਤੇ ਵੀ ਸੌਖਾ, ਫਲ ਵੀ ਜ਼ਿਆਦੇ ਹੈ। ਇਸ ਪ੍ਰਕਾਰ ਜੋਗੀ ਨੂੰ ਦੋਨੇ ਤਰ੍ਹਾਂ ਦਾ ਯੋਗ ਦੱਸਿਆ ਹੈ। ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਤੇ ਭਗਤ ਕਬੀਰ ਜੀ ਦੇ ਕੋਲ ਇੱਕ ਆਪਣੇ ਆਪ ਨੂੰ ਗਿਆਨਵਾਨ ਕਹਾਉਣ ਵਾਲਾ ਆ ਗਿਆ। ਪਹੁੰਚਦੇ ਹੀ ਰਹਿੰਦੇ ਸੀ, ਆ ਕੇ ਕਹਿਣ ਲੱਗਾ ਵੀ ਗਾਇਤਰੀ ਮੰਤਰ ਵਿੱਚ ਆਉਂਦਾ ਹੈ ਕਿ ਸੂਰਜ ਦਿਨ ਦਾ ਭਵਾਨੀ ਦੇਵਤਾ ਹੈ, ਚੰਦਰਮਾ ਰਾਤਰੀ ਦਾ ਭਵਾਨੀ ਦੇਵਤਾ ਹੈ। ਤਾਂ ਸੁਣ ਕੇ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਉਸ ਦੇ ਪ੍ਰਥਾਏ। ਚੰਦ ਸੂਰਜ ਦੋਏ ਜੋਤ ਸਰੂਪ, ਜੋ ਚੰਦਰਮਾ ਤੇ ਸੂਰਜ, ਚੰਦ ਨਾਮ ਚੰਦਰਮਾ ਹੋ ਗਿਆ, ਸੂਰ ਨਾਮ ਸੂਰਜ ਦਾ ਸਿੱਧਾ ਅਰਥ ਪਿਆ ਹੀ ਹੈ। ਚੰਦ ਸੂਰਜ ਦੋਏ, ਸੂਰਜ ਤੇ ਚੰਦਰਮਾ ਦੋਏ, ਇਹ ਜਿਹੜੀ ਜੋਤ ਪ੍ਰਕਾਸ਼ ਵਾਲਾ ਸਰੂਪ ਜਿਹੜੇ ਪ੍ਰਕਾਸ਼ ਸਰੂਪ ਮੰਨੇ ਹਨ, ਜੋ ਚੰਦ ਤੇ ਸੂਰਜ ਦੇ ਪ੍ਰਕਾਸ਼ ਕਰਨ ਵਾਲੇ ਅਭਿਮਾਨੀ ਦੇਵਤਾ ਮੰਨੇ ਹਨ। ਜੋਤੀ ਅੰਤਰ ਬ੍ਰਹਮ ਅਨੂਪ, ਸੂਰਜ ਚੰਦਰਮਾ ਤਾਰੇ ਬਿਜਲੀ ਆਦਿ ਇਹ ਜਿਹੜੀਆਂ ਖੱਟ ਜੋਤੀਆਂ ਨੇ, ਸਾਧ ਸਿੰਘ ਖੱਟ ਦਾ ਮਤਲਬ ਹੁੰਦਾ 6, ਇਹ 6 ਜੋਤੀਆਂ ਨੇ ਜਿਹੜੇ ਪ੍ਰਕਾਸ਼ ਇਹਨਾਂ ਦਾ, ਜਿਵੇਂ ਆਪਾਂ ਦੀਵਾ ਜਗਾਉਂਦੇ ਉਹਦੀ ਤੇਲ ਪਾਉਣਾ ਪੈਂਦਾ ਹੈ, ਆਹ ਜਿਹੜੇ ਬੱਲਬ ਜਗਦੇ ਨੇ ਇਹਦੇ ਕਰੰਟ ਛੱਡਣਾ ਪੈਂਦਾ ਹੈ। ਪਰ 6 ਚੀਜ਼ਾਂ ਐਸੀਆਂ ਨੇ ਜਿਹੜੀਆਂ ਖੱਟ ਜੋਤੀਆਂ ਕਹਿੰਦੇ ਨੇ ਵੀ ਆਪਣੇ ਆਪ ਜਗ ਰਹੀਆਂ ਹਨ। ਸ਼ਾਸਤਰਕਾਰ ਕਹਿੰਦੇ ਵੀ ਇਹ ਵੀ ਤਾਂ ਜਗ ਰਹੀਆਂ ਆਪਣੇ ਆਪ। ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ, ਅਗਨੀ। ਤੇ ਕਈਆਂ ਨੇ ਜਿਹੜੀ ਖਟਵੀਂ ਜੋਤ 6ਵੀਂ ਹੈ ਬੁੱਧ ਨੂੰ ਮੰਨਿਆ, ਤੇ ਕਈਆਂ ਨੇ ਭਾਈ ਬਾਣੀ ਨੂੰ ਮੰਨਿਆ। ਦੁਆਬੇ ਦੇ ਮਹਾਤਮਾ ਵਿਦਵਾਨ ਨੇ ਟਟਹਿਣੇ ਨੂੰ ਮੰਨਿਆ। ਇਹ ਤਾਂ ਹੀ ਥੋੜਾ ਜਿਹਾ ਭੇਦ ਹੈ, ਖੱਟ ਜੋਤੀਆਂ ਨੇ। ਪਰ ਮਹਾਰਾਜ ਸਾਹਿਬ ਨੇ ਤਾਂ ਪਹਿਲੇ ਹੀ ਨਿਰਣਾ ਕੀਤਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਵਾਹਿਗੁਰੂ ਦੇ ਪ੍ਰਕਾਸ਼ ਤੋਂ ਪ੍ਰਕਾਸ਼ਮਏ ਨੇ, ਆਪਣੇ ਆਪ ਪ੍ਰਕਾਸ਼ਮਏ ਨਹੀਂ ਹਨ। ਇਹਦੇ ਵਿੱਚ ਜਿਹੜਾ ਚੰਦ ਸੂਰਜ ਦੇ ਅਭਿਮਾਨੀ ਦੇਵਤੇ ਦੇ ਅੰਦਰ ਤੁਸੀਂ ਕਹਿੰਦੇ ਹੋ ਵੀ ਜੋਤਾਂ ਨੇ ਇਹ ਜਗ ਰਹੀਆਂ ਨੇ, ਆਪਣੇ ਆਪ ਕਹਿੰਦੇ ਨਹੀਂ, ਇਹਨਾਂ ਨੂੰ ਜਗਾਉਣ ਵਾਲਾ ਪਰਮੇਸ਼ਰ ਹੈ। ਜੋਤੀ ਅੰਤਰ ਬ੍ਰਹਮ ਅਨੂਪ, ਸੂਰਜ ਚੰਦਰਮਾ ਤਾਰੇ ਇਤਿਆਦਿ ਖੱਟ ਜੋਤੀਆਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਉਪਮਾ ਤੋਂ ਰਹਿਤ ਬ੍ਰਹਮ ਪਰਮੇਸ਼ਰ ਆਪ ਹੀ ਹੈ। ਕਰ ਰੇ ਗਿਆਨੀ ਬ੍ਰਹਮ ਵਿਚਾਰ, ਰੇ ਹੈ ਗਿਆਨੀ ਗਿਆਨਵਾਨ ਪੁਰਖਾ, ਤੂੰ ਉਸ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਚਾਰ ਆਪਣੇ ਹਿਰਦੇ ਵਿੱਚ ਕਰ। ਜੋਤੀ ਅੰਤਰ ਧਰਿਆ ਪਸਾਰ, ਜਿਸ ਨੇ ਆਪਣੇ ਚੇਤਨ ਸੱਤਾ ਰੂਪੀ ਜੋਤੀ ਦੇ ਅੰਦਰ ਸਾਰੇ ਸੰਸਾਰ ਦਾ ਪਸਾਰਾ ਧਰਿਆ ਰੱਖਿਆ ਹੋਇਆ ਹੈ। ਰਹਾਉ ਅਸਥਾਈ ਦੇਖ ਕੇ ਫਰਮਾਨ ਕਰਦੇ ਹੈ। ਭਾਵ ਕੀ ਹੈ ਵੀ ਸਾਰਾ ਜਿਹੜਾ ਸੰਸਾਰ ਹੈ ਨਾ, ਇਹ ਅਧਿਹਸਤ ਰੂਪ ਹੈ। ਬ੍ਰਹਮ ਸਭ ਦਾ ਅਧਿਸ਼ਠਾਨ ਰੂਪ ਆਸਰਾ ਰੂਪ ਹੈ। ਇਸ ਕਰਕੇ ਹੁਣ ਅਸਥਾਈ ਦੇ ਕੇ ਅੱਗੇ ਦੱਸਦੇ ਨੇ, ਹੀਰਾ ਦੇਖ ਹੀਰੇ ਕਰੋ ਆਦੇਸ਼। ਹੇ ਭਾਈ, ਗੁਰ ਉਪਦੇਸ਼ ਦੁਆਰਾ ਨਾਮ ਦਾ ਅਭਿਆਸ ਕਰਕੇ ਆਪਣੇ ਹਿਰਦੇ 'ਚ ਬ੍ਰਹਮ ਰੂਪ ਹੀਰੇ ਨੂੰ ਦੇਖਣਾ ਕਰ। ਉਸ ਬ੍ਰਹਮ ਰੂਪ ਹੀਰੇ ਨੂੰ ਆਦੇਸ਼ ਨਮਸਕਾਰ ਕਰੋ। ਪਰਮੇਸ਼ਰ ਰੂਪ ਹੀਰੇ ਨੂੰ ਵੇਖਣ ਵਾਲੇ ਗੁਰੂ ਨੂੰ, ਉਸ ਗੁਰੂ ਰੂਪ ਹੀਰੇ ਨੂੰ ਵੀ ਨਮਸਕਾਰ ਕਰੋ। ਜਿਹੜਾ ਐਸਾ ਗੁਰੂ ਹੈ, ਉਹ ਭਾਵ ਕੀ ਹੈ ਵੀ ਜੇ ਹੀਰੇ ਨੂੰ ਪਰਖਣ ਨਾ ਹੋਵੇ ਨਾ, ਤੇ ਇਹਦੇ ਵਿੱਚ ਪੁਰਾਣੇ ਸਾਧਨ ਹੈ। ਪੁਰਾਣੇ ਸਾਧਨ ਕੀ ਸੀ? ਐਰਨ ਦੇ ਉੱਤੇ ਹੀਰੇ ਨੂੰ ਰੱਖ ਲੈਣਾ, ਉੱਪਰੋਂ ਲੋਹੇ ਦਾ ਬਦਾਨ ਹਥੌੜਾ ਮਾਰਨਾ ਜ਼ੋਰ ਦੀ। ਉਹਦੇ ਨਾਲ ਜੇ ਤਾਂ ਉਹ ਕਰੀਚਿਆ ਗਿਆ, ਟੁੱਟ ਗਿਆ, ਟੁਕੜੇ ਹੋ ਗਿਆ, ਫਿਰ ਨਕਲੀ ਸੀ, ਤੇ ਹੀਰਾ ਨਹੀਂ ਸੀ। ਜਿਹੜਾ ਅਸਲੀ ਹੀਰਾ ਤੇ ਨਕਲੀ ਹੀਰਾ ਉਹਦੀ ਪਰਖਣਾ ਹੋ ਜਾਂਦੀ ਹੈ। ਜੇ ਹੀਰੇ ਵਿੱਚ ਉਹ ਟੁੱਟ ਗਿਆ, ਕਰੀਚਿਆ ਗਿਆ,
ਤਾਂ ਫਿਰ ਉਹ ਕੱਚ ਸੀ ਜਾਂ ਪੱਥਰ ਸੀ, ਹੀਰਾ ਨਹੀਂ ਸੀ। ਤੇ ਜਿਸ ਵੇਲੇ ਹੀਰਾ ਲੋਹੇ ਦੀ ਐਰਨ ਦੇ ਜਾਂ ਤਾਂ ਖੁੱਭ ਜਾਏ ਐਰਨ ਦੇ ਵਿੱਚ, ਜੇ ਐਰਨ ਨਰਮ ਹੋਗੀ ਤਾਂ ਉਹਦੇ ਵਿੱਚ ਵੜ ਜਾਊਗਾ ਉਹ। ਜੇ ਹਥੌੜਾ ਐਰਨ ਪੱਕੇ ਲੋਹੇ ਦੀ ਹੈ ਤੇ ਉਹਨੇ ਹਥੌੜੇ ਦੇ ਵਿੱਚ ਵੜ ਜਾਣਾ, ਟੁੱਟਣਾ ਨਹੀਂ ਉਹਨੇ। ਇਹ ਉਹਦੀ ਪਰਖ ਹੁੰਦੀ ਸੀ ਹੀਰੇ ਦੀ। ਤੋ ਇਸ ਕਰਕੇ ਨਾ ਇਹ ਉਹਨੂੰ ਫਿਰ ਕਹਿੰਦੇ ਸੀ ਵੀ ਹਾਂ ਵੀ ਅਸਲੀ ਹੀਰਾ ਹੈ। ਇਸ ਪ੍ਰਕਾਰ ਕਹਿੰਦੇ ਹਰੀ ਰੂਪ ਹੀਰੇ ਨੂੰ ਪਰਖਣ ਵਾਸਤੇ ਲੋਹੇ ਦੀ ਐਰਨ ਵੱਤ ਮਤ ਨੂੰ ਅਚਲ ਬਣਾਵੇ, ਵੇਦਾਂ ਦਾ ਗਿਆਨ ਰੂਪੀ ਹਥੌੜੇ ਨੂੰ ਬਣਾਵੇ, ਫਿਰ ਵੀ ਵੇਦ ਹਥਿਆਰ ਕਿਹਾ ਨਾ, ਫਿਰ ਵੀ ਹਰੀ ਰੂਪ ਹੀਰੇ ਦੀ ਪਰਖ ਪ੍ਰਾਪਤੀ ਹੁੰਦੀ ਹੈ। ਜਿਵੇਂ ਹੀਰੇ ਨੂੰ ਪਰਖਣ ਲਈ ਜਿਹੜਾ ਨਾ ਬਰਮੇ ਦੇ ਅੱਗੇ ਹੀਰੇ ਦੀ ਕਣੀ ਤੇ ਉਹ ਕਣੀ ਲਾਉਣੀ ਪੈਂਦੀ ਹੈ। ਫਿਰ ਅਸਲੀ ਹੀਰੇ 'ਚ ਛੇਕ ਪੈਂਦਾ। ਜਿਹੜਾ ਹੀਰੇ 'ਚ ਛੇਕ ਪਾਉਂਦੇ ਨੇ ਉਹ ਕਿਸੇ ਵੀ ਤਰੀਕੇ ਨਾਲ ਪੈ ਹੀ ਨਹੀਂ ਸਕਦਾ। ਉਹ ਜਿਹੜਾ ਅੰਜ਼ਾਰ ਹੈ ਇਹਨਾਂ ਕੋਲ ਜਿਵੇਂ ਬਰਮੇ ਹੁੰਦੇ ਨੇ, ਉਹਦੇ ਮੂਹਰੇ ਹੀਰੇ ਦਾ ਇੱਕ ਟੁਕੜਾ ਲਾਉਣਾ ਪੈਂਦਾ। ਹੀਰਾ ਹੀਰੇ ਨੂੰ ਬਿੰਨਦਾ, ਉਹਦੇ ਛੇਕ ਨਹੀਂ ਪੈ ਸਕਦਾ, ਨਹੀਂ ਉਹਦੇ ਨਾਲ ਹੀਰਾ ਬਿੰਨਿਆ ਜਾਂਦਾ। ਇਸੇ ਪ੍ਰਕਾਰ ਪਰਮੇਸ਼ਰ ਰੂਪ ਹੀਰੇ ਨੂੰ ਤੇ ਉਹ ਪਰਖਣ ਦੀ ਅੰਤਸ਼ਕਰ ਰੂਪੀ ਬਰਮੇ ਦੇ ਅੱਗੇ ਵਾਹਿਗੁਰੂ ਦੇ ਨਾਮ ਰੂਪੀ ਕਣੀ ਨੂੰ ਲਾਉਣਾ ਪੈਂਦਾ ਹੈ। ਫਿਰ ਹਰੀ ਰੂਪ ਹੀਰੇ ਵਿੱਚ ਪ੍ਰੇਮ ਰੂਪੀ ਛੇਕ ਪੈ ਜਾਂਦਾ ਹੈ, ਹਰੀ ਰੂਪ ਹੀਰਾ ਬਿੰਨਿਆ ਜਾਂਦਾ ਹੈ। ਇਹੋ ਹਰੀ ਦਾ ਪਛਾਣਨ ਦਾ ਅਸਲੀ ਤਰੀਕਾ ਹੈ। ਤੇ ਇਸ ਕਰਕੇ ਹੁਣ ਦੂਸਰਾ ਹੀਰੇ ਨੂੰ ਪਰਖਣ ਦਾ ਇਹ ਵੀ ਤਰੀਕਾ ਦੱਸਦੇ ਹੈ। ਹੀਰੇ ਨੂੰ ਪਰਖਣ ਲੋਹੇ ਦੀ ਅਰਨ ਉੱਪਰ ਰੱਖ ਕੇ, ਜਿਵੇਂ ਲੋਹੇ ਦਾ ਵਿਧਾਨ ਮਾਰਿਆ, ਹਥੌੜਾ ਮਾਰਿਆ, ਅਸਲੀ ਹੀਰਾ ਲੋਹੇ ਦੇ ਐਰਨ ਦੇ ਵਿੱਚ ਜਾਂ ਹਥੌੜੇ 'ਚ ਖੁੱਭ ਜਾਂਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਰੂਪੀ ਹੀਰਾ ਬੁੱਧ ਰੂਪੀ ਐਰਨ ਤੇ ਗਿਆਨ ਰੂਪੀ ਹਥੌੜੇ ਵਿੱਚ ਖੁੱਭ ਜਾਂਦਾ ਹੈ। ਐਸੇ ਉਸ ਹੀਰੇ ਰੂਪੀ ਹੀਰੇ ਨੂੰ ਨਮਸਕਾਰ ਕਰੋ। ਇਹ ਦਾ ਭਾਵ ਹੈ। ਕਹੈ ਕਬੀਰ ਨਿਰੰਜਨ ਅਲੇਖ। ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਹੇ ਭਾਈ ਉਹ ਨਿਰੰਜਨ ਪਰਮੇਸ਼ਰ ਅਲੇਖ ਲੇਖਾਂ ਤੋਂ ਰਹਿਤ ਹੈ। ਭਾਵ ਉਸ ਦੇ ਕਿਸੇ ਵੇਦ ਸ਼ਾਸਤਰ ਕਰਮ ਉਪਾਸਨਾ ਗਿਆਨ ਇਹਦੇ ਲੇਖੇ ਵਿੱਚ ਨਹੀਂ ਹੁੰਦਾ, ਇਹਨਾਂ ਹਿਸਾਬਾਂ ਵਿੱਚ ਨਹੀਂ ਆਉਂਦਾ ਹੈ। ਤੇ ਇਸ ਕਰਕੇ ਐਸਾ ਵਾਹਿਗੁਰੂ ਹੈ। ਹੁਣ ਅੱਗੇ ਸਾਧ ਸਿੰਘ ਜੀ ਇਸ ਸ਼ਬਦ ਦੇ ਭਗਤ ਕਬੀਰ ਸਾਹਿਬ ਜੀ ਨੇ ਜਿਹੜਾ ਅੱਗੇ ਸ਼ਬਦ ਆ ਰਿਹਾ ਨਾ, ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡ ਫਸੇ ਬ੍ਰਾਹਮਣਾਂ ਨੂੰ ਉਪਦੇਸ਼ ਦੇਣਗੇ। ਇਹਦੇ 'ਚ ਹੈ ਸਾਰੇ ਸੰਸਾਰ ਵਾਸਤੇ ਸਾਂਝਾ। ਸੁਣੋ ਜੀ। ਦੁਨੀਆ ਹੁਸ਼ਿਆਰ ਬੇਦਾਰ। ਹੇ ਭਾਈ ਦੁਨੀਆ ਦੇ ਲੋਕੋ, ਆਪਣੇ ਜੀਵਨ ਨੂੰ ਵਿਕਾਰਾਂ ਤੋਂ ਉੱਚਾ ਰੱਖਣ ਵਾਸਤੇ, ਕਾਲ ਤੋਂ ਬਚਣ ਵਾਸਤੇ ਹੁਸ਼ਿਆਰ ਸਾਵਧਾਨ ਹੋ ਜਾਓ। ਇਸ ਕਰਕੇ ਤੇ ਦੁਨੀਆ ਦੇ ਲੋਕ ਅੱਗੋਂ ਇਉਂ ਕਹਿਣ ਲੱਗੇ, ਕਹਿੰਦੇ ਅਸੀਂ ਤਾਂ ਜੀ ਪਹਿਲਾਂ ਹੀ ਹੁਸ਼ਿਆਰ ਹਾਂ। ਕਬੀਰ ਸਾਹਿਬ ਨੂੰ ਕਹਿੰਦੇ ਹੋਰ ਕੀ ਹੁਸ਼ਿਆਰ ਕਰੋਗੇ ਸਾਨੂੰ। ਤੇ ਇਸ ਕਰਕੇ ਜਿਹੜਾ ਵੇਦਾਰ ਹੈ ਨਾ, ਵੇਦਾਰ ਨਾ ਖਬਰਦਾਰ, ਅਸੀਂ ਤਾਂ ਪਹਿਲਾਂ ਹੀ ਹੁਸ਼ਿਆਰ ਹਾਂ, ਖਬਰਦਾਰ ਹਾਂ ਅਸੀਂ ਪਹਿਲਾਂ ਹੀ। ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਇਹਦਾ ਜਵਾਬ ਸੁਣੋ ਫਿਰ। ਜਾਗਤ ਮੁਸੀਅਤ ਹੋਏ ਭਾਈ। ਇਹ ਅੱਖਰ ਇਕੱਠੇ ਹੀ ਰਹਿਣੇ ਨੇ। ਹਉ ਥੋੜਾ ਜਿਹਾ ਅਲੱਗ ਹੋਣਾ ਹੈ ਤੇ ਮੁਸੀਅਤ ਹੋ, ਇਹਨੂੰ ਉਚਾਰਨ ਦੇ ਵਿੱਚ ਇੰਨਾ ਕੁ ਭਾਈ ਇਹ ਘੁੰਡੀ ਹੈ, ਧਿਆਨ ਰੱਖਣਾ ਇਹਦਾ। ਫਿਰ ਭਗਤ ਕਬੀਰ ਜੀ ਕਹਿਣ ਲੱਗੇ, ਰਹੇ ਭਾਈ ਭਰਾਵੋ, ਜੇ ਤੁਸੀਂ ਹੁਸ਼ਿਆਰ ਤੇ ਖਬਰਦਾਰ ਹੋਵੋ ਤਾਂ ਤੁਸੀਂ ਪ੍ਰਤੱਖ ਜਾਗਰਤ ਜਾਗਦੇ ਆ, ਮੁਸੀਹਤ ਹੋ ਲੁੱਟੀ ਦੇ ਜਾ ਰਹੇ ਹੋ। ਤੁਸੀਂ ਆਪਣੇ ਆਪ ਸਮਝਦੇ ਹੋ ਕਿ ਅਸੀਂ ਜਾਗਦੇ ਦਿਮਾਗ ਵਾਲੇ ਹਾਂ, ਪਰ ਵੇਦਾਂ ਸ਼ਾਸਤਰ ਨੂੰ ਪੜ੍ਹੇ ਹੋਏ ਵੀ ਹਾਂ, ਪਰ ਤੁਹਾਨੂੰ ਕਾਮ ਕ੍ਰੋਧ ਚੋਰ ਤਾਂ ਲੁੱਟੀ ਜਾ ਰਹੇ ਨੇ ਦਿਨ ਦਿਹਾੜੇ। ਭਾਵ ਕਿ ਇਹ 84 ਲੱਖ ਜੂਨਾਂ ਵਿੱਚ ਪੱਥਰ ਆਦਿ ਜੜ ਜੂਨਾਂ ਜਿਹੜੀਆਂ ਨੇ, ਇਹਨਾਂ ਦੀ ਘਨ ਸੁਖੋਪਤੀ ਅਵਸਥਾ ਹੁੰਦੀ ਹੈ। ਜਿਹੜੇ ਬਿਰਛ ਨੇ ਇਹਨਾਂ ਦੀ ਸੁਖੋਪਤੀ ਅਵਸਥਾ ਹੁੰਦੀ ਹੈ। ਜਿਹੜੇ ਪਸ਼ੂ ਨੇ ਇਹਨਾਂ ਦੀ ਸੁਪਨ ਅਵਸਥਾ ਹੁੰਦੀ ਹੈ। ਤੇ ਜਾਗਰਤ ਅਵਸਥਾ ਕੇਵਲ ਮਨੁੱਖ ਦੀ ਹੈ। ਇਹ ਜਾਗਦੇ ਦਿਮਾਗ ਵਾਲਾ ਬੰਨਿਆ ਜਿਹੜਾ ਮਨੁੱਖ ਹੈ। ਇਸੇ ਪ੍ਰਕਾਰ ਪੱਥਰ ਆਦਿ ਜੜ ਜੂਨ ਜਿਹੜੇ ਨੇ, ਉਹਨਾਂ ਵਾਂਗੂ ਪਾਮਰ ਪੁਰਖ ਨੇ, ਉਹ ਘਨ ਸੁਖੋਪਤੀ ਅਵਸਥਾ ਵਿੱਚ ਰਹਿੰਦੇ ਆ। ਪਾਮਰ ਪੁਰਖਾਂ ਨੂੰ ਕੋਈ ਵਿਵਹਾਰਕ ਜਾਂ ਪਰਮਾਰਕ ਸਮਝ ਨਹੀਂ ਹੁੰਦੀ। ਦੂਸਰੇ ਵਿਸ਼ਈ ਪੁਰਸ਼ ਜਿਹੜੇ ਉਹਨਾਂ ਦੀ ਸੁਖੋਪਰ ਅਵਸਥਾ ਹੈ, ਉਹ ਬਿਰਛਾਂ ਦੀ ਨਿਆਇਨ ਪੁੰਨ ਦਾਨ ਕਰਦੇ ਆ, ਇੱਛਾ ਧਾਰ ਕੇ ਕਰਦੇ ਆ, ਪਿਛਲੇ ਪੁੰਨ ਕੀਤੇ ਉਹ ਕਰਕੇ ਹੁਣ ਅਸੀਂ ਭੋਗ ਰਹੇ ਹਾਂ ਵੀ ਅੱਗੇ ਨੂੰ ਸੁਖ ਭੋਗਾਂ, ਉਹ ਤਾਂ ਇੱਥੇ ਫਸੇ ਹੋਏ ਨੇ। ਤੀਸਰੇ ਜਿਗਿਆਸੂ ਉਹ ਸੁਪਨ ਅਵਸਥਾ ਵਾਂਗੂ ਨੂੰ ਪਸ਼ੂ ਪੰਛੀ ਆਦਿ ਜਿਵੇਂ। ਤੇ ਇਸ ਕਰਕੇ ਗਿਆਨਵਾਨ ਪੁਰਖ ਜਾਗਦੇ ਹੈ, ਉਹ ਜਾਗਦੇ ਦਿਮਾਗ ਵਾਲੇ। ਚੌਥੇ ਪਦ ਦੇ ਯਾਦ ਸਤਿਗੁਰ ਜਾਗਤਾ ਹੈ ਦਿਓ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਇ, ਨਾਨਕ ਸੰਤ ਨਿਰਮਲ ਪਏ ਜਨ ਮਨ ਬਸਿਆ ਸੋਏ।
ਤੇ ਬ੍ਰਾਹਮਣ ਲੋਕ ਕਹਿਣ ਲੱਗੇ ਜੀ ਅਸੀਂ ਪਹਿਰੇਦਾਰ ਰੱਖੇ ਹੋਏ ਨੇ, ਭਾਵ ਅਸੀਂ ਵੇਦ ਸ਼ਾਸਤਰ ਪੜ੍ਹੇ ਹੋਏ ਹਾਂ, ਕਿਵੇਂ ਲੁੱਟੇ ਜਾਵੇਂ? ਤਾਂ ਕਬੀਰ ਸਾਹਿਬ ਜੀ ਇਹਦਾ ਉੱਤਰ ਦਿੰਦੇ ਨੇ, ਨਿਗਮ ਹੁਸ਼ਿਆਰ ਪਹਿਰੂਆ। ਕਹਿੰਦੇ ਹੈ ਭਾਈ ਤੁਸੀਂ ਜਿਹੜੇ ਨਿਗਮ ਵੇਦ ਸ਼ਾਸਤਰਾਂ ਨੂੰ ਤੇ ਇਹ ਪਹਿਰੂਆ ਸਮਝਦੇ ਹੋ ਵੀ ਹੁਸ਼ਿਆਰ, ਸਾਵਧਾਨ, ਸੁਚੇਤ, ਪਹਿਰੂਆ ਪਹਿਰੇਦਾਰ ਸਮਝਿਆ ਹੋਇਆ ਹੈ, ਪਰ ਇਹ ਨਹੀਂ ਤੁਸੀਂ ਦੇਖਿਆ। ਦੇਖਤ ਜਮ ਲੈ ਜਾਈ। ਇਹਨਾਂ ਨੂੰ ਦੇਖਦੇ ਵੇਖਦਿਆਂ ਹੀ ਤੁਹਾਨੂੰ ਜਮ ਜਬਦੂਤ ਲੈ ਕੇ ਜਾਈ ਜਾਵੇਗਾ। ਭਾਵ ਧਾਰਨਾ ਤੋਂ ਹੀਣਿਆਂ ਦੀ ਮੁਕਤੀ ਨਹੀਂ ਹੁੰਦੀ, ਇਹ ਭਾਵ ਹੈ ਇਹਦਾ ਮਤਲਬ ਇਹ ਨਹੀਂ ਵੀ ਇਹ ਸ਼ਾਸਤਰ ਪੜ੍ਹਨੇ ਮਾੜੀ ਗੱਲ ਹੈ। ਵੇਦ ਸ਼ਾਸਤਰ ਤਾਮਸੀ ਪੁਰਖਾਂ ਨੂੰ ਕਰਮਕਾਂਡ ਦੀ ਸਿੱਖਿਆ ਦਿੰਦੇ ਨੇ, ਰਾਜਸੀ ਪੁਰਖਾਂ ਨੂੰ ਉਪਾਸਨਾ ਦੀ ਸਿੱਖਿਆ ਦਿੰਦੇ ਨੇ, ਸਾਧਕੀ ਪੁਰਖਾਂ ਨੂੰ ਗਿਆਨ ਦੀ ਸਿੱਖਿਆ ਦਿੰਦੇ ਨੇ। ਅੱਗੇ ਹੁਣ ਭਗਤ ਕਬੀਰ ਜੀ ਦਸਤਾਨ ਦੇ ਕੇ ਕਥਨ ਕਰਦੇ ਹਨ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ, ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ। ਇਹ ਭਾਈ ਤੁਸੀਂ ਤਾਂ ਕੌੜੀ, ਨੀਂਬ, ਨਿੰਮ ਨੂੰ ਆਂਬ ਅੰਬ ਸਮਝ ਕੇ ਮਿੱਠਾ ਸਮਝਿਆ ਹੋਇਆ, ਭਇਓ ਹੋਇਆ ਹੈ, ਅਤੇ ਮਿੱਠੇ ਆਂਬ ਅੰਬ ਨੂੰ ਕੌੜੀ ਨਿੰਮ ਸਮਝਿਆ ਹੋਇਆ ਹੈ। ਜਿਵੇਂ ਕੋਈ ਮੂਰਖ ਬੰਦਾ ਉਹ ਨਿੰਮ ਨੂੰ ਤਾਂ ਅੰਬ ਸਮਝ ਲਵੇ, ਅੰਬ ਨੂੰ ਨਿੰਮ ਸਮਝ ਲਵੇ, ਉਹਨੂੰ ਫੇ ਇਹੀ ਕਹਾਂਗੇ ਵੀ ਮੂਰਖ ਹੈ ਬਲਦਰਜੇ ਦਾ। ਤੋ ਇਸ ਕਰਕੇ ਅੱਗੇ ਹੋਰ ਪ੍ਰਮਾਣ ਵੀ ਨਾਲ ਦਿੰਦੇ ਨੇ, ਕੇਲਾ, ਕੇਲਾ ਪਾਕਾ ਝਾਰ। ਤੇ ਫਿਰ ਕੇਲਾ ਜਿਹੜਾ ਹੈ ਉਹ ਬੜਾ ਮਿੱਠਾ ਹੁੰਦਾ ਪੱਕਿਆ ਹੋਇਆ, ਪਾਕਾ ਪੱਕਾ ਮਿੱਠਾ ਕੇਲਾ। ਝਾਰ, ਝਾੜੀ ਦੇ ਮਲੇ ਦੇ ਬੇਰ ਜਿਹੜੇ ਗਲ ਘੋਟੂ ਬੇਰ ਹੁੰਦੇ ਨੇ ਉਹ ਸਮਝਿਆ ਹੋਇਆ ਹੈ, ਤੇ ਪੱਕੇ ਕੇਲੇ ਵਾਂਗ ਮਿੱਠਾ ਸਮਝਿਆ ਹੋਇਆ ਉਹਨਾਂ ਨੂੰ। ਗਲ ਘੋਟੂ ਸਮਝਿਆ ਹੋਇਆ ਜਾਂ ਗਲ ਘੋਟੀ ਬੇਰ ਨੂੰ ਪੱਕੇ ਕੇਲੇ ਵਾਂਗੂ ਸਮਝਿਆ ਹੋਇਆ। ਐ ਉਲਟ ਵਿਪਰੀਤ ਬੁੱਧ ਹੋ ਰਹੀ ਹੈ। ਇਹਨੂੰ ਕਹਿੰਦੇ ਵਿਨਾਸ਼ਕਾਲੀ ਵਿਪਰੀਤ ਬੁੱਧ ਹੀ। ਇਸ ਕਰਕੇ ਇਹਨੂੰ ਉਲਟਾ ਜਿਹੜਾ ਇਹ 5 ਪ੍ਰਕਾਰ ਦੀਆਂ ਜਿਹੜੀਆਂ ਬਿਰਤੀਆਂ ਹਨ, ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਤੀ, ਵਿਕਲਪ, ਇਹਦੇ ਵਿੱਚ ਇਸ ਤਰ੍ਹਾਂ ਦਾ ਜਿਹੜੇ ਇਹ ਵੀ ਇੱਕ ਬਿਰਤੀ ਹੁੰਦੀ ਹੈ ਵੀ ਉਲਟਾ ਗਿਆਨ ਜਿਹੜਾ ਸਮਝ ਲੈਣਾ, ਵਿਪਰਜੈ ਗਿਆਨ ਸਮਝਣਾ। ਗਿਆਨ ਤਾਂ ਹੈਗਾ ਉਹ ਵੀ, ਪਰ ਉਲਟ ਗਿਆਨ ਹੈ, ਉਲਟ ਗਿਆਨ ਸਮਝਣਾ। ਰੱਸੀ ਦੇ ਵਿੱਚ ਸੱਪ ਨੂੰ ਸਮਝੀ ਜਾਣਾ ਵੀ ਸੱਪ ਹੈ, ਇਹਨੂੰ ਵਿਪਰਜੈ ਗਿਆਨ ਕਹਿੰਦੇ ਨੇ। ਤੋ ਇਸ ਕਰਕੇ ਮਿੱਠਾ ਸਮਝਿਆ ਹੋਇਆ ਪ੍ਰਮਾਣ ਦਿੱਤਾ ਇਹ। ਨਾਲੀਏਰ ਫਲ ਸੇਬਰ ਪਾਕਾ। ਜਿਸ ਨਾਲੀਅਰ ਦੇ ਫਲ ਵਿੱਚ ਰਸ ਹੁੰਦਾ ਹੈ ਉਸ ਨੂੰ ਪਾਕਾ ਪੱਕੇ ਸੇਬਲ ਸਿੰਬਲ ਵਰਗਾ ਸਮਝਿਆ ਹੋਇਆ, ਜਿਹਦੇ ਚ ਪੱਕੇ ਸਿੰਬਲ ਨੂੰ ਨਰੇਲ ਫਲ ਤੇ ਰਸ ਵਾਂਗੂ ਮਿੱਠਾ ਸਮਝਿਆ ਹੋਇਆ ਹੈ। ਜਾਣੀ ਉਸ ਨੂੰ ਨਾਰੀਅਲ ਸਮਝ ਲਿਆ, ਸਿੰਬਲ ਨੂੰ ਨਾਰੀਅਲ, ਨਾਰੀਅਲ ਨੂੰ ਸਿੰਬਲ ਸਮਝ ਲਿਆ। ਇਸ ਪ੍ਰਕਾਰ ਵਿਪਰਜੈ ਗਿਆਨ ਹੋ ਗਿਆ। ਮੂਰਖ ਮੁਗਧਗਾਰ। ਇਸ ਪ੍ਰਕਾਰ ਤੁਹਾਡੀ 3 ਅਵਸਥਾ ਨੇ, ਮਨ ਕਰਕੇ ਮੂਰਖ, ਬਾਣੀ ਕਰਕੇ ਮੁਗਧ ਬੇਸਮਝ, ਸਰੀਰ ਕਰਕੇ ਗਵਾਰਾਂ ਵਾਲੇ ਕਰਮ ਤੁਹਾਡੇ ਹੈ। ਇਸ ਕਰਕੇ ਹੈ ਇਹ ਤੁਹਾਡੀ ਅਵਸਥਾ ਹੋ ਰਹੀ ਹੈ। ਤੇ ਇਹਦਾ ਇਹ ਦ੍ਰਿਸ਼ਟਾਂਤ ਸੀ। ਹੁਣ ਇਸ ਦਾ ਭਾਵ ਸਮਝੋ, ਫਿਰ ਬੋਲੋ ਜੀ। ਨੀਂਬ ਭਇਓ, ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ। ਇਹ ਭਾਈ ਜੀਵਾਂ ਨੇ ਨਿੰਮ ਵਰਗੇ ਕੌੜੇ, ਦੁਖਦਾਈ, ਸਕਾਮ ਕਰਮਾਂ ਨੂੰ ਅੰਬ ਵਾਂਗ ਮਿੱਠੇ ਸਮਝ ਕੇ, ਤੇ ਅੰਬ ਵਾਂਗ ਮਿੱਠੇ ਨਿਸ਼ਕਾਮ ਕਰਮ ਸਮਝਿਆ ਹੋਇਆ, ਤੇ ਅੰਬ ਵਾਂਗ ਮਿੱਠੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਨਿਸ਼ਕਾਮ ਕਰਮਾਂ ਨੂੰ ਨਿੰਮ ਵਰਗੇ ਕੌੜੇ, ਦੁਖਦਾਈ, ਸਕਾਮ ਕਰਮ ਸਮਝਿਆ ਹੋਇਆ। ਇਹ ਸਮਝਣ ਦੀ ਲੋੜ ਹੈ ਇਸ ਨੂੰ। ਨਿੰਮ ਵਰਗੇ ਕੌੜੇ, ਦੁਖਦਾਈ, ਸਕਾਮ ਕਰਮ ਨੂੰ, ਉਹਨਾਂ ਨੂੰ ਅੰਬ ਵਰਗੇ ਮਿੱਠੇ ਨਿਸ਼ਕਾਮ ਕਰਮ ਸਮਝਿਆ ਹੋਇਆ। ਜਿਹੜੇ ਅੰਬ ਵਾਂਗੂ ਮਿੱਠੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਕਰਾਉਣ ਵਾਲੇ ਨਿਸ਼ਕਾਮ ਕਰਮ ਨੇ, ਉਹਨਾਂ ਨੂੰ ਨਿੰਮ ਵਰਗੇ ਕੌੜੇ, ਦੁਖਦਾਈ, ਸਕਾਮ ਕਰਮ ਸਮਝਿਆ ਹੋਇਆ ਹੈ। ਕੇਲਾ ਪਾਕਾ ਝਾਰ। ਇਸ ਤਰ੍ਹਾਂ ਉਲਟੀ ਸਮਝ ਹੋਣ ਕਰਕੇ ਜੀ ਮੂਰਖਤਾਈ ਦੇ ਸਹਿਤ ਨੇ ਜੀਵਾਂ ਨੇ ਕੇਲੇ ਦੀ ਨਿਆਈ ਮਿੱਠੇ ਪਰਮੇਸ਼ਰ ਦੇ ਨਾਮ ਨੂੰ ਪੱਕੇ ਮਲੇ ਦੇ ਬੇਰ, ਗਲ ਘੋਟੂ ਬੇਰ ਵਾਂਗੂ ਦੁਖਦਾਈ ਸਮਝਿਆ ਹੋਇਆ ਹੈ, ਜਾਂ ਮਲੇ ਝਾੜੀਆਂ ਦੇ ਗਲ ਘੋਟੂ ਬੇਰ ਦੀ ਨਿਆਈ ਦੁਖਦਾਈ ਕਾਮ ਨੂੰ ਕੇਲੇ ਦੀ ਨਹੀਂ ਮਿੱਠਾ ਸਮਝਿਆ ਹੋਇਆ ਹੈ। ਇਸ ਕਰਕੇ ਜੀਵ ਮੁਗਧ ਹਨ। ਨਾਲੀਏਰ ਫਲ ਸੇਬਰ ਪਾਕਾ। ਜਿਵੇਂ ਨਾਲੀਅਰ ਦਾ ਜਿਹੜਾ ਫਲ ਹੈ ਉੱਪਰੋਂ ਤਾਂ ਕਰੜਾ ਸਖਤ ਹੈ, ਅੰਦਰੋਂ ਮਿੱਠਾ ਤੇ ਰਸ ਦਾ ਭਰਿਆ ਹੁੰਦਾ ਹੈ। ਕਿਵੇਂ? ਤੇ ਤੁਹਾਨੂੰ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੇ ਵਿੱਚ ਜਾਣਾ, ਸਾਧਨ ਕਰਨੇ ਕਰੜੇ ਲੱਗਦੇ ਨੇ, ਸਖਤ ਪ੍ਰਤੀਤ ਹੁੰਦੇ ਨੇ ਵੀ ਬੜਾ ਔਖਾ ਹੈ ਜੀ ਸਵੇਰੇ ਉੱਠਣਾ। ਉਹੀ ਟਾਈਮ ਵਧੀਆ ਨੀਂਦ ਆਉਂਦੀ ਹੈ, ਉਸੇ ਵੇਲੇ ਉੱਠਣਾ ਪੈਂਦਾ ਹੈ। ਜਾਂ ਸਤਸੰਗ ਦੇ ਰੂਪੀ ਨਰੇਲ ਫਲ ਪੱਕੇ ਸਿੰਬਲਵਤ ਦੁਖਦਾਈ ਪ੍ਰਤੀਤ ਹੋ ਰਿਹਾ ਹੈ।
ਅਤੇ ਕੁਸੰਗਤ ਰੂਪੀ ਪੱਕਿਆ ਸਿੰਬਲ ਨਾਲੀਏਰ ਬੱਤ ਸੁਖਦਾਈ ਪ੍ਰਤੀਤ ਹੋ ਰਿਹਾ। ਇਹ ਹੈ ਉਲਟਾ ਗਿਆਨ। ਜਿਵੇਂ ਨਾਲੀਏਰ ਦਾ ਫਲ ਉੱਪਰੋਂ ਸਖਤ ਤੇ ਅੰਦਰੋਂ ਰਸ ਭਰਿਆ ਹੁੰਦਾ ਹੈ, ਤਿਵੇਂ ਸਤਸੰਗਤ ਰੂਪੀ ਨਰੇਲ ਫਲ ਅੰਮ੍ਰਿਤ ਵੇਲੇ ਉੱਠ ਕੇ ਸਾਧਨ ਕਰਨੇ ਕਰਕੇ ਕਠਿਨ ਪ੍ਰਤੀਤ ਹੁੰਦਾ ਹੈ, ਪਰ ਅੰਦਰੋਂ ਤਾਂ ਨਾਮ ਰੂਪੀ ਮਿਠਾਸ ਤੇ ਬ੍ਰਹਮਾਨੰਦ ਰੂਪੀ ਰਸ ਨਾਲ ਭਰਿਆ ਹੋਇਆ। ਜਿਵੇਂ ਪੱਕਿਆ ਹੋਇਆ ਸਿੰਬਲ ਰੂਹ ਬਣ ਕੇ ਅਸਮਾਨ ਵੱਲ ਉੱਡ ਜਾਂਦਾ ਹੈ, ਤਿਵੇਂ ਕੁਸੰਗਤ ਕਰਨ ਵਾਲਾ ਪੁਰਖ ਸੰਸਾਰ ਤੋਂ ਬਾਸ਼ਨਾ ਰੂਪ ਰੂਹ ਦੇ ਸਹਿਤ ਪਰਲੋਕ ਵੱਲ ਨੂੰ ਉੱਡ ਜਾਂਦਾ ਹੈ, ਭਾਵ ਚਲਿਆ ਜਾਂਦਾ ਹੈ। ਨਰੇਲ ਫਲ ਦੀ ਨਿਆਈ ਸਤਸੰਗਤ ਨੂੰ ਛੱਡ ਕੇ ਪੱਕੇ ਸਿੰਬਲ ਵਾਂਗ ਕੁਸੰਗਤ ਨੂੰ ਚੰਗਾ ਸਮਝਿਆ ਹੋਇਆ ਹੈ। ਇਸ ਕਰਕੇ ਜੀਵ ਜਿਹੜਾ ਨਾ ਉਹ ਗਵਾਰ ਬੇਸਮਝ ਹੈ। ਇਹ ਤਿੰਨ ਦਰਜੇ ਨੇ। ਉਹਦੇ ਵਿੱਚ ਕਹਿੰਦੇ ਇੱਕ ਤਾਂ ਮੂਰਖ ਤਾਂ ਉਹ ਹੁੰਦਾ ਹੈ ਜਿਹਨੂੰ ਅਕਲ ਨਾ ਹੋਵੇ ਪਰ ਸਿੱਖਿਆ ਦਿੱਤਾ ਅਕਲ ਆ ਜਾਵੇ, ਉਹਨੂੰ ਕਹਿੰਦੇ ਨੇ ਮੂਰਖ। ਜਿਸ ਨੂੰ ਸਿੱਖਿਆ ਦੇ ਕੇ ਵੀ ਅਕਲ ਨਾ ਆਵੇ ਉਹ ਅਕਲ ਨਹੀਂ ਆਉਂਦੀ, ਨੂੰ ਮੁਗਧ ਕਹਿੰਦੇ ਨੇ। ਜਿਹਨੂੰ ਕੋਈ ਵੀ ਸਿੱਖਿਆ ਦਈਏ ਅੱਗੋਂ ਟੀਚਰਾਂ ਕਰੇ ਮਖੌਲ ਕਰੇ ਤੇ ਫਿਰ ਉਹ ਗਵਾਰ ਹੁੰਦਾ ਹੈ। ਗਵਾਰ ਨੂੰ ਤਾਂ ਸਮਝਾਉਣ ਦਾ ਹੀ ਫਾਇਦਾ ਨਹੀਂ। ਇਸ ਕਰਕੇ ਨਾ ਇਹ ਪ੍ਰਮਾਣ ਦਿੱਤੇ ਹੈ। ਇਹ ਹਾਲਤ ਹੈ ਸੰਸਾਰ ਦੀ ਜਿਹੜੀ ਵਰਣਨ ਕੀਤੀ ਹੈ। ਮੂਰਖ ਮੁਗਧ ਗਵਾਰ। ਤੇ ਇਉਂ ਫਿਰ ਮੂਰਖ ਜਿਹੜਾ ਹੈ ਉਹ ਮੂਰਖ ਵੀ ਹੋ ਰਿਹਾ, ਸੰਸਾਰ ਮੁਗਧ ਵੀ ਹੋ ਰਿਹਾ, ਗਵਾਰ ਵੀ ਹੋ ਰਿਹਾ। ਤੇ ਮੂਰਖ ਦਾ ਉਹ ਹੋ ਗਿਆ ਨਾ ਜਿਹਨੂੰ ਸਮਝ ਪਹਿਲਾਂ ਹੈ ਨਹੀਂ ਸੀ। ਇੱਕ ਨਾ ਮਤ ਖੁਦਾਏ, ਇੱਕ ਨਾ ਸਿੱਖ ਲਈ। ਮੂਰਖਾਂ ਆਪੋ ਆਪਣੀ ਪੱਥਰ ਬੂੰਦ ਪਈ ਨਾ ਪਈ। ਤੇ ਮੂਰਖ ਜਿਹੜਾ ਸਮਝਾਇਆ ਸਮਝ ਜਾਵੇ, ਪਹਿਲਾਂ ਸਮਝ ਨਾ ਹੋਵੇ, ਸਮਝਾਇਆ ਸਮਝ ਲਿਆ ਮੂਰਖ। ਮੁਗਧ ਉਹ ਜਿਹੜਾ ਸਮਝਾਏ ਤੋਂ ਵੀ ਨਾ ਸਮਝੇ, ਉਹ ਮੂਰਖ ਸੀ, ਉਹ ਮੂਰਖ ਮੁਗਧ ਹੋ ਗਿਆ। ਜਿਹੜਾ ਸਮਝਾਉਣ ਵਾਲੇ ਨੂੰ ਟੀਚਰਾਂ ਕਰੇ ਉਹ ਮੂਰਖ ਮੁਗਧ ਗਵਾਰ ਹੋਇਆ। ਐ ਇਹਨਾਂ ਦੇ ਦਰਜੇ ਮੰਨੇ ਹਨ। ਹਰ ਭਇਓ ਖਾਂਡ ਰੇਤ ਮਹਿ ਬਿਖਰਿਓ। ਹੇ ਭਾਈ ਹਰੀ ਪਰਮੇਸ਼ਰ ਤਾਂ ਖਾਂਡ ਖੰਡ ਰੂਪ ਹੈ, ਭਇਓ ਹੋਇਆ ਹੈ। ਜੋ ਮਾਇਆ ਜਾਂ ਮਾਇਆ ਰੂਪੀ ਰੇਤੇ ਵਿੱਚ ਮਿਲਿਆ ਹੋਇਆ ਹੈ, ਸੰਸਾਰ ਰੂਪੀ ਰੇਤੇ ਦੇ ਮਹਿ ਵਿੱਚ ਬਿਖਰਿਓ, ਖਿੰਡਿਆ ਹੋਇਆ ਹੈ, ਮਿਲਿਆ ਹੋਇਆ। ਇਹਦੇ ਵਿੱਚ ਭਾਵ ਅਨਾਤਮਾ ਦੇ ਵਿੱਚ ਪਰਮਾਤਮਾ ਮਿਲਿਆ ਹੋਇਆ ਹੈ। ਤੇ ਉਹ ਐਸਾ ਜੋ ਹੈ ਹਸਤੀ ਤੁਨਿਓ ਨਾ ਜਾਏ। ਉਹ ਹੰਕਾਰ ਰੂਪੀ ਹਸਤੀ ਹਾਥੀ ਤੋਂ ਚੁਣ ਕੇ ਖਾਧੀ ਨਹੀਂ ਜਾਏ। ਜੇ ਕਿ ਹਾਥੀ ਨੂੰ ਜੇ ਖੰਡ ਜਿਹੜੀ ਹੈ ਰੇਤੇ ਦੇ ਵਿੱਚ ਮਿਲੀ ਹੋਵੇ, ਹਾਥੀ ਨੂੰ ਕਹਿ ਦੇਵੇ ਵੀ ਉੱਥੇ ਲਿਜਾ ਕੇ ਛੱਡ ਦੇਵੇ ਵੀ ਖਾ ਲਵੇ, ਹਾਥੀ ਕੀ ਖਾਊਗਾ? ਪੈਰਾਂ ਨਾਲ ਮੱਧ ਕੇ ਰੱਖ ਦੂਗਾ। ਹੰਕਾਰੀ ਬੰਦਾ ਨਹੀਂ ਇਹ ਲਾਭ ਲੈ ਸਕਦਾ। ਹੰਕਾਰ ਰੂਪੀ ਹਾਥੀ ਇਹ ਕੱਢ ਕੇ ਉਹ ਚੁਣਿਓ ਨਾ ਜਾਏ, ਖਾ ਨਹੀਂ ਸਕਦਾ ਹੈ। ਇਸੇ ਤਰ੍ਹਾਂ ਜਿਵੇਂ ਹਾਥੀ ਦੇ ਕੋਲੋਂ ਰੇਤੇ ਵਿੱਚ ਖੰਡ ਜਿਹੜੀ ਹੈ ਉਹ ਖਾਧੀ ਨਹੀਂ ਜਾ ਸਕਦੀ, ਇਸ ਤਰ੍ਹਾਂ ਮਨ ਰੂਪੀ ਹਾਥੀ ਦੇ ਪਾਸੋਂ ਹਉਮੈ ਦੀ ਅਸਤੂਲਤਾ ਰੂਪ ਸੁੰਡ ਹੈ ਇਹਦੇ ਕੋਲ। ਹੰਕਾਰ ਵਾਲੇ ਸਾਧਨ ਕਰਨ ਰੂਪੀ ਖੰਡ ਜਿਹੜੀ ਹੈ ਨਾ ਉਹ ਚੁਣ ਕੇ ਖਾਧੀ ਨਹੀਂ ਜਾ ਸਕਦੀ, ਕਿਉਂਕਿ ਇਹਦਾ ਜਿਹੜਾ ਮਨ ਰੂਪੀ ਹਾਥੀ ਆ ਹਉਮੈ ਦੀ ਅਸਤੂਲਪਣਾ ਇਹਨਾਂ ਦੇ ਇਹ ਸੁੰਡ ਹੈ ਇਹਦੀ। ਹੰਕਾਰ ਵਾਲੇ ਸਾਧਨਾਂ ਦੇ ਕਾਰਨ ਹਰੀ ਰੂਪੀ ਖੰਡ ਚੁਣ ਕੇ ਖਾਧੀ ਨਹੀਂ ਜਾ ਸਕਦੀ। ਕਬੀਰ ਸਾਹਿਬ ਜੀ ਕਹਿੰਦੇ ਹਰੀ ਰੂਪ ਖੰਡ ਨੂੰ ਚੁਣ ਕੇ ਖਾਣ ਦਾ ਕੋਈ ਉਪਾਅ ਹੈ? ਕਹਿੰਦੇ ਹਾਂ ਦੱਸਦੇ ਹਾਂ। ਇਹ ਪੁੱਛਿਆ ਕਬੀਰ ਸਾਹਿਬ ਨੇ ਕੋਈ ਉਪਾਅ ਹੈ ਜੀ ਖਾਧੀ ਜਾ ਸੇ? ਕਹਿੰਦੇ ਹਾਂ, ਇਹ ਇੱਕ ਤਰੀਕਾ ਹੈ। ਕਹਿ ਕਮੀਰ ਕੁਲ ਜਾਤ ਪਾਂਤ ਤਜ। ਬਾਦ ਕਬੀਰ ਸਾਹਿਬ ਜੀ ਕਹਿੰਦੇ ਆਪਣੀ ਉੱਚੀ ਕੁਲ ਜਾਤੀ ਤੇ ਪਾਤ ਪੰਗਤੀ ਸ਼੍ਰੇਣੀ ਆਦਿ ਦਾ ਅਭਿਮਾਨਤਾ ਛੱਡ ਕੇ ਇਹਨੂੰ ਤਿਆਗ ਕਰਕੇ ਚੀਟੀ ਹੋਏ ਚੁਨ ਖਾਈ। ਚੀਟੀ ਕੀੜੀ ਬਾਦ ਨਿਮਰਤਾ ਵਾਲੀ ਬਿਰਤੀ ਸਹਿਤ ਹੋ ਕੇ ਬ੍ਰਹਮਾਕਾਰ ਬਿਰਤੀ ਰੂਪੀ ਕੀੜੀ ਹੋ ਕੇ ਹਰੀ ਰੂਪੀ ਖੰਡ ਨੂੰ ਮਾਇਆ ਰੂਪ ਰੇਤੇ ਦੇ ਵਿੱਚੋਂ ਚੁਣ ਕੇ ਖਾਧੀ ਜਾ ਸਕਦੀ ਹੈ। ਰੇਤੇ ਦੀ ਖੰਡ ਪਈ ਹੋਵੇ, ਕੀੜੀਆਂ ਛੱਡ ਦਿਓ, ਚੁਣ ਕੇ ਖਾ ਜਾਣਗੇ, ਉਹਦੇ ਵਿੱਚ ਉਹ ਰੇਤਾ ਪਿਆ ਰਹੂਗਾ। ਬ੍ਰਹਮਾਕਾਰ ਬਿਰਤੀ ਕੀੜੀਵਤ ਹੈ। ਪਰਮਾਤਮਾ ਖੰਡ ਰੂਪ ਹੈ ਜਿਹੜਾ ਸੰਸਾਰ ਦੇ ਮਿਲਿਆ ਹੋਇਆ, ਮਾਇਆ ਵਿੱਚ ਮਿਲਿਆ ਹੋਇਆ। ਤੇ ਇਸੇ ਤਰ੍ਹਾਂ ਜਿਵੇਂ ਲੋਕ ਇਹਦਾ ਦੂਜਾ ਤਰੀਕਾ ਇਹ ਵੀ ਹੈ, ਕਹਿੰਦੇ ਰੇਤੇ ਵਿੱਚ ਖੰਡ ਡੁੱਲ ਜਾਏ, ਰੇਤੇ ਸਮੇਤ ਉਹਨੂੰ ਇੱਕ ਬਰਤਨ 'ਚ ਪਾ ਕੇ ਇਕੱਠਾ ਕਰ ਲਈ ਜਾਏ। ਰੇਤਾ ਵੀ ਵਿੱਚ, ਖੰਡ ਵੀ ਵਿੱਚ। ਉਹ ਖੰਡ ਪਾਣੀ ਦੇ ਵਿੱਚ ਘੋਲ ਕੇ ਸਰਬਤ ਬਣਾ ਲਓ ਤੇ ਰੇਤਾ ਹੇਠਾਂ ਬੈਠ ਜਾਊਗਾ, ਜਿਹੜੀ ਖੰਡ ਹੈ ਘੁਲ ਕੇ ਪਾਣੀ ਦੇ ਉੱਪਰ ਆ ਜਾਊਗੀ। ਉਹ ਨਤਾਰ ਕੇ ਪਾ ਲਓ, ਉਹਨੂੰ ਕਾੜ ਲਓ, ਮੁੜ ਕੇ ਖੰਡ ਫੇਰ ਬਣ ਜਾਊਗੀ। ਇਹ ਦੂਸਰਾ ਤਰੀਕਾ ਹੈ। ਤੋ ਇਸ ਕਰਕੇ ਇਹ ਤਰੀਕੇ ਦੁਆਰਾ ਦੱਸਿਆ ਹੈ
ਉਹ ਮਿੱਠੀ ਮਿੱਠੀ ਅੱਗ ਦੇ ਉੱਤੇ ਸੇਕ ਲਾ ਕੇ ਨਾ ਉਹਨੂੰ ਜਿਵੇਂ ਫਿਰ ਮੁੜ ਕੇ ਵਾਸਤਵ ਰੂਪ ਚ ਲਾਇਆ ਜਾਂਦਾ, ਇਸੇ ਤਰ੍ਹਾਂ ਹਰੀ ਰੂਪ ਖੰਡ ਮਾਇਆ ਰੂਪੀ ਰੇਤੇ 'ਚ ਮਿਲੀ ਹੋਇਆ। ਜੇਕਰ ਇਹਨਾਂ ਦੋਨਾਂ ਨੂੰ ਸਤ ਸੰਗਤ ਰੂਪੀ ਪਾਤਰ ਵਿੱਚ ਮਿਲਾ ਕੇ ਪ੍ਰੇਮ ਰੂਪੀ ਪਾਣੀ ਪਾ ਦਈਏ, ਮਾਇਆ ਰੂਪੀ ਰੇਤਾ ਥੱਲੇ ਰਹਿ ਜਾਂਦਾ ਹੈ। ਫਿਰ ਨਾਮ ਦਾ ਅਭਿਆਸ ਕਰਨ ਰੂਪ ਸੇਵਾ ਰੂਪ ਤਪ ਦੀ ਮਿੱਠੀ ਮਿੱਠੀ ਅੱਗ, ਇਹ ਮੱਠੀ ਮੱਠੀ ਅੱਗ ਮਚਾ ਦਈਏ, ਫਿਰ ਪ੍ਰੇਮ ਰੂਪੀ ਪਾਣੀ ਵਿੱਚੋਂ ਪੂਰਨ ਹਰੀ ਰੂਪ ਖੰਡ ਨਿਕਲ ਆਉਂਦੀ ਹੈ। ਭਾਵ ਪ੍ਰੇਮ ਰੂਪੀ ਜਲ ਦੇ ਵਿੱਚੋਂ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਬਾਣੀ ਨਾਮ ਦਿਓ ਜਿਉ ਕੀ RAM ਕਲੀ ਘਰ ਪਹਿਲਾ। ਕਬੀਰ ਸਾਹਿਬ ਜੀ ਦੀ ਬਾਣੀ ਦਾ ਇੱਥੇ ਸਮਾਪਤੀ ਕਰਕੇ ਇੱਕ ਰਾਮ ਕਲੀ ਰਾਗ ਚ ਹੁਣ ਨਾਮਦੇਵ ਜੀ ਦੀ ਬਾਣੀ ਸ਼ੁਰੂ ਹੋਈ ਹੈ। ਬਾਣੀ ਨਾਮਦੇਵ ਜਿਉ ਕੀ, ਭਗਤ ਨਾਮਦੇਵ ਜੀ ਦੀ ਬਾਣੀ ਹੈ ਰਾਮ ਕਲੀ ਰਾਗੜੀਆਂ ਘਰ ਪਹਿਲਾ, ਪਹਿਲੇ ਸੁਰਤਾਲ ਵਿੱਚ ਹੈ। ਹਾਂਜੀ ਬੋਲੋ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਹੈ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਤੇ ਐਸੇ ਵਿਸ਼ੇਸ਼ਣ ਵਾਲਾ ਪਰਮੇਸ਼ਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਗਤ ਨਾਮਦੇਵ ਜੀ ਪਰਮੇਸ਼ਰ ਦਾ ਚਿੰਤਨ ਕਰਦਿਆਂ ਨਾਲ ਆਪਣੇ ਵਸਤਰਾਂ ਦੇ ਰੰਗਣ ਦਾ ਛਾਪਣ ਦਾ ਇਹ ਕੰਮ ਕਰਿਆ ਕਰਦੇ। ਇਹਨਾਂ ਦਾ ਸਮਕਾਲੀ ਇੱਕ ਭਗਤ ਤਰਲੋਚਨ ਜੀ ਹੋਏ ਨਾ, ਉਹ ਭਗਤ ਜੀ ਨੂੰ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਇਆ। ਨਾਮਦੇਵ ਜੀ ਦੇ ਨਾਮ ਦੇ ਰਸ ਨੂੰ, ਕਿਉਂਕਿ ਭਗਤ ਨਾਮਦੇਵ ਤਾਂ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਆ, ਉਹਦੇ ਵਿੱਚ ਗੁਰੁਚ ਹੋਏ ਰਹਿੰਦੇ ਨੇ। ਤਰਲੋਚਨ ਜੀ ਆ ਗਏ, ਨਾਮਦੇਵ ਜੀ ਨੂੰ ਦੇਖਿਆ ਕੰਮ ਕਰਦੇ ਨੂੰ। ਤਰਲੋਚਨ ਨੇ ਘਰ ਵਿੱਚ ਪ੍ਰਵੇਸ਼ ਹੁੰਦਿਆਂ ਵੇਖ ਕੇ ਨਾਮਦੇਵ ਜੀ ਨੂੰ ਚੰਦੇ ਠਾਕ ਰਹੇ ਆ। ਇਹ ਕੰਮ ਕਰਦਿਆਂ ਤਰਲੋਚਨ ਨੇ ਇੱਕ ਮਿਹਣਾ ਜਾ ਮਾਰਿਆ, ਕਹਿੰਦੇ ਨਾਮਾ ਮਾਇਆ ਮੋਹਿਆ। ਓਏ ਨਾਮਦੇਵ ਤੂੰ ਤਾਂ ਮਾਇਆ ਦਾ ਮੋਹਿਆ ਹੋਇਆ। ਕੌਣ ਕਹਿੰਦਾ? ਕਹਿ ਤਰਲੋਚਨ ਮੀਤ। ਨਾਮਦੇਵ ਜੀ ਨੇ ਫਿਰ ਇਹ ਤਰਲੋਚਨ ਦਾ ਸ਼ਬਦ ਕਹਿ ਦਿੱਤਾ, ਨਾਲ ਆਪ ਕਿਹਾ। ਕਹਿੰਦੇ ਕੀ ਕਿਹਾ ਮੈਨੂੰ? ਕਹਿੰਦੇ ਕਾਹੇ ਛਿਪ ਹੋ ਸ਼ਾਇਲ ਹੈ ਰਾਮ ਨਾ ਲਾਮੋ ਚੀਤ। ਉਹ ਛਿੰਬਿਆਂ ਵਾਲੇ ਕੰਮ ਕਰੀਆਂ ਤਾਂ ਨਾਮ ਹੀ ਨਹੀਂ ਜਪਦਾ, ਮੈਂ ਤਾਂ ਕਿਹਾ ਕਿਤੇ ਬੰਦਗੀ ਕਰਦਾ ਹੋਏਗਾ। ਇਹ ਸੁਣ ਕੇ ਉਹ ਨਾਮਦੇਵ ਜੀ ਨੇ ਕਿਹਾ ਸੀ ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕੌਣ ਕਹਿੰਦਾ ਹੈ ਵੀ ਨਾਮ ਕਦੇ ਕੰਮ ਛੱਡ ਕੇ ਹੀ ਜਪਿਆ ਜਾਂਦਾ? ਜਿਹਨੇ ਨਹੀਂ ਜਪਣਾ ਕੰਮ ਛੱਡ ਕੇ ਵੀ ਨਹੀਂ ਜਪਦਾ, ਜਿਹਨੇ ਜਪਣਾ ਕੰਮ ਕਰਦੇ ਵੀ ਜਪ ਸਕਦਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਮਿੱਤਰ ਤਰਲੋਚਨ, ਪਰਮੇਸ਼ਰ ਦਾ ਨਾਮ ਮੁਖ ਦੇ ਨਾਲ ਜਪਣਾ, ਸੰਭਾਲਣਾ ਕਰ, ਯਾਦ ਕਰ, ਹੱਥਾਂ ਪੈਰਾਂ ਦੇ ਨਾਲ ਕੰਮ ਕਰ। ਤਰਲੋਚਨ ਜੀ ਕਹਿਣ ਲੱਗੇ ਵੀ ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਇੱਕੋ ਵਕਤ ਇੱਕ ਕੰਮ ਹੋ ਸਕਦਾ, ਦੋ ਨਹੀਂ ਹੋ ਸਕਦੇ। ਕਹਿੰਦੇ ਕਿਉਂ ਨਹੀਂ ਹੋ ਸਕਦੇ? ਕਹਿੰਦੇ ਦੱਸੋ, ਦ੍ਰਿਸ਼ਟਾਂਤ ਦਿਓ ਕੋਈ। ਨਾਮਦੇਵ ਫਿਰ ਦ੍ਰਿਸ਼ਟਾਂਤ ਦੇਣ ਲੱਗੇ। ਕਹਿੰਦੇ ਲੈ ਆਹ ਦੱਸ ਵੀ ਦੋ ਕੰਮ ਕਿਵੇਂ ਹੋ ਰਹੇ ਨੇ, ਕਿਸ ਤਰ੍ਹਾਂ ਪਰਮੇਸ਼ਰ ਦਾ ਭਜਨ ਕਿਵੇਂ ਹੋ ਸਕਦਾ ਹੈ? ਤਾਂ ਨਾਮਦੇਵ ਜੀ ਨੇ ਅੱਗੇ ਸਾਧ ਸਿੰਘ ਜੀ ਸ਼ਬਦ ਜਿੱਥੋਂ ਸ਼ੁਰੂ ਹੁੰਦਾ ਹੈ, ਪਹਿਲਾਂ ਤੁਕ ਬੋਲ ਦਿਓ ਜੀ। ਆਨੀਲੇ ਕਾਗਦ ਕਾਟੀਲੇ ਗੂਡੇ, ਇੱਥੋਂ ਦਾ ਸ਼ਬਦ ਸ਼ੁਰੂ ਹੁੰਦਾ ਹੈ, ਪਰ ਇਹਦੇ ਅਰਥ ਨਹੀਂ ਇੱਥੋਂ ਸ਼ੁਰੂ ਹੁੰਦੇ। ਰਾਹ ਵਾਲੀ ਤੁਕ ਬੋਲ ਦਿਓ ਜੀ। ਮਨ ਰਾਮ ਨਾਮਾ, ਮਨ ਰਾਮ ਨਾਮਾ ਵਿਧੀਲੇ। ਹੇ ਤਰਲੋਚਨ ਜੀ, ਇਉਂ ਮੇਰਾ ਮਨ ਚਿੱਤ ਰਾਮ ਪਰਮੇਸ਼ਰ ਦੇ ਨਾਮ ਵਿੱਚ ਵਿਧੀਲੇ ਬਿੰਨਿਆ ਗਿਆ ਹੈ। ਕਿਵੇਂ ਬਿੰਨਿਆ ਗਿਆ ਦੱਸ ਦੇਣ। ਜੈਸੇ ਕਨਕ ਕਲਾ ਚਿਤ ਮੰਡੀਲੇ, ਜਿਵੇਂ ਸੁਨਿਆਰਾ ਕਣਕ ਸੋਨੇ ਦੇ ਕਲਾ ਰਵਾਲੇ ਕਿਣ ਕੇ ਉਹਨਾਂ ਦੇ ਉੱਤੇ ਆਪਣਾ ਚਿੱਤ ਮੰਡੀਲੇ ਜੋੜ ਇਸਤਤ ਕਰਕੇ ਰੱਖਦਾ ਹੈ। ਇੱਕ ਇੱਕ ਕਣ ਇਕੱਠਾ ਕਰਕੇ ਉਸਨੇ ਨਾ ਉਹ ਉਹਦੇ ਸੋਨੇ ਦੇ ਗਹਿਣਿਆਂ ਦੇ ਉੱਤੇ ਟਿਕਾ ਟਿਕਾ ਕੇ ਤੇ ਇਹ ਗਹਿਣੇ ਬਣਾਉਂਦਾ ਹੈ। ਤੇ ਇਸ ਪ੍ਰਕਾਰ ਕਹਿੰਦੇ ਉਹਦਾ ਜਿਵੇਂ ਚਿੱਤ ਲੱਗਿਆ ਹੋਇਆ ਹੈ, ਇਸ ਤਰ੍ਹਾਂ ਦਾ ਮੇਰਾ ਮਨ ਲੱਗਿਆ। ਹੁਣ ਫਿਰ ਸ਼ੁਰੂ ਤੋਂ ਜਿਸ ਪ੍ਰਕਾਰ ਹੈ ਦੱਸਦੇ ਹਨ, ਸੁਣੋ ਜੀ। ਆਨੀਲੇ ਕਾਗਦ ਕਾਟੀਲੇ ਗੂਡੇ, ਇਹਨੂੰ ਭਾਈ ਲੈ ਜਿਹੜਾ ਸ਼ਬਦ ਹੈ ਨਾ, ਲੱਲਾ ਜਿਹੜਾ ਪਿਛੇਤਰ ਕਰਨਾ ਹੈ, ਆ ਨੀਲੇ ਨਾ ਬਣ ਜਾਵੇ, ਕਿਤੇ ਆੜਾ ਗੇਤਰ ਹੋ ਗਿਆ, ਨੀਲੇ ਸ਼ਬਦ ਪਿੱਛੇ ਰਹਿ ਗਿਆ, ਗਲਤ ਹੋ ਜਾਊਗਾ ਪਾਠ। ਆਨੀ ਲੈ ਅੱਖਰ ਇਕੱਠੀ ਰੱਖਣੇ ਨੇ, ਸੰਬੰਧਿਤ ਹੈ। ਹੇ ਤਰਲੋਚਨ ਜੀ, ਜਿਵੇਂ ਬੱਚਾ ਦੁਕਾਨ ਤੋਂ ਕਾਗਜ਼ ਆਨੀ ਲੈ ਲਿਆ ਕੇ ਉਹ ਕੀ ਕਰਦਾ ਹੈ, ਉਸ ਦੀ ਘਰ ਵਿੱਚ ਗੁੱਡੀ ਪਤੰਗ ਤਿਆਰ ਕਰ ਲੈਂਦਾ ਹੈ। ਕਾਟੀ ਲੈ ਕੱਟ ਕੇ ਬਣਾਉਣਾ ਪੈਂਦਾ ਨਾ, ਕਾਗਜ਼ ਕੱਟ ਕੇ ਉਹਨੂੰ ਕੱਟ ਲੈਂਦਾ, ਪਤੰਗ ਬਣਾ ਲੈਂਦਾ। ਤੇ ਫਿਰ ਉਹ ਜਿਹੜੀ ਗੁੱਡੀ ਹੈ ਤੇ ਉਸ ਪਤੰਗ ਨੂੰ ਡੋਰ ਬੰਨ੍ਹ ਕੇ ਤੇ ਆਕਾਸ਼ ਦੇ ਵਿੱਚ ਚੜਾਉਂਦਾ ਹੈ। ਆਕਾਸ਼ ਮੱਧੇ ਭਰਮੀ ਵਾਲੇ, ਇਹ ਭਰਮੀ ਤੇ ਅਲੇ ਦੇ ਵਿਚਾਰੇ ਫੇਰ ਥੋੜਾ ਜਿਹਾ ਡੈਸ਼ ਹੈ। ਭਰਮੀ ਵਾਲੇ ਤੇ ਭਰਮੀ ਵਾਲੇ ਨਾ ਬਣ ਜਾ ਪਾਠ, ਭਰਮੀ ਵਾਲੇ। ਉਹ ਡੋਰ ਬੰਨ੍ਹ ਕੇ ਆਕਾਸ਼ ਵਿੱਚ ਮੱਧੇ ਵਿੱਚ
ਭਰਮਾਉਣ ਕਰਦਾ ਹੈ, ਉਡਾਉਣਾ ਕਰਦਾ ਹੈ, ਖੁਸ਼ ਹੁੰਦਾ ਹੈ। ਪੰਚ ਜਨਾ ਸਿਓ ਬਾਤ ਬਤਊਆ। ਕਹਿੰਦੇ ਨਾਮਦੇਵ ਜੀ ਕਹਿੰਦੇ ਨੇ ਤਰਲੋਚਨ ਜੀ, ਉਹ ਆਪਣੇ 5-7 ਸਾਥੀਆਂ ਦੇ ਨਾਲੇ ਤਾਂ ਗੱਲਾਂ ਕਰੀ ਜਾਂਦਾ ਹੈ, ਨਾਲੇ ਫਿਰ ਪਤੰਗ 'ਚ ਉਹਦੀ ਸੁਰਤੀ ਹੁੰਦੀ ਹੈ, ਗੱਲਾਂ ਬਾਤਾਂ ਕਰਦਾ ਹੋਇਆ ਵੀ, ਤੇ ਉਹਨਾਂ ਨੂੰ ਪੰਜ ਜਨਾਂ ਸੋਂ ਬਾਤ ਬਤਊਆ, ਗੱਲਾਂ ਵੀ ਕਰੀ ਜਾਂਦਾ, ਜਿਹੜਾ ਉਹ ਪੁੱਛਦੇ ਦੱਸੀ ਵੀ ਜਾਂਦਾ, ਪਰ ਧਿਆਨ ਆਪਣਾ ਪਤੰਗ 'ਚ ਰੱਖਿਆ ਹੁੰਦਾ। ਕਹਿੰਦੇ ਆ ਬੱਚਾ 2 ਕੰਮ ਕਿਵੇਂ ਕਰਦਾ, ਤੂੰ ਕਿਵੇਂ ਕਹਿੰਦਾ ਵੀ 2 ਕੰਮ ਨਹੀਂ ਹੋ ਸਕਦੇ, ਆ ਬੱਚਾ ਕਰ ਰਿਹਾ, ਬੱਚੇ ਤੋਂ ਹੀ ਸਿੱਖਿਆ ਲੈ ਲੈ। ਉਹ ਗੱਲਾਂ ਕਰਦਾ ਹੋਇਆ ਨਾਲੇ ਪਤੰਗ ਉਡਾਈ ਜਾਂਦਾ, ਨਾ ਗੱਲਾਂ ਕਰਦਾ ਆਪਣੇ ਸਾਥੀਆਂ ਨਾਲ। ਚੀਤ ਸੋ ਡੋਰੀ ਰਾਖੀਐ ਲੈ। ਗੱਲਾਂ ਕਰਦਾ ਹੋਇਆ ਚਿੱਤ ਆਪਣਾ ਡੋਰੀ ਦੇ ਵਿੱਚ, ਪਤੰਗ ਦੇ ਵਿੱਚ, ਉਹ ਡੋਰੀ ਦੇ ਵਿੱਚ ਵੀ ਰੱਖਦਾ, ਪਤੰਗ ਦੇ ਨਾਲ ਬੰਨੀ ਹੋਈ ਹੈ। ਚਿੱਤ ਨੂੰ ਉਸ ਗੁੱਡੀ ਪਤੰਗ ਦੀ ਡੋਰੀ ਵਿੱਚ ਰਾਖੀ ਲਈ ਰੱਖਿਆ ਹੋਇਆ, ਹਲਾਉਂਦਾ ਰਹਿੰਦਾ ਹੈ। ਤੇ ਦੂਸਰਾ ਮੇਰੇ ਪਤੰਗ ਨੂੰ ਕੱਟ ਨਾ ਦੇਵੇ, ਡੋਰੀ ਨੂੰ ਤੁਣਕਦਾ ਰਹਿੰਦਾ ਹੈ, ਇਹ ਗੁੱਡੀ ਥੱਲੇ ਨਾ ਡਿੱਗ ਜਵੇ, ਹੇਠਾਂ ਨਹੀਂ ਡਿੱਗਣ ਦਿੰਦਾ। ਤੇ ਇਸ ਪ੍ਰਕਾਰ ਹੁਣ ਇਹਦਾ ਸਾਸ ਨਹੀਂ, ਅੰਤਰੀ ਭਾਵ ਸੁਣੋ। ਆਨੀ ਲੈ ਕਾਗਦ ਕਾਟੀ ਲੈ ਗੁੱਡੀ। ਇਸੇ ਪ੍ਰਕਾਰ ਜਗਿਆਸੂ ਜਨ 5 ਤੱਤਾਂ ਰੂਪੀ ਕਾਗਜ਼ ਨੂੰ ਲਿਆ ਕੇ ਦੇ ਰੂਪੀ ਗੁੱਡੀ, ਜਗਿਆਸੂ ਜਨ ਨੇ 5 ਤੱਤਾਂ ਰੂਪੀ ਕਾਗਜ਼ ਲਿਆ ਕੇ ਦੇ ਰੂਪੀ ਗੁੱਡੀ ਨੂੰ ਕੱਟਣਾ ਕੀਤਾ, ਭਾਵ ਮਾਤਾ ਪਿਤਾ ਦੇ ਗਰਭ ਵਿੱਚੋਂ ਇਸ ਦਾ ਜਨਮ ਹੋਇਆ ਹੈ। ਅਤੇ ਫਿਰ ਦੇ ਰੂਪੀ ਗੁੱਡੀ ਦੇ ਵਿੱਚ ਬ੍ਰਹਮਾਕਾਰ ਬਿਰਤੀ ਰੂਪ ਡੋਰੀ ਪਾ ਕੇ ਆਕਾਸ਼ ਮੱਧੇ ਭਰਮੀਐ ਲੈ। ਜਿਹਦਾ ਆਕਾਸ਼ ਰੂਪੀ ਬ੍ਰਹਮ ਵਿੱਚ ਭਰਮਾਉਣਾ ਕੀਤਾ ਹੈ। ਪੰਜ ਜਨਾ ਸਿਓ ਬਾਤ ਬਤਊਆ। 5 ਸੰਤ ਜਨਾਂ ਨਾਲ ਮਿਲ ਕੇ ਸਰਵਣ ਦੀਆਂ ਗੱਲਾਂ ਤੇ ਮੰਨਣ ਦੀਆਂ ਬਾਤਾਂ ਕਰਦਾ ਰਹਿੰਦਾ ਹੈ, ਅਤੇ ਚਿੱਤ ਨੂੰ ਬ੍ਰਹਮਾਕਾਰ ਬਿਰਤੀ ਰੂਪ ਡੋਰੀ ਦੇ ਵਿੱਚ ਹੀ ਇਉਂ ਫਿਰ ਦੱਸਦਾ ਹਾਂ, ਬੋਲਿਓ। ਚਿਤ ਸੋ ਡੋਰੀ ਰਾਖੀਐ ਲੈ। ਚਿੱਤ ਨੂੰ ਬ੍ਰਹਮਾਕਾਰ ਬਿਰਤੀ ਰੂਪ ਡੋਰੀ ਵਿੱਚ ਲਾਈ ਰੱਖਦਾ ਹੈ, ਭਾਵ ਬ੍ਰਹਮਾਕਾਰ ਰੂਪੀ ਡੋਰੀ ਵਿੱਚ ਖਿਆਲ ਰੱਖਦਾ ਹੈ, ਕਿਤੇ ਦੇਹ ਰੂਪੀ ਗੁੱਡੀ ਉਥਾਨ ਹੋ ਕੇ ਸੰਸਾਰ ਦੇ ਪਦਾਰਥਾਂ ਵਿੱਚ ਨਾ ਡਿੱਗ ਪਵੇ। ਮਨ ਰਾਮ ਨਾਮਾ ਬੇਦੀਐ ਲੈ। ਹੇ ਭਾਈ, ਇਉਂ ਮੇਰਾ ਮਨ ਰਾਮ ਪਰਮੇਸ਼ਰ ਦੇ ਨਾਮ 'ਚ ਬੇਦੀ ਲਈ ਬਿੰਨਿਆ ਗਿਆ ਹੈ। ਕਿਵੇਂ ਬਿੰਨਿਆ ਗਿਆ ਦੱਸ ਦੇਣ। ਜੈਸੇ ਕਨਕ ਕਲਾ ਚਿਤ ਮਾਂਡੀਐ ਲੈ। ਜਿਵੇਂ ਸੁਨਿਆਰਾ ਕਣਕ ਸੋਨੇ ਦੇ ਕਲਾ ਰਵਾਲੇ ਕਿਣ ਕੇ ਉਹਨਾਂ ਦੇ ਉੱਤੇ ਆਪਣੇ ਚਿੱਤ ਨੂੰ ਮਾਂਡੀਏ ਲਈ ਜੋੜ ਕੇ ਇਸਤਤ ਕਰਕੇ ਰੱਖਦਾ ਹੈ। ਇਸ ਪ੍ਰਕਾਰ ਕਿਉਂਕਿ ਸੁਨਿਆਰ ਨੇ ਚੋਰੀ ਕਰਨ ਵਾਲੇ ਜਿਹੜੇ ਸੁਨਿਆਰ ਨੇ ਉਹਨਾਂ ਦਾ ਚਿੱਤ ਆਪਣੀ ਕਲਾ ਤੇ ਕਲਾਬਾਜ਼ੀ ਦੁਆਰਾ ਸੋਨਾ ਚੁਰਾਉਣ ਵਿੱਚ ਰਚਿਆ ਹੁੰਦਾ ਹੈ, ਭਾਵ ਇਹ ਖਿਆਲ ਰੱਖਦਾ ਹੈ ਕਿ ਮੈਂ ਪਤਲੇ ਹੋਏ ਸੋਨੇ ਨੂੰ ਕਿਸ ਤਰ੍ਹਾਂ ਨਾਲੀ ਰਹੀ ਖਿੱਚ ਲਵਾਂ ਜਾਂ ਕਿਸੇ ਤਰੀਕੇ ਨਾਲ ਚੁਰਾ ਲਵਾਂ। ਇਸ ਤਰੀਕੇ ਸੋਨੇ ਦੀ ਨਿਆਈ ਪਰਮੇਸ਼ਰ ਵਿੱਚ ਕਲਾ ਜੁਗਤੀ ਦੁਆਰਾ ਚਿੱਤ ਰਚਾਇਆ ਹੋਇਆ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ, ਆਨੀ ਲੈ ਕੁੰਭ ਭਰਾਈ ਲੈ ਊਦਕ। ਜਿਵੇਂ ਕੁੰਭ ਘੜੇ ਨੂੰ ਖੂਹ ਤੇ ਕੰਢੇ ਤੇ ਆਨੇ ਲੈ ਲਿਆ ਕੇ ਉੱਥੇ ਉਦਕ ਪਾਣੀ ਨਾਲ ਭਰਾਈਏ ਲੈ ਭਰ ਕੇ ਆਪਣੇ ਸਿਰ ਦੇ ਉੱਤੇ ਰੱਖ ਲਈਦਾ ਹੈ। ਰਾਜ ਕੁਆਰ ਪੁਰੰਦਰੀਏ। ਰਾਜ ਦਾਸੀਆਂ, ਰਾਜ ਕੁਆਰੀਆਂ, ਰਾਜੇ ਦੀਆਂ ਦਾਸੀਆਂ ਪੁਰੰਦਰੀਏ ਪੂਰੀ ਮੰਦਰ ਦੇ ਮਹਿਲ ਵਿੱਚ ਅੰਦਰ ਨੂੰ ਤੁਰੀਆਂ ਆਉਂਦੀਆਂ ਹਨ। ਹਸਤ ਵਿਨੋਦ ਵਿਚਾਰ ਕਰਤੀ ਹੈ। ਆਪਣੀਆਂ ਸਖੀਆਂ ਸਹੇਲੀਆਂ ਨਾਲ ਹੱਸਦੀਆਂ ਵੀ ਨੇ, ਹੱਥਾਂ ਨਾਲ ਆਪਣੇ ਗਹਿਣੇ ਸਵਾਰਦੀਆਂ ਨੇ, ਅਨੇਕਾਂ ਵਿਨੋਦ ਕੌਤੁਕ ਵੀ ਕਰਦੀਆਂ ਨੇ, ਘੜੇ ਤੋਂ ਹੱਥ ਵੀ ਛੱਡੇ ਹੋਏ ਨੇ, ਅਨੇਕਾਂ ਕੌਤੁਕ ਵਾਲੀਆਂ ਗੱਲਾਂ ਵਿਚਾਰ ਕਰਦੀ ਤੁਰੀ ਆਉਂਦੀ ਹੈ। ਤਾਂ ਆਪਣਾ ਜਿਹੜਾ ਚਿੱਤ ਹੈ ਉਸ ਦਾ ਚੀਤ ਸੋ ਗਾਗਰ ਰਾਖੀਐ ਲੈ। ਪਰ ਆਪਣਾ ਚਿੱਤ ਉਹਨੇ ਗਾਗਰ ਦੇ ਵਿੱਚ ਘੜੇ ਦੇ ਵਿੱਚ ਰੱਖਿਆ ਹੁੰਦਾ ਹੈ, ਕਿਤੇ ਘੜਾ ਸਿਰ ਤੋਂ ਡਿੱਗ ਨਾ ਜਾਵੇ ਤੇ ਗਰਦਨ ਡੋਲ ਨਾ ਜਾਵੇ, ਘੜਾ ਡਿੱਗ ਪਵੇਗਾ। ਇਉਂ ਫਿਰ ਅਸੀਂ ਪਰਮੇਸ਼ਰ ਦੇ ਨਾਲ ਇਉਂ ਚਿੱਤ ਜੋੜਿਆ। ਇਹ 2 ਕੰਮ ਜਿਵੇਂ ਕੁੜੀਆਂ ਕਰ ਸਕਦੀਆਂ ਨਾ, ਤੇ ਤੂੰ ਕਿਉਂ ਨਹੀਂ ਕਰ ਸਕਦਾ? ਨਾਮਦੇਵ ਜੀ ਇਹ ਦੱਸਦੇ ਹੁਣ ਇਹਦਾ ਅੰਤਰੀ ਭਾਵ ਸੁਣੋ ਇਸੇ ਪ੍ਰਕਾਰ ਜੀ। ਆਨੀ ਲੈ ਕੁੰਭ ਭਰਾਈ ਲੈ ਊਦਕ। ਬ੍ਰਹਮਾਕਾਰ ਬਿਰਤੀ ਰੂਪ ਘੜੇ ਦੇ ਤਾਈਂ ਸਤ ਸੰਗਤ ਰੂਪੀ ਖੂਹ ਦੇ ਕਿਨਾਰੇ ਤੇ ਲਿਆ ਕੇ ਉੱਥੇ ਪ੍ਰੇਮ ਰੂਪੀ ਪਾਣੀ ਨਾਲ ਭਰਿਆ ਹੈ, ਅਤੇ ਫਿਰ ਇਹਨੂੰ ਭਰ ਕਰਕੇ ਰਾਜ ਕੁਆਰ ਪੁਰੰਦਰੀਏ। ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੁੱਧ ਰੂਪੀ ਦਾਸੀ ਅੰਤਰਮੁਖ ਬਿਰਤੀ ਵੱਲ ਨੂੰ ਆ ਰਹੀ ਹੈ, ਅਤੇ ਹਸਤ ਵਿਨੋਦ ਵਿਚਾਰ ਕਰਤੀ ਹੈ। ਬੁੱਧ ਰੂਪ ਦਾਸੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੋਈ ਹੱਸਦੀ ਹੈ, ਉਹਦੇ ਸਰਗੁਣ ਸਰੂਪ ਦੇ ਕੌਤਕਾਂ ਨੂੰ ਕਥਨ ਕਰਦੀ ਹੈ, ਨਿਰਗੁਣ ਸਰੂਪ ਦੀ ਵਿਚਾਰ ਵੀ ਕਰਦੀ ਹੈ,
ਤੇ ਪਰ ਚੀਤ ਸੋ ਗਾਗਰ ਰਾਖੀਐ ਲੈ। ਆਪਣੇ ਚਿੱਤ ਨੂੰ ਉਸ ਬ੍ਰਹਮਾਕਾਰ ਰੂਪੀ ਘੜੀ ਦੇ ਵਿੱਚ ਸਥਿਤ ਰੱਖਦੀ ਹੈ। ਮੰਦਰ ਏਕ ਦਵਾਰ 10 ਜਾ ਕੇ। ਜਿਵੇਂ ਇੱਕ ਮੰਦਰ ਇੱਕ ਸ਼ਹਿਰ ਤੇ ਜਿਵੇਂ ਇੱਕ ਮੰਦਰ ਸ਼ਹਿਰ ਜਾਂ ਮਕਾਨ ਹੋਵੇ ਉਹਦੇ 'ਚ 10 ਦੁਆਰੇ ਦਰਵਾਜ਼ੇ ਹੋਣ, ਭਾਵ ਕੋਈ ਕਿਸੇ ਪਾਸੇ ਕੋਈ ਕਿਸੇ ਵੱਲ ਜਾਂਦਾ ਹੋਵੇ। ਗਊ ਚਰਾਵਨ ਛਾਡੀਐ ਲੈ। ਉਸ ਸ਼ਹਿਰ ਜਾਂ ਮਕਾਨ ਵਿੱਚੋਂ ਗਵਾਲਾ ਗਊਆਂ ਚਰਾਉਣ ਵਾਸਤੇ ਘਾਹ ਚਰਾਵਣ ਦੇ ਲਈ ਆਪਣੀਆਂ ਗਾਵਾਂ ਨੂੰ ਛਾਡੀਏ ਲਈ ਛੱਡਦਾ ਹੈ। 5 ਕੋਸ ਪਰ ਗਊ ਚਰਾਵਤ। 5 ਕੋਹਾਂ ਦੇ ਉੱਤੇ 5 ਕੋਹਾਂ ਦੀ ਦੂਰੀ ਤੇ ਗਵਾਲਾ ਗਊਆਂ ਨੂੰ ਘਾਹ ਚਰਾਉਣ ਦੇ ਲਈ ਲੈ ਜਾਂਦਾ ਹੈ। ਚੀਤ ਸੋ ਬਸ਼ਰਾ ਰਾਖੀਐ ਲੈ। ਪਰ ਉਹ ਗਊਆਂ ਘਾਹ ਚਰਦੀਆਂ ਹੋਈਆਂ ਆਪਣੇ ਚਿੱਤ ਦੇ ਵਿੱਚ ਉਹ ਬੱਛਾ ਜਿਹੜਾ ਨਾ ਉਹਨੂੰ ਚੇਤੇ ਰੱਖਦੀਆਂ ਨੇ। ਤੇ ਗਾਵਾਂ ਵੀ ਪਸ਼ੂ ਵੀ 2 ਕੰਮ ਕਰ ਲੈਂਦੇ ਆ। ਆਪਾਂ ਨਾਮ ਜਪ ਕੇ ਨਾਮ ਜਪਣ ਦਾ ਤੇ ਕੰਮ ਕਰਨ ਦਾ ਕਿਉਂ ਨਹੀਂ 2 ਕੰਮ ਇਕੱਠੇ ਕਰ ਸਕਦੇ? ਨਾਮ ਦੇ ਇਹਦਾ ਉੱਤਰ ਦਿੰਦੇ ਆ ਵੀ ਕੰਮ ਕਰਦੇ ਨਾਮ ਜਪਿਆ ਜਾ ਸਕਦਾ ਹੈ। ਤੇ ਇਹ ਤਾਂ ਪਸ਼ੂ ਵੀ ਕਰ ਲੈਂਦੇ ਨੇ 2 ਕੰਮ। ਗਾਂ ਆਪਣੇ ਬੱਚੇ ਨੂੰ ਵੀ ਚੇਤੇ ਕਰਦੀ ਹੈ, ਬੱਚੇ ਨੂੰ ਤੇ ਘਾਹ ਵੀ ਖਾਂਦੀ ਹੈ। ਇਸੇ ਪ੍ਰਕਾਰ ਜੇ ਮੰਦਰ ਏਕ ਦਵਾਰ 10 ਜਾ ਕੇ। ਸਰੀਰ ਰੂਪੀ ਇੱਕ ਮੰਦਰ ਹੈ, 9 ਗੋਲਕਾਂ ਤੇ ਇੱਕ 10ਵਾਂ ਦਵਾਰ ਦਾ ਇਹਦੇ 'ਚ ਦਰਵਾਜ਼ੇ ਲੱਗੇ ਹੋਏ ਨੇ। ਇਹ ਜਿਹੜੇ 10 ਦਰਵਾਜ਼ੇ ਹਨ ਜਗਿਆਸੂ ਰੂਪ ਗਵਾਲੇ ਨੇ। ਗਊ ਚਰਾਵਨ ਛਾਡੀਐ ਲੈ। ਜਗਿਆਸੂ ਰੂਪ ਗਵਾਲੇ ਨੇ ਬ੍ਰਹਮਾਕਾਰ ਬਿਰਤੀ ਰੂਪ ਗਊ ਆਸਾ ਰੂਪੀ ਨਦੀ ਤੋਂ ਪਾਰ ਘਾਹ ਚਰਾਉਣ ਵਾਸਤੇ ਛੱਡਣਾ ਕੀਤੀ ਹੈ। 5 ਕੋਸ ਪਰ ਗਊ ਚਰਾਵਤ। 5 ਕੋਸ਼ਾਂ ਰੂਪ ਪਹਾੜਾਂ ਤੋਂ ਪਰੇ ਬ੍ਰਹਮਾਕਾਰ ਬਿਰਤੀ ਰੂਪ ਗਊ ਨੂੰ ਘਾਹ ਚਰਾਉਣਾ ਕੀਤਾ ਹੈ ਪਰਮੇਸ਼ਰ ਦੇ ਨਾਮ ਦਾ। ਚੀਤ ਸੋ ਬਸ਼ਰਾ ਰਾਖੀਐ ਲੈ। ਪਰ ਬ੍ਰਹਮਾਕਾਰ ਬਿਰਤੀ ਰੂਪ ਗਊ ਆਪਣਾ ਚਿੱਤ ਸੋ ਉਹ ਚੇਤਨ ਸਰੂਪ ਰੂਪੀ ਬੱਚੇ ਦੀ ਪ੍ਰਾਪਤੀ ਵਿੱਚ ਹੀ ਰੱਖਦੀ ਹੈ। ਕਹਿਤ ਨਾਮ ਦਿਓ ਸੁਨੋ ਤਿਲੋਚਨ। ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਤਿਲੋਚਨ ਭਗਤੀ ਮੇਰੀ ਇਹ ਬਚਨ ਸੁਣਨਾ ਕਰ ਤੋਂ। ਬਾਲਕ ਪਾਲਨ ਪੌਡੀਐ ਲੈ। ਜਿਵੇਂ ਮਾਤਾ ਆਪਣੀ ਗੋਦੀ ਵਾਲੇ ਛੋਟੇ ਬੱਚੇ ਨੂੰ ਪਾਲਣ ਭੰਬੂੜੇ ਦੇ ਉੱਤੇ ਪੌਡੀਐ ਲੈ ਉਹਨੂੰ ਪਾ ਦਿੰਦੀ ਹੈ, ਸੁਲਾ ਦਿੰਦੀ ਹੈ। ਅੰਤਰ ਬਾਹਰ ਕਾਜ ਵਿਰੋਧੀ। ਕਦੇ ਘਰ ਦੇ ਅੰਦਰਲੇ ਤੇ ਕਦੇ ਘਰ ਦੇ ਬਾਹਰ ਕਾਜ ਕੰਮ ਕਰਦੀ ਵਿਰੋਧੀ ਰੁਕੀ ਹੋਈ ਹੈ ਕੰਮ ਦੇ ਵਿੱਚ। ਬੇਰੁੱਧੀ ਵਿਸ਼ੇਸ਼ ਕਰਕੇ ਰੁੱਧੀ ਗੁੱਝੀ ਹੋਈ ਹੈ, ਕੰਮ ਦੇ ਵਿੱਚ ਰੁੱਝੀ ਹੋਈ ਹੈ। ਚਿਤ ਸੋ ਬਾਰਿਕ ਰਾਖੀਐ ਲੈ। ਪਰ ਆਪਣਾ ਚਿੱਤ ਉਸ ਆਪਣੇ ਬਾਲਕ ਦੇ ਵਿੱਚ ਰੱਖਦੀ ਹੈ। ਖਿਆਲ ਬੱਚੇ ਦਾ ਨਹੀਂ ਭੁੱਲਦਾ ਮਾਤਾ ਨੂੰ, ਨਾਲੇ ਕੰਮ ਕਰਦੀ ਹੈ। ਫਿਰ ਨਾਮ ਪਰਮੇਸ਼ਰ ਦਾ ਜਪਦੇ ਹੋਏ ਕੰਮ ਕਰਦੇ ਹੋਏ ਕਿਵੇਂ ਨਹੀਂ ਜਪਿਆ ਜਾ ਸਕਦਾ? ਇਹ ਦ੍ਰਿਸ਼ਟਾਂਤ ਇਸੇ ਪ੍ਰਕਾਰ ਜੇ ਕਹਿਤ ਨਾਮ ਦਿਓ ਸੁਨੋ ਤਿਲੋਚਨ। ਭਗਤ ਨਾਮਦੇਵ ਕਹਿੰਦੇ ਨੇ, ਹੇ ਤਿਲੋਚਨ ਤੇ 3 ਲੋਕਾਂ ਦੇ ਲੋਚਨ ਅੱਖਾਂ ਨਾਲ ਵੇਖਣ ਵਾਲੇ ਜਾਂ ਤਿਰਗੁਣੀ ਦ੍ਰਿਸ਼ਟੀ ਵਾਲੇ ਤਿਰਲੋਚਨ ਭਗਤ ਸੁਣਨਾ ਕਰ। ਮੇਰੇ ਮਨ ਰੂਪੀ ਬਾਲਕ ਨੂੰ, ਹਾਂਜੀ ਬਾਲਕ ਪਾਲਨ ਪੌਡੀਐ ਲੈ। ਮੇਰੇ ਮਨ ਰੂਪੀ ਬਾਲਕ ਨੂੰ ਬ੍ਰਹਮਾਕਾਰ ਬਿਰਤੀ ਰੂਪ ਮਾਤਾ ਨੇ ਬ੍ਰਹਮ ਅਭਿਆਸ ਰੂਪੀ ਭੰਬੂੜੇ ਤੇ ਬਿਰਾਜਮਾਨ ਕੀਤਾ ਹੈ। ਅਤੇ ਅੰਤਰ ਬਾਹਰ ਕਾਜ ਵਿਰੋਧੀ। ਕਦੇ ਬ੍ਰਹਮਾਕਾਰ ਬਿਰਤੀ ਅੰਤਰਮੁਖ ਤੇ ਕਦੇ ਸੰਸਾਰਾਕਾਰ ਹੋਣ ਵੱਲੋਂ ਸਮਝਾਉਣ ਆਦਿਕ ਕਾਰਜ ਵਿੱਚ ਰੁੱਝੀ ਰਹਿੰਦੀ ਹੈ। ਤੇ ਪਰ ਆਪਣਾ ਚਿਤ ਸੋ ਬਾਰਿਕ ਰਾਖੀਐ ਲੈ। ਪਰ ਆਪਣਾ ਚਿੱਤ ਉਸ ਮਨ ਰੂਪੀ ਬੱਚੇ ਦੇ ਟਿਕਾਅ ਵੱਲ ਹੀ ਰੱਖਦੀ ਹੈ। ਤੇ ਬ੍ਰਹਮਾਕਾਰ ਬਿਰਤੀ ਦੀ ਗੱਲ ਹੈ, ਚਿੱਤ ਰੂਪ ਜਾਂ ਮਨ ਰੂਪੀ ਬੱਚੇ ਦੇ ਟਿਕਾਅ ਵਿੱਚ ਹੀ ਰੱਖਦੀ ਹੈ। ਤੇ ਇਸ ਪ੍ਰਕਾਰ ਅੱਗੇ ਦੱਸਦੇ ਨੇ ਭਗਤ ਨਾਮਦੇਵ ਜੀ ਕਰਮਕਾਂਡੀ ਪੁਰਖ ਆ ਗਿਆ ਤੇ ਉਹ ਕਹਿੰਦੇ ਤੁਸੀਂ ਪੂਜਾ ਆਦਿ ਕਿਰਿਆ ਕਰਮ ਨਹੀਂ ਕਰਦੇ। ਇਹ ਸੁਣ ਕੇ ਭਗਤ ਨਾਮ ਜੀ ਦੇ ਸ਼ਬਦ ਵਿਚਾਰਿਆ ਹੈ ਤੇ ਇਹਦਾ ਵੀ ਅਰਥ ਭਾਈ ਜਿਹੜਾ ਹਾਂ ਜਿੱਥੋਂ ਪਹਿਲਾਂ ਪੰਕਤੀ ਬੋਲ ਦੋ ਫਿਰ ਹੌਲੀ ਤੁਕ ਬੋਲਣੀ ਪੈਣੀ ਹੈ। ਵੇਦ ਪੁਰਾਨ ਸ਼ਾਸਤਰ ਆਨੰਤ। ਤੇ ਇਸ ਤਰ੍ਹਾਂ ਬੈਰਾਗੀ ਰਹਿਮੈ ਇਹ ਬੋਲਦੇ ਹੁਣ, ਬੈਰਾਗੀ ਰਹਿਮੈ ਗਾਵੋਗੋ। ਇਹ ਅਨਵੇਂ ਰੀਤ ਹੈ ਭਾਈ, ਸੰਸਾਰ ਤੋਂ ਬੈਰਾਗੀ ਬੈਰਾਗਵਾਨ ਹੋ ਕੇ ਰਾਮੇ ਪਰਮੇਸ਼ਰ ਨੂੰ ਗਾਉਂਦਾ ਹਾਂ ਮੈਂ। ਇਸ ਪ੍ਰਕਾਰ ਉਹਨੇ ਕਰਮਕਾਂਡੀ ਨੂੰ ਕਹਿੰਦੇ ਹਨ। ਵੇਦ ਪੁਰਾਨ ਸ਼ਾਸਤਰ ਆਨੰਤ। 4 ਵੇਦ 18 ਪੁਰਾਣ ਅਨੰਤਾ ਬੇਅੰਤ ਅੰਤ ਤੋਂ ਰਹਿ ਸ਼ਾਸਤਰ ਨ। ਅਨੰਤ ਪ੍ਰਕਾਰ ਦੇ ਵਿਸ਼ਨੂੰ ਦੇ ਅਵਤਾਰ ਨ। ਇਹ ਕੌਤਕ ਜਿਹੜੇ ਨੇ ਕਰਨ ਵਾਲੇ ਸ਼ਾਸਤਰ ਉਹਨਾਂ 'ਚ ਲਿਖੇ ਹੋਏ ਨੇ, ਜੋ ਅਨੰਤ ਪ੍ਰਕਾਰ ਦੇ ਜਗਤ ਦੀ ਰਚਨਾ ਨੂੰ ਕਥਨ ਕਰਨ ਵਾਲੇ ਸ਼ਾਸਤਰ ਨੇ। ਇਸ ਪ੍ਰਕਾਰ ਜੋ ਹਨ ਗੀਤ ਕਵਿਤ ਨਾ ਗਾਵੋਗੋ। ਇਹਨੂੰ ਭਾਈ ਕਵਿਤ ਨਹੀਂ ਕਰਨਾ, ਪਾਠ ਇਹ ਕੁੰਡੀ ਹੈ ਕਵਿਤ।
ਇੱਕ ਤਾਂ ਹੋ ਗਿਆ ਨਾ ਕਵਿਤ, ਇੱਕ ਹੋ ਗਿਆ ਕਵਿਤ। ਕਵਿਤ ਨਹੀਂ ਕਰਨਾ, ਕਵਿਤ। ਤੋ ਇਸ ਕਰਕੇ ਅੱਗੇ ਗੀਤ ਅਤੇ ਪਿੰਗਲ ਗ੍ਰੰਥਾਂ ਦੇ ਅਨੁਸਾਰ ਆ ਜਿਹੜੀ ਕਵਿਤਾ ਆਦ ਬਣਾਉਣੀ ਹੈ, ਆਦ ਛੰਦ ਬਣਾਉਣੇ ਹੈ, ਗੀਤ ਵਿਸ਼ਨ ਪਦੇ ਆਦ ਕਵੀਆਂ ਦੀਆਂ ਕਵਿਤਾਵਾਂ ਹਨ, ਉਹ ਮੈਂ ਨਹੀਂ ਗਾਉਂਦਾ ਹਾਂ, ਗਾਵਾਂਗਾ। ਅਖੰਡ ਮੰਡਲ ਨਿਰੰਕਾਰ ਮਹਿ, ਤੇ ਅਖੰਡ ਖੰਡਨ ਤੋਂ ਰਹਿਤ। ਇੱਕ ਰਸ ਮੰਡਲ ਗੋਲਾਕਾਰ ਘੇਰੇ ਦੇ ਮਹਿ ਵਿੱਚ, ਮੰਡਲ ਸਮੂਹ ਜੀਵਾਂ ਦੇ ਅੰਦਰ ਪਰਿਪੂਰਨ ਨਿਰੰਕਾਰ ਪਰਮੇਸ਼ਰ ਹੈ। ਅਨਹਦ ਬੇਨ ਬਜਾਵੋਗੋ, ਮੈਂ ਉਹਦੇ ਚ ਅਨਹਦ ਹੱਦ ਤੋਂ ਰਹਿਤ ਇੱਕ ਰਸ ਬ੍ਰਹਮਾਕਾਰ ਬਿਰਤੀ ਕਰਕੇ ਸੁੰਦਰ ਨਾਮ ਰੂਪੀ ਬੇਨ ਬੀਣਾ ਬੰਸਰੀ ਵਜਾਵਾਂਗਾ। ਬੈਰਾਗੀ ਰਾਮਹਿ ਗਾਵੋਗੋ, ਇਸ ਪ੍ਰਕਾਰ ਹੀ ਬੈਰਾਗੀ ਬੈਰਾਗਵਾਨ ਹੋ ਕੇ ਰਾਮੈ ਪਰਮੇਸ਼ਰ ਦੇ ਜਸ ਨੂੰ ਗਾਵਾਂਗਾ। ਦੁਬਾਰੇ ਬੋਲ ਦਿਓ ਜੀ। ਬੈਰਾਗੀ ਰਾਮਹਿ ਗਾਵੋਗੋ, ਇਸ ਪ੍ਰਕਾਰ ਮੈਂ ਵੈਰਾਗੀ ਬੈਰਾਗਵਾਨ ਹੋ ਕੇ ਰਾਮ ਹੈ ਪਰਮੇਸ਼ਰ ਦੇ ਜਸ ਨੂੰ ਗਾਵਾਂਗਾ। ਭਾਵ ਕਰਮ ਕਾਂਡ ਵਿੱਚ ਲੱਗਣ ਦੀ ਥਾਂ ਪਰਮੇਸ਼ਰ ਦੇ ਜਸ ਕਰਨ ਕਰਕੇ ਆਤਮ ਆਨੰਦ ਨੂੰ ਪ੍ਰਾਪਤ ਕਰਾਂਗਾ। ਹਾਂਜੀ। ਸ਼ਬਦ ਅਤੀਤ ਅਨਹਦ ਰਤਾ, ਜੋ ਸ਼ਬਦ ਸੰਸਾਰ ਤੋਂ ਅਤੀਤ ਅਸੰਗ ਬ੍ਰਹਮ ਹੈ, ਜੋ ਤਿੰਨਾਂ ਗੁਣਾਂ ਤੋਂ ਅਤੀਤ ਅੰਦਰਲੇਪ ਬ੍ਰਹਮ ਹੈ, ਉਸ ਦੇ ਵਿੱਚ ਅਨਹਦ ਇੱਕ ਰਸ ਮੇਰਾ ਚਿੱਤ ਰਾਤਾ ਰੰਗਿਆ ਹੋਇਆ ਹੈ। ਆਕੁਲ ਕਹਿ ਘਰ ਜਾਓਗੋ, ਅੰਤ ਨੂੰ ਆਕੁਲ ਕੁਲਾਂ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਜਾਵਾਂਗਾ। ਬੋਲਦੇ ਆਕੁਲ ਕਹਿ ਘਰ ਜਾਓਗੋ, ਤੇ ਆਕੁਲ ਕੁਲਾਂ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਜਾਓਗੋ, ਮਤਲਬ ਜਾਵਾਂਗਾ। ਇਹ ਅਰਥ ਇਹ ਬਣਨਾ ਹੈ ਉਸ ਦਾ। ਅੱਖਰ ਜਿਵੇਂ ਲਿਖੇ ਨੇ ਉਸੇ ਤਰ੍ਹਾਂ ਉਚਾਰਨੇ ਜੀ। ਰਹਾਉ ਅਸਾਈ ਦੇ ਕੇ ਕਹਿੰਦੇ ਨੇ ਈੜਾ ਪਿੰਗਲਾ ਔਰ ਸੁਖਵਨਾ, ਈੜਾ ਚੰਦਰਮਾ ਦੀ ਖੱਬੀ ਸੁਰ, ਪਿੰਗਲਾ ਸੂਰ ਦੀ ਸੱਜੀ ਸੁਰ, ਅਤੇ ਔਰ ਸੁਖਮਨਾ। ਔਰ ਸੁਖਮਨਾ ਜਿਹੜੀ ਤ੍ਰਿਕੁਟੀ ਵਿੱਚ ਕੁੰਭਕ ਜਿੱਥੇ ਕਰੀਦਾ ਪ੍ਰਾਣ ਟਿਕਾਈ ਦੇ ਨੇ, ਤੇ ਐਸੇ ਜਿਹੜੀ ਕੁੰਭਕ ਹੈ ਜਿੱਥੇ ਕਰਦੇ ਆ ਉਹ ਸੁਖਮਨਾ ਨਾੜੀ। ਪੌਨੈ ਬੰਦ ਰਹਾਓਗੋ, ਤੇ ਇਸ ਦਾ ਪੌਣ ਦਾ ਜਲੰਧਰ ਬੰਦ ਮੂਲ ਬੰਦ ਆਦ ਲਈਦਾ, ਇਸ ਤੋਂ ਰਹਿਤ ਹੋ ਜਾਵਾਂਗਾ। ਜਾਂ ਫਿਰ ਈੜਾ ਪਿੰਗਲਾ ਔਰ ਸੁਖਮਨਾ, ਇਹ ਈੜਾ ਖੱਬੀ ਸੁਰ ਦੁਆਰਾ ਪ੍ਰਾਣਾ ਦਾ ਉਤਾਰਨਾ, ਪਿੰਗਲਾ ਸੱਜੀ ਸੁਰ ਦੁਆਰਾ ਪ੍ਰਾਣਾ ਦਾ ਚਾੜਨਾ, ਸੁਖਮਨਾ ਦੁਆਰਾ ਦਸਮ ਦੁਆਰ ਵਿੱਚ ਪੌਣੇ ਬੰਦ ਰਹਾਓਗੋ, ਤੇ ਉਹਦਾ ਬੰਦ ਬੰਦੇਜ ਕਰਕੇ ਰੱਖਣਾ। ਇਤਿਆਦਿਕ ਕਿਰਿਆ ਤੋਂ ਮੈਂ ਤਾਂ ਰਹਿਤ ਹੋ ਜਾਵਾਂਗਾ। ਈੜਾ ਪਿੰਗਲਾ ਔਰ ਸੁਖਮਨਾ, ਈੜਾ ਚੰਦਰਮਾ ਭਾਵ ਗੰਗਾ, ਗੰਗਾ ਤੋਂ ਭਾਵ ਹੈ ਕਰਮ ਕਥਾ। ਪਿੰਗਲਾ ਤੋਂ ਭਾਵ ਹੈ ਜਮਨਾ, ਜਮਨਾ ਤੋਂ ਭਾਵ ਹੈ ਉਪਾਸਨਾ ਦਾ ਲੈਣਾ, ਇਹ ਭਾਵ ਲੈਣਾ ਇਹਦੇ ਚੋਂ। ਤੇ ਸੁਖਮਨਾ ਗਿਆਨ ਕਥਾ ਹੈ। ਪੌਣਾ ਬੰਧ ਰਹਾਓਗੋ, ਇਹਨਾਂ ਦੀ ਪੌਣ ਵਾਸਨਾ ਤੇ ਬੰਧਨਾਂ ਤੋਂ ਮੈਂ ਰਹਿਤ ਹੋ ਜਾਵਾਂਗਾ। ਜਿਹੜਾ ਤਮੋਗੁਣ ਦੇ ਵਿੱਚ ਮਨ ਦਾ ਈੜਾ ਭਾਵ ਅੜ ਰਹਿਣਾ, ਜਿਹੜਾ ਮਨ ਦਾ ਪਿੰਗਲਾ ਭਾਵ ਨਿਰੋਧ ਕਰ ਲੈਣਾ, ਅਤੇ ਜਿਹੜੀ ਉਪਾਸਨਾ ਮਨ ਨੂੰ ਸੁਖ ਦੇਣ ਵਾਲੀ ਹੈ ਪੌਣੇ ਬੰਧ ਰਹਾਓਗੋ, ਜਿਹੜਾ 10ਵੇਂ ਦੁਆਰ ਵਿੱਚ ਪੌਣੇ ਪ੍ਰਾਣਾਂ ਨੂੰ ਚੜਾਉਣਾ ਹੈ, ਆਦਿ ਨਾਲ ਸਾਰੇ ਬੰਧਨਾਂ ਤੋਂ ਰਹਿਤ ਹੋ ਜਾਵਾਂਗਾ। ਚੰਦ ਸੂਰਜ ਦੋਏ ਸਮ ਕਰ ਰਾਖੋ, ਚੰਦ ਚੰਦਰਮਾ ਦੀ ਸੁਰ ਈੜਾ, ਸੂਰਜ ਦੀ ਸੁਰ ਪਿੰਗਲਾ, ਆਦ ਦੋਹਾਂ ਵਿੱਚ ਸਮ ਸਮਾਨ ਤੇ ਬਰਾਬਰ ਬਿਰਤੀ ਕਰਕੇ ਰਾਖੋ, ਰੱਖ ਲਵਾਂਗਾ। ਭਾਵ ਚੰਦਰਮਾ ਕਰਕੇ ਠੰਡ, ਸੂਰਜ ਕਰਕੇ ਗਰਮੀ ਵਧਾਈ ਦੀ ਹੈ, ਇਹਦੀ ਮੈਨੂੰ ਲੋੜ ਨਹੀਂ ਹੈ, ਇਹ ਯੋਗਾ ਅਭਿਆਸ ਵਾਲਿਆਂ ਨੂੰ ਲੋੜ ਹੈ। ਚੰਦਰਮਾ ਦੀ ਨਿਆਈ ਅਵਿਦਿਆ ਰੂਪੀ ਰਾਤ ਵਿੱਚ ਮਾਇਆ ਦਾ ਮੋਹ ਚਾਨਣ ਕਰਨ ਵਾਲਾ ਹੈ, ਜੋ ਸੂਰਜ ਤਮੋਗੁਣ ਭਾਵ ਅਗਿਆਨ ਰੂਪ ਹੈ। ਇਹ ਦੋਨਾਂ ਦੇ ਪ੍ਰਕਾਸ਼ ਚੇਤਨ ਸਰੂਪ ਵਿੱਚ ਸਮਾਨ ਬਿਰਤੀ ਨੂੰ ਟਿਕਾ ਕੇ ਰੱਖਾਂਗਾ। ਇਹ ਸਮਾਨ ਬਿਰਤੀ ਹੋ ਗਈ ਹੈ। ਤੇ ਅੱਗੇ ਬ੍ਰਹਮ ਜੋਤ ਮਿਲ ਜਾਓਗੋ, ਤੇ ਇਹ ਕਰਕੇ ਫਿਰ ਜੋ ਬ੍ਰਹਮ ਦੀ ਜੋਤ ਚੇਤਨ ਦੀ ਲਾਟ ਹੈ, ਤੇ ਜਾਂ ਚੰਦਰਮਾ ਭਾਵ ਵੈਰਾਗ, ਸੂਰਜ ਭਾਵ ਵਿਵੇਕ, ਪ੍ਰੋਗ ਗਿਆਨ ਤੇ ਅਪਰੋਗ ਗਿਆਨ, ਨਿਰਗੁਣ ਤੇ ਸਰਗੁਣ ਦਾ ਗਿਆਨ, ਇਹਨਾਂ ਦੋਨਾਂ 'ਚ ਸਮਾਨ ਬਿਰਤੀ ਕਰਕੇ ਰੱਖਾਂਗਾ। ਇਸ ਕਰਕੇ ਜੋਤ ਪ੍ਰਕਾਸ਼ ਰੂਪ ਬ੍ਰਹਮ ਪਰਮੇਸ਼ਰ ਵਿੱਚ ਮਿਲ ਜਾਵਾਂਗਾ। ਤੀਰਥ ਦੇਖ ਨਾ ਜਲ ਮਹਿ ਪੈਸੋ, ਕਿਸੇ ਤੀਰਥ ਦਾ ਮਹਾਤਮ ਦੇਖ ਕੇ ਮੈਂ ਜਲ ਪਾਣੀ ਦੇ ਵਿੱਚ ਪ੍ਰਵੇਸ਼ ਨਹੀਂ ਕਰਾਂਗਾ ਕਿ ਇੱਥੇ ਮੈਨੂੰ ਆਹ ਮਹਾਤਮ ਮਿਲੇਗਾ। ਪਾਣੀ ਦੇ ਵਿੱਚ ਅਨੇਕਾਂ ਜੀ ਜੰਤ ਰਹਿੰਦੇ ਨੇ, ਜੀ ਜੰਤ ਨਾ ਸਤਾਵੋਗੋ, ਪਾਣੀ ਦੇ ਵਿੱਚ ਰਹਿਣ ਵੇਲੇ ਛੋਟੀਆਂ ਮੱਛੀਆਂ ਡਰ ਜਾਂਦੀਆਂ ਨੇ, ਜਦੋਂ ਨਹਾਉਣ ਲੱਗੋ ਕਹਿੰਦੇ ਮੈਂ ਇਹ ਪਾਪ ਨਹੀਂ ਕਰਦਾ,
ਤੇ ਇਸ ਕਰਕੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਮੈਂ ਤਾਂ ਨਾਮ ਦੇ ਹੀ ਤੀਰਥ ਤੇ ਨਹਾਉਂਦਾ ਰਹਿਣਾ। ਸੂਖਮ ਜੀ ਜੰਤ ਇਹਨਾਂ ਨੂੰ ਮੈਂ ਕਦੇ ਸਤਾਵਾਂਗਾ, ਦੁਖੀ ਨਹੀਂ ਕਰਾਂਗਾ। ਸਤਾਵੋਗੋ ਭਾਵ ਸਤਾਵਾਂਗਾ ਨਹੀਂ। ਜੀ ਜੰਤ ਨਾ ਸਤਾਵੋਗੋ। ਤੇ ਜੀ ਜਿਹੜੇ ਨੇ ਜੀਵ ਮਤਲਬ ਜਿਹੜੇ ਅਸਥੂਲ ਜੀਵ ਸੂਖਮ ਜੰਤ ਇਹਨਾਂ ਨੂੰ ਨਹੀਂ ਸਤਾਵੋਗੋ ਭਾਵ ਸਤਾਵਾਂਗਾ ਨਹੀਂ, ਦੁਖੀ ਨਹੀਂ ਕਰਾਂਗਾ। 68 ਤੀਰਥ ਗੁਰੂ ਦਿਖਾਏ। ਮੈਨੂੰ ਮੇਰੇ ਗੁਰੂ ਨੇ 68 ਤੀਰਥ ਹਿਰਦੇ ਵਿੱਚ ਹੀ ਵਿਖਾ ਦਿੱਤੇ ਹਨ। ਘਾਟੀ ਭੀਤਰ ਨਹਾਓਗੋ। ਘਾਟੀ ਭੀਤਰ ਨਹਾਓਗੋ ਭਾ ਇਹਦੇ ਵਿੱਚ ਹੀ ਨਹਾਵਾਂਗਾ ਬ੍ਰਹਮਾਕਾਰ ਬਿਰਤੀ ਕਰਕੇ। ਹਿਰਦੇ ਭੀਤਰ ਵਿੱਚ ਹੀ ਬ੍ਰਹਮ ਰੂਪੀ ਜਲ ਦੇ ਵਿੱਚ ਨਹਾਓਗੋ, ਇਸ਼ਨਾਨ ਕਰਾਂਗਾ। ਪੰਜ ਸਹਾਈ ਜਨ ਕੀ ਸੋਭਾ। ਪੰਜ ਪੈਂਚ 34 ਨੰਬਰਦਾਰ ਬਣ ਕੇ ਲੋਕਾਂ ਦੀ ਸਹਾਈ ਸਹਾਇਤਾ ਕਰਨੀ ਤੇ ਫਿਰ ਸੰਸਾਰੀ ਜਨ ਪੁਰਖਾਂ ਦੀ ਸੋਭਾ ਵਡਿਆਈ ਲੈਣੀ। ਇਸ ਪ੍ਰਕਾਰ ਭਲੋ ਭਲੋ ਨਾ ਕਹਾਵੋਗੋ। ਭਲੋ ਭਲੋ ਚੰਗਾ ਚੰਗਾ ਨਹੀਂ ਕਹਾਵਾਂਗਾ। ਤੇ ਭਾਵ ਮੈਨੂੰ ਇਹ ਵੀ ਇੱਛਾ ਨਹੀਂ ਮੈਨੂੰ ਲੋਕ ਚੰਗਾ ਕਹਿਣ, ਇਹ ਇੱਛਾ ਨਹੀਂ ਮੈਂ ਖਤਮ ਕਰ ਦਿੱਤੀ ਹੈ। ਮੈਂ ਤਾਂ ਪਰਮੇਸ਼ਰ ਸਰੂਪ ਵਿੱਚ ਹੀ ਲੀਨ ਹੋਵਾਂਗਾ। ਨਾਮ ਕਹੈ ਚਿਤ ਹਰਸਿਓ ਰਾਤਾ। ਨਾਮਦੇਵ ਜੀ ਸਮਾਪਤ ਕਰਦੇ ਹੁਣ ਕਹਿੰਦੇ ਆ ਵੀ ਚਿੱਤ ਪਰਮੇਸ਼ਰ ਦੇ ਨਾਲ ਰਾਤਾ ਰੰਗਿਆ ਹੈ, ਰੰਗਿਆ ਗਿਆ ਹੈ, ਰਤਿਆ ਰੰਗਿਆ ਗਿਆ ਮੇਰਾ ਮਨ। ਸੁਨ ਸਮਾਦ ਸਮਾਓਗੋ। ਤੇ ਸੁਨ ਨਾਮ ਅਫੁਰਦਾ। ਇਸ ਕਰਕੇ ਹੁਣ ਸੁਨ ਸਮਾਦ ਅਫੁਰ ਸਮਾਧੀ ਦੇ ਵਿੱਚ ਸਮਾਓਗੋ ਸਮਾਵਾਂਗਾ। ਜੋ ਸੁਨ ਅਫੁਰ ਰੂਪ ਬ੍ਰਹਮ ਹੈ ਉਸ ਵਿੱਚ ਸਮਾਧੀ ਲਾ ਕੇ ਸਮਾਂ ਲੀਨ ਕਰ ਜਾਵਾਂਗਾ। ਭਾਵ ਮੈਂ ਗਿਆਨ ਰੂਪੀ ਪਰਲੋਂ ਇਸਤਿਤ ਹੋਵਾਂਗਾ। ਤੇ ਇਸ ਕਰਕੇ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨਮ ਸੁਨੰ ਚੌਥੇ ਸੁਨੇ ਜੋ ਨਰ ਜਾਣੇ ਤਾ ਕਹੋ ਪਾਪ ਨ ਪੁੰਨੰ। ਇਹ ਅਵਸਥਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਆਓ ਅੱਜ ਦੀ ਕਥਾ ਇੱਥੇ ਹੀ ਸਮਾਪਤ ਹੁੰਦੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਪੰਜ ਸਹਾਈ ਜਨ ਕੀ ਸੋਭਾ। ਭਲੋ ਭਲੋ ਨਾ ਕਹਾਵੋਗੋ। ਨਾਮ ਕਹਿ ਚਿਤ ਹਰਸਿਓ ਰਾਤਾ। ਸੁਨ ਸਮਾਦ ਸਮਾਓਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।